ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਉਪਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ, ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਵੜਿਆ ਗੀ, ਪਾਵਹਿ ਗਤ ਬਿਸ਼ਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਰਸਨਾ ਗੁਣ ਗੋਪਾਲ ਨਿਰਭੈ ਨਾਇਣ। ਸਾਤ ਸਹਿਜ ਰਹਸ ਮਨਿ ਉਪਜਿਓ। ਸਗਲੇ ਦੁਖ ਭਲਾਇਣ। ਰਸਨਾ ਗੁਣ ਗੋਪਾਲ ਨਿਰਭੈ ਨਾਇਣ। ਸਾਧ ਸਹਿਜ ਰਹਸ ਮਨਿ ਉਪਜਿਓ। ਸਗਲੇ ਦੁਖ ਭਲਾਇਣ। ਰਹਾਉ ਜੋ ਮੰਗਹਿ, ਸੋਈ ਸੋਈ ਪਾਵਹਿ। ਸੇਵੈ ਹਰਿ ਕੇ ਚਰਨ ਰਸਾਇਣ। ਜਨਮ ਮਰਨ ਦੋਹਾਂ ਤੇ ਛੁਟੈ। ਭਵ ਜਲ ਜਗਤ ਤਰਾਇਣ। ਖੋਜਤ ਖੋਜਤ ਤਤ ਵਿਚਾਰਿਓ। ਦਾਸ ਗੋਬਿੰਦ ਪਰਾਇਣ। ਅਬਿਨਾਸੀ ਖੇਮ ਚਾਹੈ ਜੇ ਨਾਨਕ। ਸਦਾ ਸਿਮਰੈ ਨਾਰਾਇਣ। ਖੋਜਤ ਖੋਜਤ ਤਤ ਵਿਚਾਰਿਓ। ਦਾਸ ਗੋਬਿੰਦ ਪਰਾਇਣ। ਅਬਿਨਾਸੀ ਖੇਮ ਚਾਹੈ ਜੇ ਨਾਨਕ। ਸਦਾ ਸਿਮਰੈ ਨਾਰਾਇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਣਾ ਨਿਧਾਨ, ਦੀਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਥੋਂ ਦੀ ਮੈਨੇਜਿੰਗ ਕਮੇਟੀ ਔਰ ਸਾਰੀਆਂ ਸਿੱਖ ਪੰਥ ਦੀਆਂ ਜਥੇਬੰਦੀਆਂ, ਨਗਰ ਇਲਾਕੇ ਦੀਆਂ, ਦੇਸ਼ ਪ੍ਰਦੇਸ਼ ਦੀਆਂ ਸਮੂਹ ਸੰਗਤਾਂ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰਪੁਰਬ, ਜੋ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਅੰਦਰ ਵੀ ਔਰ ਦੂਸਰੇ ਨੰਬਰ 'ਤੇ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਤਥਾ ਵਿਸ਼ਵ ਭਰ ਵਿੱਚ ਜਿੱਥੇ ਵੀ ਸਤਿਗੁਰੂ ਜੀ ਦੇ ਪਿਆਰ ਵਾਲੀ ਸੰਗਤ ਹੈ, ਹਰ ਗੁਰੂ ਘਰ ਵਿੱਚ ਇਹ ਪਰਮ ਪਵਿੱਤਰ ਗੁਰਪੁਰਬ ਮਨਾਇਆ ਜਾ ਰਿਹਾ ਹੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਇਤਨੇ ਹਰਮਨ ਪਿਆਰੇ ਹਨ, ਸਾਰੇ ਵਿਸ਼ਵ ਵਿੱਚ ਸਤਿਗੁਰੂ ਜੀ ਦਾ ਪਵਿੱਤਰ ਗੁਰਪੁਰਬ ਸੰਗਤਾਂ ਮਨਾਉਣ ਦਾ ਸੁਭਾਗ ਪ੍ਰਾਪਤ ਕਰ ਰਹੀਆਂ ਹਨ। ਗੁਰੂ ਮਹਾਰਾਜ ਦੀ ਪਾਵਨ ਯਾਦ ਵਿੱਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਾਵਨ ਸਥਾਨ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹਨ ਔਰ ਅੱਜ ਜੋ ਰਾਤ ਹੈ 1:40 'ਤੇ ਭੋਗ ਆਰੰਭ ਹੋਣੇ ਹਨ ਔਰ ਭੋਗ ਤੋਂ ਉਪਰੰਤ ਸ਼ਬਦ ਕੀਰਤਨ, ਆਰਤੀ ਦਾ ਕੀਰਤਨ, ਅਰਦਾਸ, ਆਏ ਮੁੱਖ ਵਾਕ ਦੀ ਵਿਚਾਰ, ਜੋ ਸੰਗਤਾਂ ਪ੍ਰਤੀ ਮਹਾਰਾਜ ਨੇ ਖੁਸ਼ੀਆਂ ਬਖਸ਼ਿਸ਼ ਕਰਨੀਆਂ ਹਨ। ਕੱਲ੍ਹ ਨਗਰ ਕੀਰਤਨ ਦਾ ਸਮਾਗਮ ਸੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਔਰ ਪੰਜ ਪਿਆਰਿਆਂ ਦੀ ਸਰਪ੍ਰਸਤੀ ਹੇਠ ਪ੍ਰਬੰਧਕਾਂ ਨੇ, ਸੰਗਤਾਂ ਨੇ ਬੜੀ ਸ਼ਰਧਾ ਭਗਤੀ ਦੇ ਨਾਲ ਗੁਰਦੁਆਰਾ ਸ਼੍ਰੀ ਸੰਤ ਘਾਟ ਸਾਹਿਬ, ਜਿੱਥੇ ਮੂਲ ਮੰਤਰ ਉਚਾਰਨ ਕੀਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਰੰਭਤਾ ਕੀਤੀ ਗਈ ਹੈ ਔਰ ਜਿੱਥੋਂ ਮਹਾਰਾਜ ਚਾਰ ਉਦਾਸੀਆਂ ਕਰਨ ਵਾਸਤੇ, ਸੰਸਾਰ ਦੇ ਭਲੇ ਵਾਸਤੇ ਗਏ, ਉਸ ਪਵਿੱਤਰ ਸਥਾਨ ਤੋਂ ਗੁਰੂ ਮਹਾਰਾਜ ਦੇ ਪਾਵਨ ਚਰਨਾਂ 'ਚ ਅਰਦਾਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਜਾਂ ਪਿਆਰਿਆਂ ਦੀ ਸਰਪ੍ਰਸਤੀ 'ਚ ਇਹ ਨਗਰ ਕੀਰਤਨ ਆਰੰਭ ਹੋਇਆ। ਬੇਅੰਤ ਸੰਗਤਾਂ ਨੇ ਭਾਗ ਲਏ, ਆਪਣੋ ਆਪਣੇ ਢੰਗ ਨਾਲ ਸੇਵਾ ਸਾਰੀਆਂ ਸੰਗਤਾਂ ਨੇ ਨਿਭਾਈਆਂ ਤੇ ਗੁਰੂ ਮਹਾਰਾਜ ਨੇ ਬੜੀ ਮਹਾਨ ਬਖਸ਼ਿਸ਼ ਕਿਰਪਾ ਕੀਤੀ। ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਵਿਆਪਿਆ, ਕਿਉਂ ਮਹਾਰਾਜ ਦਾ ਆਪਣਾ ਕਾਰਜ ਸੀ, ਜਿਸ ਕਾ ਕਾਰਜ ਤੇ ਨਹੀਂ ਕੀਆ ਮਾਨਸ ਕਿਆ ਬੇਚਾਰਾ ਰੰਗ। ਔਰ ਬੇਰ ਸਾਹਿਬ ਆ ਕੇ ਸੰਪੂਰਨਤਾ ਹੋਈ। ਸੰਪੂਰਨਤਾ ਦੇ ਸਮੇਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਤਿਕਾਰਯੋਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਔਰ ਬੁੱਢੇ ਦਲ ਦੇ ਜਥੇਦਾਰ ਸਤਿਕਾਰਯੋਗ ਬਾਬਾ ਬਲਵੀਰ ਸਿੰਘ ਜੀ ਔਰ ਦਲ ਪੰਥ ਬਾਬਾ ਬਿਧੀ ਚੰਦ, ਜਥੇਦਾਰ ਬਾਬਾ ਅਵਤਾਰ ਸਿੰਘ ਜੀ ਔਰ ਤਰਨਾ ਦਲ ਬਾਬਾ ਬਕਾਲਾ ਸਾਹਿਬ, ਉਹਨਾਂ ਮਹਾਂਪੁਰਖਾਂ ਨੇ ਵੀ ਸ਼ਮੂਲੀਅਤ ਕੀਤੀ ਔਰ ਮੈਨੇਜਰ ਸਾਹਿਬ, ਮੈਂਬਰ ਸਾਹਿਬਾਨ, ਸਾਰੀਆਂ ਜਥੇਬੰਦੀਆਂ, ਸਾਰੀਆਂ ਸੰਗਤਾਂ
ਕਿੰਨੀ ਸ਼ਰਧਾ ਭਗਤੀ ਦੇ ਨਾਲ ਸੰਗਤਾਂ ਨੇ ਮਹਾਰਾਜ ਦਾ ਸਵਾਗਤ ਕੀਤਾ। ਨਾਮ ਜਪਦਿਆਂ ਹੋਇਆਂ ਗੁਰੂ ਮਹਾਰਾਜ ਨੂੰ ਨਿਜ ਆਸਣ 'ਤੇ ਸੁਖ ਆਸਣ ਦੀ ਸੇਵਾ ਹੋਈ। ਮਹਾਰਾਜ ਦੇ ਧੰਨਵਾਦ ਵਾਸਤੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਜਥੇਦਾਰ ਸਾਹਿਬ ਜੀ ਨੇ ਆਪ ਅਰਦਾਸ ਕੀਤੀ। ਫਿਰ ਇੱਥੋਂ ਦੇ ਪ੍ਰਬੰਧਕ ਸੇਵਾਦਾਰ ਮੈਨੇਜਰ ਸਾਹਿਬ ਵੱਲੋਂ ਸਿੰਘ ਸਾਹਿਬ ਜੀ ਦੁਆਰਾ ਸਾਰੀਆਂ ਜਥੇਬੰਦੀਆਂ ਮਹਾਂਪੁਰਖਾਂ ਦਾ ਬਹੁਤ ਬਹੁਤ ਸਤਿਕਾਰ ਪਿਆਰ ਕੀਤਾ। ਫਿਰ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਆਰਤੀ ਸਾਹਿਬ ਦਾ ਕੀਰਤਨ ਕਵੀ ਦਰਬਾਰ ਰਾਗੀ ਢਾਡੀ ਸਾਰੀ ਰਾਤ ਬੜੇ ਸ਼ਰਧਾ ਭਗਤੀ ਦੇ ਨਾਲ ਸਮਾਗਮ ਹੋਏ ਹਨ। ਚੱਲ ਰਹੀ ਇਸ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ ਅਤੇ ਆਏ ਹੋਏ ਗੁਰੂ ਸ਼ਬਦ ਦੀ ਵਿਚਾਰ ਅਤੇ ਸਤਿਗੁਰੂ ਜੀ ਦੇ ਅਵਤਾਰ ਸੰਬੰਧੀ ਗੁਰੂ ਮਹਾਰਾਜ ਦਾ ਪਾਵਨ ਇਤਿਹਾਸ ਸ਼ਰਵਣ ਕਰਨ ਵਾਸਤੇ ਅਸੀਂ ਸਾਰੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਸੁਭਾਏਮਾਨ ਹੋ ਰਹੇ ਹਾਂ। ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਵੀ ਸਾਰਾ ਦਿਨ ਦੀਵਾਨ ਜਾਰੀ ਰਹਿਣਾ ਹੈ ਔਰ ਫਿਰ ਸ਼ਾਮ ਦੇ ਸਮਾਗਮ ਤੇ ਰੱਖੇ ਹੋਏ ਪਾਠਾਂ ਦੇ ਭੋਗ ਜਿਹਦੇ ਬਾਰੇ ਬੇਨਤੀ ਕਰ ਹੀ ਦਿੱਤੀ ਹੈ। ਅਤੇ ਕੱਲ੍ਹ ਫਿਰ ਅੰਮ੍ਰਿਤ ਵੇਲੇ ਸ਼੍ਰੀ ਆਸਾ ਜੀ ਵਾਰ ਦਾ ਕੀਰਤਨ ਔਰ ਕਥਾ ਤੋਂ ਬਾਅਦ ਫਿਰ ਸਾਰੇ ਸਮਾਗਮ ਦੀ ਸੰਪੂਰਨਤਾ ਹੋਣੀ ਹੈ। ਇਹ ਸਾਰੇ ਕਾਰਜਾਂ 'ਚ ਮਹਾਰਾਜ ਆਪ ਕਿਰਪਾ ਕਰ ਰਹੇ ਹਨ। ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ। ਸੋ ਇਸ ਵਾਸਤੇ ਆਓ ਸਾਰੀਆਂ ਸੰਗਤਾਂ ਸਾਵਧਾਨ ਹੋਈਏ। ਜਿੰਨੀਆਂ ਵੀ ਸੰਗਤਾਂ ਇੱਧਰ ਉੱਧਰ ਘੁੰਮ ਰਹੀਆਂ ਹਨ, ਲੰਗਰ ਪਾਣੀ ਬੇਅੰਤ ਜਗ੍ਹਾ ਚੱਲ ਰਹੇ ਹੈ। ਪਗ ਛਕਾ ਕੇ ਜਲ ਪਾਣੀ ਜਿਹੜੇ ਕੰਮ ਲਈ ਅਸੀਂ ਮਹਾਰਾਜ ਦੇ ਚਰਨਾਂ 'ਚ ਆਏ ਹਾਂ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੋ ਪਕੜੇ ਸਭ ਮੁਕਦੀ ਚੱਲੀ ਰਹਿਣ। ਕਿਉਂਕਿ ਸਤਸੰਗਤ ਵਾਸਤੇ ਆਏ ਹਾਂ ਕਿ ਮਹਾਰਾਜ ਦਾ ਬਾਣੀ ਦੁਆਰਾ ਇਤਿਹਾਸ ਦੁਆਰਾ ਜਸ ਸਰਵਣ ਕਰੀਏ। ਜਿਸ ਤਰ੍ਹਾਂ ਪ੍ਰੈਜ਼ੀਡੈਂਟ ਦਾ ਜਨਮ ਦਿਨ ਹੋਵੇ ਉਹਨੂੰ ਖੁਸ਼ੀ ਹੁੰਦੀ ਹੈ, ਜੇ ਮੌਜ ਵਿੱਚ ਆਵੇ। ਜਿਹੜੇ ਕੈਦੀਆਂ ਨੂੰ ਫਾਂਸੀ ਹੋਣੀ ਹੈ ਉਹ ਵੀ ਬਰੀ ਕਰ ਦਿੰਦਾ ਹੈ। ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਅਵਤਾਰ ਗੁਰਪੁਰਬ ਹੈ। ਮਹਾਰਾਜ ਤਾਂ ਸਦਾ ਹੀ ਦਿਆਲੂ ਹੈ, ਸਦਾ ਹੀ ਕਿਰਪਾ ਕਰਦੇ ਹਨ। ਊਂਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ, ਗਾਵਤੇ ਉਦਰੇ ਸੁਣਤੇ ਉਦਰੇ, ਬਿਨ ਸੇ ਪਾਪ ਕਨੇਰੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੇ। ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆਂ ਮਿਲੇ ਪ੍ਰਭੂ ਹਰ ਦਰਗਹਿ ਕਾ ਬਾਸੀਠ, ਹਰ ਨਾਮੋ ਮੰਤਰ ਦਰੜਾਏਂਦਾ ਕੱਟੇ ਹੋਂ ਮੈਂ ਰੋ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਧੁਰੇ ਪਿਆ ਸੰਜੋਗ। ਜਿਨ੍ਹਾਂ ਦੇ ਮੱਥੇ ਦਾ ਧੁਰੋਂ ਹੀ ਕੋਈ ਸੰਯੋਗ ਮਿਲਾਪ ਦਾ ਕਰਮ ਆ, ਉਹਨਾਂ ਨੂੰ ਗੁਰੂ ਮਹਾਰਾਜ ਦੇ ਚਰਨਾਂ 'ਚ ਆਉਣ ਦਾ, ਬੈਠਣ ਦਾ, ਕਥਾ ਕੀਰਤਨ ਸਰਵਣ ਕਰਨ ਦਾ, ਨਾਮ ਅਭਿਆਸ ਦਾ, ਸੇਵਾ ਕਰਨ ਦਾ ਇਸ ਭਾਗ ਸਤਸੰਗੀਓ ਪ੍ਰਾਪਤ ਹੁੰਦਾ ਹੈ। ਜੇ ਕੋਈ ਸਾਡਾ ਪੁੰਨ ਕਰਮ ਸਾਨੂੰ ਪ੍ਰੇਰ ਕੇ ਮਹਾਰਾਜ ਦੇ ਚਰਨਾਂ ਵਿੱਚ ਲਿਆਇਆ ਹੈ,
ਤੇ ਫਿਰ ਸਾਨੂੰ ਮਹਾਰਾਜ ਦੇ ਚਰਨਾਂ ਵਿੱਚ ਸਾਜ ਕਰਕੇ ਅੰਮ੍ਰਿਤ ਰੂਪੀ ਪਾਵਨ ਬਾਣੀ ਦੀ ਵਿਚਾਰ ਸ਼ਰਵਣ ਕਰਨੀ ਚਾਹੀਦੀ ਹੈ। ਸੋ ਸਾਰੀਆਂ ਸੰਗਤਾਂ ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਟੋਡੀ ਰਾਗ ਦੀ ਬਾਣੀ ਹੈ। ਪੰਜਵੇਂ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਬਖਸ਼ਿਸ਼ ਹੋਈ ਬਾਣੀ ਦੀ ਵਿਚਾਰ ਸਰਵਣ ਕਰਨ ਦਾ ਇਹ ਪਵਿੱਤਰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਰਸਨਾ ਗੁਣ ਗੋਪਾਲ ਨਿਰਦੇ ਗਾਇਣ। ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਿਉਂਕਿ ਹਰ ਇੰਦਰੀਏ ਦਾ ਆਪਣਾ ਕਰਮ ਹੈ। ਅੱਖਾਂ ਦੇਖ ਰਹੀਆਂ, ਪਰ ਦੇਖਣ ਦਾ ਫਰਕ ਆ। ਜੇ ਆਪਾਂ ਜਿਹੋ ਜਿਹਾ ਮਨ ਦਾ ਵਿਚਾਰ ਆ, ਅੱਖਾਂ ਦੀ ਦ੍ਰਿਸ਼ਟੀ ਉਹੋ ਜਿਹੀ ਬਣ ਜਾਂਦੀ ਹੈ। ਜੇ ਮਨ ਵਿੱਚ ਕੋਈ ਵਿਕਾਰੀ ਦ੍ਰਿਸ਼ਟੀ ਹੈ ਤੇ ਅਸੀਂ ਦੂਸਰੇ ਵੱਲ ਵਿਕਾਰ ਦ੍ਰਿਸ਼ਟੀ ਨਾਲ ਦੇਖਾਂਗੇ। ਜੇ ਮਨ 'ਚ ਈਰਖਾ ਹੈ, ਈਰਖਾ ਦੇ ਭਾਵਨਾ, ਜੇ ਨਫ਼ਰਤ ਹੈ ਫਿਰ ਉਸ ਤਰ੍ਹਾਂ ਹੀ ਨਫ਼ਰਤ ਨਾਲ ਭਰੇ ਹੋਏ, ਅਤੇ ਜੇ ਮਨ ਵਿੱਚ ਕ੍ਰੋਧ ਹੈ, ਲੋਭ ਹੈ, ਹੰਕਾਰ ਹੈ, ਅਤੇ ਉਹ ਦ੍ਰਿਸ਼ਟੀ ਵੀ ਉਸ ਤਰ੍ਹਾਂ ਦੀ ਕਰੂਰ ਬਣ ਜਾਂਦੀ ਹੈ। ਅਤੇ ਜਿਨ੍ਹਾਂ ਦੇ ਅੰਦਰ ਨਿਮਰਤਾ ਵਾਲਾ ਭਾਵ ਆ, ਸ਼ਰਧਾ ਵਾਲਾ, ਭਗਤੀ ਵਾਲਾ ਭਾਵ ਆ, ਗੁਰੂ ਮਹਾਰਾਜ ਦੇ ਭਰੋਸੇ ਵਿਸ਼ਵਾਸ ਵਾਲਾ ਭਾਵ ਹੈ, ਸਮ ਦ੍ਰਿਸ਼ਟੀ ਵਾਲਾ, ਏਕਤਾ ਵਾਲਾ ਭਾਵ ਆ, ਬ੍ਰਹਮ ਦ੍ਰਿਸ਼ਟੀ ਵਾਲਾ ਭਾਵ ਆ, ਉਹ ਜਿਹੜੇ ਗੁਰਮੁਖ ਆ, ਸ਼ੁੱਧ ਆਚਾਰ ਵਿਚਾਰ ਵਾਲਾ ਭਾਵ ਆ, ਉਹ ਨੇਤਰਾਂ ਨਾਲ ਦੇਖਦੇ ਆ। ਬਾਕੀ ਸੰਸਾਰ ਵੀ ਦੇਖਦਾ, ਉਹਨਾਂ ਦੇ ਦੇਖਣ ਦਾ ਫਰਕ ਆ, ਕਿਉਂਕਿ ਉਹ ਸਾਰਿਆਂ ਦੇ ਵਿੱਚ ਇਹ ਨੇਤਰ ਹੋ ਮੇਰੇ ਹੋ ਹਰ ਤੁਮੈ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਹੋ ਕੋਈ, ਨਦਰੀ ਹਰ ਨਿਹਾਲਿਆ। ਇਹ ਬਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਉਹਨਾਂ ਦੀ ਐਸੀ ਪਵਿੱਤਰ ਦ੍ਰਿਸ਼ਟੀ ਹੈ, ਕਿਸੇ ਵਾਸਤੇ ਮੰਦ ਭਾਵਨਾ ਨਹੀਂ। ਉਹ ਸਾਰਿਆਂ ਨੂੰ ਬ੍ਰਹਮ ਦ੍ਰਿਸ਼ਟੀ ਵਿੱਚ ਦੇਖਦੇ। ਜਿਹੜੇ ਐਸੇ ਲੋਕ ਆ, ਉਹਨਾਂ ਨੂੰ ਅਸੀਂ ਮਹਾਂਪੁਰਖ ਕਹਿੰਦੇ ਹਾਂ। ਸੰਤ ਕਹਿ ਦਿਓ, ਮਹਾਤਮਾ ਕਹਿ ਦਿਓ, ਬ੍ਰਹਮ ਗਿਆਨੀ ਕਹਿ ਦਿਓ, ਗੁਰਮੁਖ ਕਹਿ ਦਿਓ, ਜਿੰਨੇ ਵੀ ਸ੍ਰੇਸ਼ਟ ਸ਼ਬਦ ਉਹਨਾਂ ਨਾਲ ਜੁੜ ਜਾਂਦੇ, ਜਿਨ੍ਹਾਂ ਦੀ ਐਸੀ ਦ੍ਰਿਸ਼ਟੀ ਹੈ। ਔਰ ਜਿਹੜੇ ਫਿਰ ਐਸੇ ਵਿਆਪਕ ਸਰੂਪ ਵਿੱਚ ਦ੍ਰਿਸ਼ਟੀ ਐਸੀ ਬਣਾ ਲੈਂਦੇ ਹੈ, ਉਹ ਤਾਂ ਫਿਰ ਬਹੁਤ ਵੱਡੀ ਉੱਚੀ ਪਦਵੀ ਦੇ ਮਾਲਕ ਬਣ ਜਾਂਦੇ ਆ। ਉਹਨਾਂ ਦੀ ਦ੍ਰਿਸ਼ਟੀ 'ਚ ਬਰਕਤ ਵੀ ਬਹੁਤ ਆ ਜਾਂਦੀ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸ ਹੈ। ਦੇਖੋ, ਧੰਨ ਗੁਰੂ ਨਾਨਕ ਸਾਹਿਬ ਜ਼ਿਲ੍ਹੇ ਦੀਪਾਲਪੁਰ ਗਏ, ਕੋੜਾ ਸੀ, ਹਜ਼ੂਰ ਪਾਤਸ਼ਾਹ ਜੀ ਨੇ ਇਹ ਸ਼ਬਦ ਪੜ੍ਹਿਆ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਉਹਦਾ ਕੋੜ ਦੂਰ ਹੋ ਗਿਆ। ਔਰ ਸੱਜਣ ਠੱਗ ਲੈ ਲਓ, ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਵੇਖਿਆ ਹੋਏ ਸੰਤ। ਕਿਉਂਕਿ ਕਈਆਂ ਦੀ ਦ੍ਰਿਸ਼ਟੀ ਵਿੱਚ ਜ਼ਹਿਰ ਹੈ, ਕਰੂਰਤਾ ਭਰੀ ਹੋਈ ਹੈ, ਦੂਏ ਵਾਸਤੇ ਨਫ਼ਰਤ, ਈਰਖਾ, ਘਿਰਣਾ ਭਰੀ ਹੋਈ ਹੈ। ਪਰ ਜਿਹੜੇ ਉਹ ਮਹਾਂਪੁਰਖ ਆ, ਉਹਨਾਂ ਦੀ ਦ੍ਰਿਸ਼ਟੀ ਐਸੀ ਪਵਿੱਤਰ ਹੈ, ਉੱਥੇ ਜ਼ਹਿਰ ਨਹੀਂ ਰਹਿੰਦੀ, ਅੰਮ੍ਰਿਤ ਆ ਜਾਂਦਾ। ਜਿਹਦੇ ਵਿੱਚ ਵੀ ਦ੍ਰਿਸ਼ਟੀ ਪਾ ਦਿੰਦੇ, ਰੀਠੇ ਦੇ ਦ੍ਰਿਸ਼ਟੀ ਪਾ ਦਿੱਤੀ,
ਪਰ ਉਹ ਦ੍ਰਿਸ਼ਟੀ ਦੇ ਨਾਲ ਰੀਠਾ ਮਿੱਠਾ ਹੋ ਗਿਆ। ਹੁਣ ਵੀ ਸੰਗਤ ਜਾਂਦੀ ਉੱਥੋਂ ਪ੍ਰਸ਼ਾਦ ਲੈ ਕੇ ਆਉਂਦੀ ਹੈ। ਜੇ ਕਹੀਏ ਵੀ ਹਰੇਕ ਬੰਦਾ ਦੇਖ ਕੇ ਰੀਠੇ ਕੌੜੇ ਨੂੰ ਮਿੱਠਾ ਕਰਦਾ, ਇਹ ਤਾਂ ਬੜੀ ਨਾਮੁਮਕਿਨ ਗੱਲ ਆ ਨਾ। ਆਮ ਜਿਹੜਾ ਬੁੱਧੀਜੀਵੀ ਆ ਉਹ ਵੀ ਇਹ ਗੱਲ ਨਹੀਂ ਮੰਨੂਗਾ ਵੀ ਇਹ ਕਿਵੇਂ ਹੋ ਸਕਦਾ। ਪਰ ਜਿਨ੍ਹਾਂ ਦੀ ਦ੍ਰਿਸ਼ਟੀ ਜ਼ਹਿਰ ਆ, ਉਹ ਮਿਠਾਸ ਕਿੱਥੋਂ ਪੈਦਾ ਕਰ ਦੇਣਗੇ। ਪਰ ਮਹਾਰਾਜ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਆ। ਇਹ ਦ੍ਰਿਸ਼ਟੀ ਦਾ ਸਰੋਤ ਦਾ ਵੀ ਹੈ। ਜਿਹੋ ਜਿਹੇ ਮਨ 'ਚ ਭਾਵਨਾ, ਕਈ ਨਿੰਦਿਆ ਸੁਣ ਕੇ ਬਹੁਤ ਖੁਸ਼ ਹੁੰਦੇ ਆ, ਦੂਏ ਦਾ ਅਪਮਾਨ ਸੁਣ ਕੇ ਖੁਸ਼ ਹੁੰਦੇ ਆ, ਦੂਏ ਦੀ ਨਰਾਦਰੀ ਸੁਣ ਕੇ ਖੁਸ਼ ਹੁੰਦੇ ਆ, ਦੂਏ ਦੀ ਵਡਿਆਈ ਸੁਣ ਕੇ ਸਾੜਾ ਕਰਦੇ ਆ, ਦੂਏ ਦੀ ਤਰੱਕੀ ਸੁਣ ਕੇ ਮਨ 'ਚ ਬੜੀ ਜੈਲਸੀ, ਈਰਖਾ, ਨਫ਼ਰਤ, ਘਿਰਣਾ ਕਰਦੇ ਆ। ਅਤੇ ਕਈ ਪ੍ਰੇਮੀ ਆ, ਉਹ ਫਿਰ ਉਹਨਾਂ ਦਾ ਸੁਣਨ ਦਾ ਫਰਕ ਹੈ। ਕਈ ਲੋਕ ਗੰਦੇ ਗੀਤ ਸੁਣਦੇ ਆ ਔਰ ਉਹਨਾਂ ਦਾ ਹਿਸਾਬ ਕਿਤਾਬ ਵੀ ਐਸਾ ਹੈ। ਪਰ ਜਿਹੜੇ ਮਹਾਂਪੁਰਖ ਆ, ਉਹ ਗੁਰੂ ਦੀ ਬਾਣੀ ਪਾਠ ਰੂਪ 'ਚ, ਕੀਰਤਨ ਰੂਪ 'ਚ, ਕਥਾ ਰੂਪ ਵਿੱਚ ਉਹ ਗੁਰੂ ਦੀ ਉਪਮਾ, ਗੁਰੂ ਦੀ ਵਡਿਆਈ, ਗੁਰੂ ਦਾ ਜਸ, ਮਹਾਂਪੁਰਖਾਂ ਦੀ ਉਸਤਤ ਸੁਣਦੇ ਆ, ਉਹ ਖੁਸ਼ ਹੁੰਦੇ ਆ। ਇਹ ਸਰਵਣੋ ਮੇਰਿਓ ਸਾਚਾ ਸੁਣਨੇ ਨੂੰ ਪਠਾਏ, ਸਾਚਾ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਉਹ ਸੱਚੀ ਬਾਣੀ ਸੁਣਦੇ ਆ। ਕੰਨ ਤਾਂ ਸਾਰਿਆਂ ਨੂੰ ਮਿਲੇ ਹੋਏ ਆ, ਪਰ ਤੁਸੀਂ ਆਪੋ ਆਪਣੇ ਮਨਾਂ ਨਾਲ ਝਾਤ ਮਾਰ ਲਓ ਕਿ ਅਸੀਂ ਕੰਨਾਂ ਨਾਲ ਬਾਣੀ ਸੁਣਦੇ ਹਾਂ, ਗੁਰੂ ਦਾ ਜਸ ਸੁਣਦੇ ਹਾਂ। ਨਿੰਦਿਆ, ਚੁਗਲੀ, ਗੰਦੇ ਗੀਤ, ਇੱਧਰ ਕੰਨ ਜ਼ਿਆਦਾ ਦੌੜਦੇ ਆ। ਜੇ ਕੋਈ ਗੱਲਾਂ ਕਰ, ਇਹ ਕਿਹਦੀ ਗੱਲ ਕਰਦਾ, ਮੈਨੂੰ ਦੱਸ ਦੇ, ਫੋਨ ਆਇਆ, ਕਿਹਦਾ ਫੋਨ ਸੀ। ਬਿਨਾਂ ਮਤਲਬ ਤੋਂ ਕੰਨ ਕਿੱਧਰ ਜਾਂਦੇ ਆ। ਇਸੇ ਪ੍ਰਕਾਰ ਰਸਨਾ, ਆਮ ਜਿਹੜੇ ਲੋਕ ਆ ਉਹ ਰਸਨਾ ਦੇ ਨਾਲ ਨਿੰਦਿਆ, ਝੂਠ, ਕਿਸੇ ਨੂੰ ਝੂਠੀ ਤੋਹਮਤ ਲਾਉਣੀ, ਕਿਸੇ ਦੇ ਔਗਣ ਛਾਂਟੀ ਜਾਣੇ, ਕਿਸੇ ਦੀ ਇੱਜ਼ਤ ਜਿਹੜੀ ਆ ਛੱਜ 'ਚ ਪਾ ਕੇ ਛੱਟੀ ਜਾਣੀ। ਉਹ ਰਸਨਾ ਨੇ ਇਹੋ ਜਿਹੇ ਕੰਮ ਕਰਦੇ। ਰਸਨਾ ਨੂੰ ਇੱਕ ਬੇਲਚਾ ਹੀ ਬਣਾਇਆ ਹੋਇਆ, ਹਰ ਵੇਲੇ ਲੋਕਾਂ ਦਾ ਗੰਦ ਚੁੱਕੀ ਜਾਂਦੇ ਆ। ਪਰ ਜਿਹੜੇ ਗੁਰਮੁਖ ਪਿਆਰੇ ਆ, ਉਹ ਰਸਨਾ ਦੁਆਰਾ ਕੀ ਕਰਦੇ ਆ, ਨਾਮ ਜਪਦੇ ਆ, ਬਾਣੀ ਪੜ੍ਹਦੇ ਆ, ਸਤਸੰਗ ਦੇ ਬਚਨ ਕਰਦੇ ਆ, ਸ਼ਬਦ ਦਾ ਅਭਿਆਸ ਕਰਦੇ ਆ, ਗੁਰੂ ਦੀ ਉਸਤਤ ਕਰਦੇ ਆ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸਹੇਲਾ ਕਰ ਲਹਿ ਜੀਓ। ਉਹ ਰਸਨਾ ਨੂੰ, ਅਤੇ ਜਿਹੜੇ ਰਸਨਾ ਨੂੰ ਮਾੜੇ ਪਾਸੇ ਵਰਤਦੇ ਆ, ਮਹਾਰਾਜ ਕਹਿੰਦੇ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਬਾਣੀ ਤਾਂ ਇਹ ਕਹਿੰਦੀ ਹੈ। ਇਹ ਤਾਂ ਅਸੀਂ ਸਾਰੇ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਤੇ ਗੁਰੂ ਗ੍ਰੰਥ ਸਾਹਿਬ ਅਸੀਂ ਕੀ ਕਹਿੰਦੇ ਹਾਂ, ਸਾਡੀਆਂ ਇੰਦਰੀਆਂ ਕਿਹੜੇ ਪਾਸੇ ਜਾ ਰਹੀਆਂ, ਸਾਡਾ ਮਨ ਕਿਹੜੇ ਪਾਸੇ ਲੱਗਿਆ ਹੋਇਆ, ਸਾਡੀ ਬੁੱਧੀ ਕਿਹੜੇ ਪਾਸੇ ਲੱਗੀ ਹੋਈ ਹੈ। ਇਸ ਪ੍ਰਕਾਰ ਜਿਹੜੇ ਹੱਥ ਹਨ, ਇਹ ਹੱਥ ਤਾਂ ਦਿੱਤੇ ਸੀ ਸੇਵਾ ਵਾਸਤੇ, ਇਹਨਾਂ ਚੋਰੀ ਕਰਦਾ ਹੈ, ਗੁਰਦੁਆਰਿਆਂ 'ਚ ਆਉਂਦਾ ਹੈ, ਗੁਰਪੁਰਬਾਂ 'ਤੇ ਆਉਂਦਾ ਹੈ, ਕਿਸੇ ਦਾ ਬੈਗ ਚੁੱਕ ਲਿਆ, ਕਿਸੇ ਦਾ ਮੋਬਾਈਲ ਕੱਢ ਲਿਆ, ਕਿਸੇ ਦਾ ਜੋੜਾ ਚੱਕ ਕੇ ਲੈ ਗਿਆ। ਇਹ ਹੱਥ ਇਸ ਕੰਮ ਲਈ ਤਾਂ ਦਿੱਤੇ ਨਹੀਂ ਸੀ। ਹੱਥ ਤਾਂ ਦਿੱਤੇ ਸੀ ਸੇਵਾ ਵਾਸਤੇ, ਔਰ ਹੱਥ ਜਿਹੜੇ ਸੀ ਧ੍ਰਿਗ ਸੇਵਾ ਬਿਨ ਹੱਥ ਪੈਰ ਹੋਰ ਨਿਰਫਲ ਸਭ ਕਰਨੀ ਕਿਹਾ ਸੀ। ਪੈਰਾਂ ਨਾਲ ਕੋ ਮਾਰਗ ਜਾਂਦਾ ਹੈ, ਪੈਰਾਂ ਨਾਲ ਚੋਰਾਂ ਵੱਲ ਜਾਂਦਾ ਹੈ, ਜੂਏ ਖੇਲਣ ਵੱਲ ਜਾਂਦਾ ਹੈ, ਗੰਦੀਆਂ ਫਿਲਮਾਂ ਦੇਖਣ ਵੱਲ ਜਾਂਦਾ ਹੈ। ਜਿੱਥੇ ਨਕਲਾਂ ਰਾਸ ਮੁਜਰੇ ਹੁੰਦੇ ਆ, ਉੱਧਰ ਦੌੜ ਦੌੜ ਭੱਜ ਭੱਜ ਜਾਂਦਾ ਹੈ। ਅਤੇ ਸੰਗਤ ਵੱਲ ਜਾਂਦਿਆਂ ਤਾਂ ਪੈਰਾਂ ਨੂੰ ਸਮਝੋ ਬੇੜੀਆਂ ਲੱਗ ਜਾਂਦੀਆਂ, ਉੱਧਰ ਤੁਰਨ ਵਾਸਤੇ ਤਿਆਰ ਨਹੀਂ। ਅਤੇ ਮਹਾਰਾਜ ਤਾਂ ਕਹਿੰਦੇ ਆ ਚਰਨ ਸਫਲ ਪ੍ਰਦਖਣਾ ਕਰਕੇ। ਇਹ ਚਰਨ ਤਾਂ ਸਫਲ ਹੋਣਗੇ ਜੇ ਗੁਰੂ ਦੀ ਪਰਿਕਰਮਾ ਕਰੇਗਾ।
ਮਹਾਰਾਜ ਦੇ ਚਰਨਾਂ 'ਚ ਇੱਕ ਕਦਮ ਮਹਾਂਪੁਰਖਾਂ ਵੱਲ ਚੱਲ ਕੇ ਜਾਏ, ਸਮੇਤ ਜੱਗ ਦੇ ਬਰਾਬਰ ਕਿਹਾ ਹੈ। ਹੁਣ ਮਹਾਂਪੁਰਖ ਵਾਲਮੀਕ ਪਾਂਡਵਾਂ ਨੇ ਪੜਾਰਾ ਸੀ, ਟੱਲ ਬੰਨਿਆ ਹੋਇਆ ਸੀ, ਬੜਾ ਯੱਗ ਹੋਇਆ, ਕੋਈ ਆਵਾਜ਼ ਨਾ ਆਈ। ਕਹਿੰਦੇ ਤੁਹਾਡੇ ਨੇੜੇ ਇੱਕ ਮਹਾਂਪੁਰਖ ਵਾਲਮੀਕ ਆ, ਉਹਨਾਂ ਨੂੰ ਬੁਲਾਇਆ ਨਹੀਂ ਗਿਆ। ਪੰਜੇ ਪਾਂਡਵ ਗਏ ਅਤੇ ਮਹਾਰਾਜ ਚਰਨ ਪਾਓ। ਕਹਿੰਦੇ 100 ਅਸਮੇਧ ਜੱਗ ਦਾ ਫਲ ਦੇਣਾ ਪਏਗਾ। ਉਹ ਕਹਿੰਦੇ ਅਸੀਂ ਤਾਂ ਇੱਕ ਲੱਗੇ ਕਰਨ, 100 ਦਾ ਕਿੱਥੋਂ ਸੰਤ ਜੀ ਦੇਈਏ। ਫਿਰ ਮਾਤਾ ਦ੍ਰੋਪਦੀ ਗਈ, ਕਿਉਂਕਿ ਇਹਨਾਂ ਨਾਲ ਕ੍ਰਿਸ਼ਨ ਮਹਾਰਾਜ ਦੀ ਰਿਸ਼ਤੇਦਾਰੀ ਵੀ ਸੀ, ਉਹਨਾਂ ਦੀ ਭੂਆ ਦੀ ਪੁੱਤ ਸੀ, ਅਤੇ ਗੁਰੂਕੁਲ ਦਰਬਾਸ਼ਾ ਕੋ ਵਿਦਿਆ ਵੀ ਇਕੱਠੇ ਹੀ ਪੜ੍ਹੇ ਆ। ਉਦੋਂ ਗੁਰੂਕੁਲਾਂ ਹੁੰਦੀਆਂ ਸੀ ਆਪਣੇ ਦੇਸ਼ ਵਿੱਚ, ਮਹਾਂਪੁਰਖਾਂ ਦੇ ਅਸਥਾਨ ਜਿੱਥੇ ਗਿਆਨ ਸਾਰਾ ਦਿੱਤਾ ਜਾਂਦਾ ਸੀ। ਸੋ ਸਾਧ ਸੰਗਤ ਜੀ ਕਹਿਣ ਲੱਗੇ ਮਹਾਰਾਜ ਚਰਨ ਪਾਓ। ਕਹਿੰਦੇ ਮੈਂ ਤਾਂ ਨਾ ਕੀਤੀ ਨਹੀਂ, ਤੁਹਾਡੇ ਬੰਦਿਆਂ ਨੂੰ ਇਹ ਬਚਨ ਕਿਹਾ ਸੀ। ਕਹਿੰਦੇ ਮੇਰੇ ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਹੈ, ਜਿਹੜੇ ਮਹਾਂਪੁਰਖਾਂ ਵੱਲ ਜਾਈਏ ਇੱਕ ਕਦਮ ਦਾ ਫਲ ਇੱਕ ਸਮੇਧ ਜੱਗ ਦੇ ਬਰਾਬਰ ਹੈ। ਤੁਸੀਂ ਸੰਤ ਜੀ ਜਿੰਨੇ ਰੱਖਣੇ ਰੱਖ ਲਓ, ਬਾਕੀ ਮੈਨੂੰ ਮੋੜ ਦਿਓ। ਉਹ ਵਿਦਵਾਨ ਸੀ ਨਾ, ਕਮੰਡਲ ਚੱਕ ਕੇ ਤੁਰ ਪਿਆ ਪੜਾਰੇ 'ਚ। ਸਾਖੀ ਦਾ ਲੰਮੀ ਹੈ, ਅੱਜ ਆਪਣਾ ਸਾਰਾ ਵਿਚਾਰ ਤੇ ਗੁਰੂ ਨਾਨਕ ਸਾਹਿਬ ਦੀ ਕਥਾ ਵੱਲ ਹੈ। ਦੱਸਣ ਦਾ ਭਾਵ ਸੀ ਕਿ ਕਦਮਾਂ ਦੀ ਬਰਕਤ ਅੱਗੇ ਫਿਰ ਮਨ ਆ ਜਾਓ। ਇਹ ਮਨ ਜਿਹੜਾ ਹੈ ਆਪੋ ਆਪਣੇ ਵੱਲ ਸੋਚੋ ਕਿ ਦਿਹਾੜੀ ਵਿੱਚ ਇਹ ਕੀ ਕਰਦਾ ਹੈ। ਇਹ ਮਨ ਕਰਮਾਂ, ਇਹ ਮਨ ਧਰਮਾਂ, ਇਹ ਮਨ ਪੰਚ ਤਤ ਤੇ ਜਨਮਾਂ, ਇਹ ਮਨ ਲੈ ਜਾਓ ਤੋ ਉਨ ਮਨ ਰਹਿ, ਤਾਂ ਤੀਨ ਲੋਕ ਕੀ ਬਾਤਾਂ ਕਹਿ। ਇਹਦੇ ਅੰਦਰ ਕਿੰਨੇ ਕੁ ਸੰਕਲਪ ਆ। ਇਹ ਸ਼ੇਖ ਚਲੀ ਵਾਂਗ ਕਿੰਨੇ ਤਰ੍ਹਾਂ ਦੇ ਫੁਰਨੇ ਕਰਦਾ ਹੈ, ਅਤੇ ਨੀਂਦ ਵੀ ਆਰਾਮ ਦੀ ਨਹੀਂ ਲੈਣ ਦਿੰਦਾ। ਐਸੇ ਭੈੜੇ ਸੁਪਨੇ ਆਉਂਦੇ ਨੇ, ਉਹਨਾਂ 'ਚ ਵੀ ਇਹ ਪਰੇਸ਼ਾਨ ਕਰਦਾ ਹੈ ਬੰਦਿਆਂ ਨੂੰ। ਪਰ ਇਹ ਜਿਹੜਾ ਮਨ ਸੀ ਇਹ ਕਾਹਦੇ ਵਾਸਤੇ? ਮਹਾਰਾਜ ਕਹਿੰਦੇ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇੱਕ ਆਨੰਦ ਸਾਹਿਬ ਵਿੱਚੋਂ ਲੈ ਲਓ ਅਤੇ ਸਾਰਾ ਹੀ ਬਗਤਾਰ ਮਿਲਣਾ ਸ਼ੁਰੂ ਹੋ ਜਾਂਦਾ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ। ਫਿਰ ਜਿਹੜੀ ਸਾਡੀ ਬੁੱਧੀ ਹੈ ਉਹ ਦੇਖ ਲਓ ਕਿੰਨੀਆਂ ਗਲਤ ਗੱਲਾਂ ਰਿਕਾਰਡ ਕਰਕੇ ਬੈਠੀ ਹੈ, ਧਾਰੀ ਬੈਠੀ ਹੈ। ਅੰਦਰ ਐਡੀ ਵੱਡੀ ਇੰਟਰਨੈਟ ਹੈ ਜਿਹਦਾ ਕੋਈ ਹਿਸਾਬ ਹੀ ਨਹੀਂ, ਇੰਨਾ ਕੂੜਾ ਕਬਾੜਾ ਇਕੱਠਾ ਕੀਤਾ ਹੋਇਆ। ਇਹ ਜਿਹੜਾ ਮਨ ਸੀ ਇਹ 'ਚੋਂ ਨਫ਼ਰਤ ਗਾਉਣੀ ਸੀ, ਘਿਰਨਾ ਗਾਉਣੀ ਸੀ, ਈਰਖਾ ਕੱਢਣੀ ਸੀ, ਪੰਜੇ ਵਿਕਾਰਾਂ ਦਾ ਨਾਸ ਕਰਨਾ ਸੀ। ਇਹਦੇ ਅੰਦਰ ਕਰਨਾ ਮੈਤਰੀ, ਮੁਦਤਾ, ਅਪੇਖਿਆ, ਔਰ ਇਹਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਵਿਵੇਕ, ਇਹ ਗੁਣ ਪੈਦਾ ਕਰਨੇ ਸੀ। ਉਸ ਪਾਸੇ ਤਾਂ ਧਿਆਨ ਹੀ ਨਹੀਂ ਗਿਆ। ਹਰ ਵੇਲੇ ਲੋਕਾਂ ਦਾ ਬੁਰਾ ਹੀ ਸੋਚਦਾ ਰਿਹਾ। ਬੁੱਧੀ ਜਿਹੜੀ ਸੀ ਉਹ ਗਲਤ ਗੱਲਾਂ ਹੀ ਗ੍ਰਹਿਣ ਕਰਦੀ ਗਈ। ਕਈ ਵਾਰੀ ਇੰਨੀਆਂ ਗਲਤ ਗੱਲਾਂ ਅੰਦਰ ਇਕੱਠੀਆਂ ਕਰ ਲੈਂਦਾ, ਇਨਸਾਨ ਪਾਗਲ ਹੋ ਜਾਂਦਾ, ਡਿਪਰੈਸ਼ਨ ਵਿੱਚ ਚਲੇ ਜਾਂਦਾ। ਉਹ ਦਿਮਾਗ ਦੇ ਅੰਦਰ ਐਸੀ ਚੀਜ਼ ਬਹਿ ਜਾਂਦੀ, ਉਹ ਭਰਮ ਕੱਢਣਾ ਹੀ ਔਖਾ ਹੋ ਜਾਂਦਾ। ਡਾਕਟਰ ਵੀ ਬੇਵੱਸ਼ ਹੋ ਜਾਂਦੇ ਆ। ਫਿਰ ਉਹ ਨੀਂਦ ਵਾਲੀਆਂ ਗੋਲੀਆਂ ਦਿੰਦੇ ਆ ਵੀ ਜ਼ਿਆਦਾ ਸੌਊਗਾ, ਫੁਰਨੇ ਘਟਣਗੇ, ਫਿਰ ਇਹਨੂੰ ਸ਼ਾਂਤੀ ਆਊਗੀ, ਹੋਰ ਤਾਂ ਇਲਾਜ ਨਹੀਂ। ਪਰ ਮਹਾਰਾਜ ਨੇ ਕਿਹਾ ਇਹ ਜਿੰਨੀਆਂ ਵੀ ਇੰਦਰੀਆਂ ਆ ਇਹਨਾਂ ਸਾਰੀਆਂ 'ਤੇ ਕਾਬੂ ਪਾਉਣਾ ਹੈ। ਇਕੱਲੇ ਇੰਦਰੀਏ ਵਾਸਤੇ ਵੀ ਕਿਹਾ। ਅੱਖਾਂ ਦਾ ਕੀ ਕੰਮ ਆ? ਇਹ ਨੇਤਰ ਤਾਂ ਮਿਲੇ ਆ ਨਾ ਗੁਰੂ ਦੇ ਦਰਸ਼ਨ ਵਾਸਤੇ। ਇਹ ਕੰਨ ਮਿਲੇ ਆ ਬਾਣੀ ਸੁਣ ਲਈ। ਰਸਨਾ ਕਾਹਦੇ ਲਈ ਮਿਲੀ ਹੈ? ਨਾਮ ਜਪਣ ਵਾਸਤੇ, ਸਿਮਰਨ ਵਾਸਤੇ, ਬਾਣੀ ਪੜ੍ਹਨ ਵਾਸਤੇ, ਕਥਾ ਕੀਰਤਨ ਕਰਨ ਵਾਸਤੇ। ਇਹ ਸਾਰੇ ਸਰੀਰ ਇੰਦਰੀਆਂ ਦਾ ਅੱਜ ਦਾ ਜਿਹੜਾ ਸ਼ਬਦ ਹੈ ਉਹਦੇ ਵਿੱਚ ਇਹ ਰਸਨਾ ਦੁਆਰਾ ਹੀ ਸਾਰੀ ਵਿਚਾਰ ਦੱਸ ਰਹੇ ਹਨ। ਆਪਾਂ ਆਪਣੇ ਪ੍ਰਕਰਣ ਵੱਲ ਆ ਰਹੇ ਹਾਂ। ਮਹਾਰਾਜ ਕਹਿੰਦੇ ਆ ਕਿ ਰਸਨਾ ਗੁਣ ਗੋਪਾਲ ਨਿਧ ਗਾਇਣ। ਰਸਨਾ ਦੁਆਰਾ ਕੀ ਕਰਨਾ? ਕਿਉਂ ਰਸਨਾ ਦੇ 4 ਦੋਸ਼ ਆ।
ਨਿੰਦਿਆ, ਝੂਠ, ਫਿੱਕਾ ਬੋਲਣਾ, ਕੌੜਾ ਬੋਲਣਾ, ਮਨ ਦੇ ਈਰਖਾ, ਘਿਰਣਾ, ਨਫ਼ਰਤ, ਔਰ ਸਰੀਰ ਦੇ ਚੋਰੀ ਹੈ, ਜਾਰੀ ਹੈ, ਕੁਮਾਰਗ ਜਾਣਾ। ਇਹ 10 ਦੋਸ਼ ਹੈ। 10 ਦੋਸ਼, ਇਹ 10 ਦੋਸ਼ ਤਿਆਗਣੇ ਆ। ਅਤੇ ਦੂਆਂ ਬਾਰੇ ਮੈਂ ਬੇਨਤੀ ਕੀਤੀ ਵੀ ਹੈ, ਕਰਨਾ ਦੂਏ 'ਤੇ ਬਾਲਕ 'ਤੇ, ਬੁੱਢੇ 'ਤੇ, ਰੋਗੀ 'ਤੇ, ਯਤੀਮ 'ਤੇ ਕਿਰਪਾ ਕਰਨੀ। ਅਤੇ ਅਸੀਂ ਠੁੱਡ ਮਾਰਦੇ ਹਾਂ, ਡਿੱਗੇ ਨੂੰ ਹੋਰ ਥੱਲੇ ਸੁੱਟਦੇ ਹਾਂ। ਮੈਤਰੀ ਹਰੇਕ ਨਾਲ ਮਿੱਤਰ ਭਾਵ, ਔਰ ਅਪੇਖਿਆ, ਲੋੜ ਅਨੁਸਾਰ ਵਰਤਣਾ। ਵਾਧੂ ਚੀਜ਼ ਜਿਹੜੀ ਆ ਉਹ ਗਰੀਬਾਂ ਦੀ ਹਮਦਰਦੀ, ਉਹਨਾਂ ਵਾਸਤੇ ਵਰਤਣੀ। ਔਰ ਮੁੱਦਤਾ, ਦੂਏ ਦਾ ਜਸ ਦੇਖ ਕੇ ਪ੍ਰਫੁੱਲਤ ਹੋਣਾ। ਔਰ ਪ੍ਰਗਿਆ, ਹਰ ਵੇਲੇ ਚੰਗੀ ਧਾਰਨ ਵਾਲੀ ਬੁੱਧੀ ਪੈਦਾ ਕਰਨੀ। 5 ਤੈਅ ਹੋ ਗਏ, ਸਤ, ਸੰਤੋਖ, ਦਇਆ, ਧਰਮ, ਧੀਰਜ, ਵਿਵੇਕ ਆਦਿਕ। ਇਹ ਸ਼ੁਭ ਗੁਣ ਧਾਰਨ ਨੇ, ਇਹ ਔਗਣ ਤਿਆਗਣੇ। ਜਿਹੜਾ ਐਸਾ ਕਰਨ ਵਾਲਾ ਪੁਰਸ਼, ਉਹਦਾ ਨਾਮ ਹੈ ਖਾਲਸਾ। ਤਾਂ ਖਾਲਸ ਰਖਾਉਣ ਦੇ ਨਾਲ ਕੋਈ ਖਾਲਸਾ ਨਹੀਂ ਬਣ ਜਾਂਦਾ। ਖਾਲਸਾ ਖਾਸ ਕਹਾਵੈ ਸੋਈ, ਜਾ ਕੇ ਹਿਰਦੈ ਭਰਮ ਨ ਹੋਈ। ਭਰਮ ਭੇਖਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਖਾਲਸ, ਜਿਹਦੇ 'ਚ ਕੋਈ ਮੈਲ ਹੋਵੇ ਹੀ ਨਾ। ਨਿਰਮਲ ਕਹਿ ਦਿਓ, ਸ਼ੁੱਧ ਕਹਿ ਦਿਓ, ਪਵਿੱਤਰ ਕਹਿ ਦਿਓ। ਫਾਰਸੀ ਆਰਵੀ ਦਾ ਸ਼ਬਦ ਨਿਰਮਲ ਆਪਣਾ ਉਪਜਿਓ, ਗੁਰਮੁਖੀ ਦਾ ਸ਼ਬਦ ਹੈ, ਅਰਥ ਤਾਂ ਇੱਕੋ ਹੀ ਹਨ। ਇਸ ਵਾਸਤੇ ਜਿਹੜਾ ਇਹ ਮਹਾਰਾਜ ਨੇ ਪੰਥ ਰਚਿਆ ਸੀ, ਇਹਨੂੰ ਖਾਲਸਾ ਪੰਥ ਵੀ ਕਿਹਾ, ਨਿਰਮਲ ਪੰਥ ਵੀ ਕਿਹਾ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਪੰਥ ਬਹੁਤ ਸੀਗੇ, ਉਹਨਾਂ ਵਿੱਚ ਜਦੋਂ ਕਿਸੇ ਮਹਾਂਪੁਰਖ ਨੇ ਚਲਾਏ, ਉਦੋਂ ਤੋਂ ਪਵਿੱਤਰ ਹੀ ਹੋਵੇਗਾ। ਫਿਰ ਜਿਵੇਂ ਬੋਹੜ ਦਾ ਦਰਖਤ ਆ, ਕਈ ਵਾਰੀ ਉਹ ਦਾੜੀਆਂ ਦੇ ਉੱਤੇ ਟਾਹਣੇ ਬਣ ਜਾਂਦੇ ਆ, ਤਣੇ ਬਣ ਜਾਂਦੇ, ਇਹ ਨਹੀਂ ਪਤਾ ਲੱਗਦਾ ਇਹਦਾ ਮੂਲ ਕਿਹੜਾ ਸੀ। ਉਹ ਜਿਲੇ ਕੋਈ ਧਰਮ ਪੁਰਾਣਾ ਹੁੰਦਾ ਜਾਂਦਾ, ਉਹਦੇ ਅੰਦਰ ਅਸਲੀਅਤ ਬੜੀ ਲੋਪ ਹੁੰਦੀ ਜਾਂਦੀ ਹੈ। ਬੁਰਾਈ ਜਿਹੜੀ ਹੈ ਉਹ ਬੜੀ ਵੱਧਦੀ ਤੁਰੀ ਜਾਂਦੀ ਹੈ। ਅਸਲੀਅਤ ਤੋਂ ਲੋਕ ਬੜਾ ਦੂਰ ਚਲੇ ਜਾਂਦੇ ਆ। ਕਾਜੀ ਕੂੜ ਬੋਲ ਵੇ ਖਾਏ, ਪੰਡਤ ਨਹਾਵੇ ਜੀਆਂ ਕਾਏ। ਜੋਗੀ ਜੋਗਤ ਨ ਜਾਣੇ ਅੰਧ, ਤਿੰਨੇ ਅਜਾੜੇ ਕਾ ਬੰਧ ਗਿਆ। ਜਿਹੜੇ ਜੋਗੀ ਸੀ ਉਹ ਉਸ ਪਾਸੋਂ ਹਿੱਲ ਗਏ। ਕੁਝ ਕਰਾਮਾਤਾਂ ਕਰਕੇ, ਦਿਖਾਵਾ ਕਰਕੇ, ਪ੍ਰਪੰਚੀ ਲੀਲਾ ਕਰਨ ਲੱਗ ਪਏ, ਬਾਜੀਗਰੀ ਵਿਦਿਆ ਬਣਾ ਲਈ। ਕਾਜੀ ਝੂਠ ਬੋਲ ਕੇ ਕਿਸੇ ਦਾ ਨਿਆਂ ਇਨਸਾਫ ਸਹੀ ਨਹੀਂ ਸੀ ਕਰਦੇ। ਉਹ ਜਿਸ ਤਰ੍ਹਾਂ ਕਿਸੇ ਆਪਣੇ ਤੇਲੀ ਦੇ ਬੈਲ ਨੇ ਕਾਜੀ ਦੇ ਬਲਦ ਨੂੰ ਮਾਰਿਆ। ਉਹ ਪਹਿਲਾਂ ਆ ਗਿਆ, ਮਹਾਰਾਜ ਜੇ ਬੈਲ ਨੂੰ ਮਾਰੇ ਉਹਦਾ ਕੀ ਨਿਆਂ? ਕਹਿੰਦੇ ਇਹਦਾ ਕੀ ਹੈ, ਪਸ਼ੂ ਨੂੰ ਕਿਹੜਾ ਸਿਖਾਇਆ। ਜਦ ਨੂੰ ਕਾਜੀ ਦਾ ਮੁੰਡਾ ਆ ਗਿਆ, ਆਪਣੇ ਬੈਲ ਨੂੰ ਕਾਜੀ ਦੇ ਬੈਲ ਨਾਲ ਮਾਰਿਆ। ਕਹਿੰਦੇ ਬੁਲਾਓ, ਲਿਆਓ ਲਾਲ ਕਿਤਾਬ ਲੂਣ ਦੀ, ਜਿਹੜੀ ਕਾਨੂੰਨ ਦੀ ਕਿਤਾਬ। ਚਾਰਕ ਵਰਕੇ ਜੇ ਫੋਲੇ, ਕਹਿਣ ਲੱਗਾ ਕਾਜੀ ਬਲਦ ਪੜ੍ਹਾਇਆ ਕਿਉਂ? ਖਲ ਖਲਾਏ ਕੀਆ ਮਸਟੰਡ, ਬੈਲ ਕਾ ਬੈਲ 30 ਪ੍ਰੈ ਡੰਡ। ਲਾਲ ਕਿਤਾਬ ਆਖਿਆ ਇਉਂ, ਕਾਜੀ ਬਲਦ ਪੜ੍ਹਾਇਆ ਕਿਉਂ? ਕਹਿੰਦੇ ਜਿਹੜੀ ਲਾਲ ਕਿਤਾਬ ਕਾਨੂੰਨ ਦੀ ਉਹ ਕਹਿ ਰਹੀ ਹੈ ਕਾਜੀ ਨੇ ਬੈਲ ਨੂੰ ਕਿਉਂ ਸਿਖਾ ਲਿਆ? ਇਹਨੂੰ ਖਲ ਖਲਾ ਕੇ ਮਸਟੰਡਾ ਬਣਾ ਦਿੱਤਾ। ਬੈਲ ਦਾ ਬੈਲ 30 ਰੁਪਏ ਡੰਡ, ਅਤੇ ਬੈਲ ਦਾ ਬੈਲ ਮਿਲੇ ਤੇ 30 ਰੁਪਏ ਡੰਡ। ਅਤੇ ਅੱਜ ਸਾਡੇ ਦੇਸ਼ ਦਾ ਵਰਤਾਰਾ ਇਹ ਹੋਇਆ। ਆ ਦਿੱਲੀ ਜਾ ਕੇ ਕਿਸ ਤਰ੍ਹਾਂ ਜ਼ਿਮੀਂਦਾਰ ਲੋਕ, ਕਿਸ ਤਰ੍ਹਾਂ ਉਹਨਾਂ 'ਤੇ ਅਤਿਆਚਾਰ ਠੰਡ ਦੇ ਵਿੱਚ। ਪਰ ਜਦੋਂ ਕਿਸੇ ਦੇ ਹੱਥ ਸੱਤਾ ਆ ਜਾਂਦੀ ਹੈ ਤੇ ਰਾਜੇ ਪਾਪ ਕਮਾਉਂਦੇ, ਉਲਟੀ ਬਾੜ ਖੇਤ ਕੋ ਖਾਈ। ਗੁਰੂ ਸਾਹਿਬ ਨੇ ਵੀ ਆਵਾਜ਼ ਉਠਾਈ ਸੀ ਨਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲੋਂ ਧਾਇਆ,
ਜੋਰੀ ਮੰਗਾ ਦਾਨ ਵੇਲਾ। ਅੱਗੇ ਤਾਂ ਇਹ ਸੀ ਮੁਗਲ ਆਏ ਅਤਿਆਚਾਰ ਕੀਤੇ, ਗੋਰੇ ਆਏ ਅਤਿਆਚਾਰ ਕੀਤੇ, ਕਿੰਨੀਆਂ ਕੁਰਬਾਨੀਆਂ ਹੋਈਆਂ ਵੀ ਦੇਸ਼ ਆਜ਼ਾਦ ਹੋਵੇ। ਦੇਸ਼ ਆਜ਼ਾਦ ਹੋਇਆ, ਉਹ ਕੁਝ ਹਾਲੇ ਫੇਰ ਵਾਪਰ ਰਿਹਾ ਹੈ। ਗੱਜ ਕੇ ਬੋਲੋ। ਦੇਸ਼ ਆਜ਼ਾਦ ਤੱਕ ਰਿਹਾ ਸੀ ਕਿ ਆਪਣਾ ਰਾਜ ਹੋਵੇਗਾ, ਲੋਕਾਂ ਨੂੰ ਸੁੱਖ ਸ਼ਾਂਤੀ ਮਿਲੇਗੀ, ਪਰ ਉਹ ਤਾਂ ਸਾਰਾ ਦੂਰ ਹੁੰਦਾ ਜਾ ਰਿਹਾ। ਜਿਹਦੇ ਹੱਥ ਸੱਤਾ ਆ ਜਾਂਦੀ ਹੈ ਉਹ ਸੱਤ ਨੂੰ ਭੁੱਲ ਜਾਂਦਾ ਹੈ। ਜੇ ਤਾਂ ਸੱਤ ਨੂੰ ਚੇਤੇ ਰੱਖੇ ਇਹ ਤਾਂ ਗੁਰੂ ਕੀ ਬਰਕਤ ਮਿਲਦੀ ਹੈ। ਅੱਜ ਅਸੀਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੂੰ ਕਿਉਂ ਚੇਤੇ ਕਰਦੇ ਹਾਂ? ਧਰਮ ਦਾ ਰਾਜ ਕਰਕੇ। ਬਿਕਰਮਾਜੀਤ ਨੂੰ ਚੇਤੇ ਕਰਦੇ ਹਾਂ, ਹੋਰ ਧਰਮੀ ਰਾਜਿਆਂ ਨੂੰ ਚੇਤੇ ਕਰਦੇ ਹਾਂ। ਉਹਨਾਂ ਨਾਲ ਕੋਈ ਆਪਣਾ ਮਾਸੀ ਦੇ ਪੁੱਤ ਨਹੀਂ, ਕੋਈ ਰਿਸ਼ਤਾ ਤਾਂ ਨਹੀਂ। ਰਿਸ਼ਤਾ ਤਾਂ ਉਹਨਾਂ ਦੇ ਇਨਸਾਫ ਦਾ ਹੈ, ਨਿਆਂ ਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜਿਸ ਵੇਲੇ ਆਏ ਉਦੋਂ ਰਾਜਨੀਤਿਕ ਦਸ਼ਾ ਕੀ ਸੀ, ਸਮਾਜਿਕ ਦਸ਼ਾ ਕੀ ਸੀ, ਧਾਰਮਿਕ ਦਸ਼ਾ ਕੀ ਸੀ। ਚਾਰ ਚੁਫੇਰੇ ਲੁੱਟ ਖਸੁੱਟ ਦਾ ਬੋਲਬਾਲਾ ਹੋਇਆ ਸੀ। ਧਰਮ ਦਾ ਮੁਖੌਟਾ ਪਾ ਕੇ ਕੀ ਕੁਕਰਮ ਕਰਦੇ ਸਨ ਰਾਜਨੀਤਿਕ ਲੋਕਾਂ ਦਾ, ਕਿਉਂਕਿ ਉਹ ਜਿਹੜੀ ਮਰਿਆਦਾ ਦੀ ਸ਼੍ਰੰਖਲਾ ਸੀ ਉਹ ਸਾਰੀ ਟੁੱਟ ਗਈ ਸੀ। ਇਹ ਸੰਸਾਰ ਸਾਰਾ ਉਸੇ ਦਾ ਹੈ, ਉਸੇ ਨੂੰ ਫਿਕਰ ਹੈ। ਰਾਜਾ ਜਿਹੜਾ ਉਹ ਖੇਤ ਦੀ ਬਾੜ ਹੁੰਦਾ ਹੈ, ਜੇ ਬਾੜ ਹੀ ਖਾਣ ਲੱਗ ਪਵੇ ਤੇ ਫਿਰ ਰਾਖਾ ਕੌਣ ਹੋਏਗਾ? ਫਿਰ ਇਹਦਾ ਮਾਲਕ ਜਿਹੜਾ ਪਰਮੇਸ਼ਰ ਆ, ਉਹ ਜਦੋਂ ਪ੍ਰਜਾ ਦੇ ਉੱਤੇ ਇਹੋ ਜਿਹਾ ਹਾਲਾਤ ਹੁੰਦਾ, ਉਹ ਕਈ ਵਾਰੀ ਫਿਰ ਨਿਰਗੁਣ ਤੋਂ ਸਰਗੁਣ ਸਰੂਪ ਧਾਰ ਕੇ ਆਉਂਦੇ ਆ। ਕਲਮਲ ਹੋਈ ਮੇਦਨੀ ਅਰਦਾਸ ਕਰੈ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਅਵਤਾਰ ਇਉਂ ਦਾ ਨਾ, ਇਹ ਪ੍ਰਜਾ ਦੀ ਆਵਾਜ਼ ਸੁਣ ਕੇ, ਤੇ ਪ੍ਰਜਾ ਵੀ ਕਈ ਵਾਰੀ ਆਪਣੇ ਪੱਖ ਤੋਂ ਤਿੜਕ ਜਾਂਦੀ ਹੈ। ਪ੍ਰਜਾ ਅੰਧੀ ਗਿਆਨ ਬਿਨ ਕੂੜ ਕਸਤ ਮੁਖੋਂ ਆਲਾਈ, ਵਰਤਿਆ ਪਾਪ ਸਭਸ ਜਗ ਮਾਹੀ। ਸੋ ਇਸ ਵਾਸਤੇ ਸਾਧ ਸੰਗਤ ਜੀ, ਇਹ ਯੁਗਾਂ ਯੁਗਾਂ ਦੇ ਵਿੱਚ ਅਵਤਾਰ ਆਉਂਦੇ ਆ। ਸਤਯੁਗ ਵਿੱਚ ਆਏ, ਤ੍ਰੇਤੇ 'ਚ ਆਏ, ਦੁਆਪਰ ਵਿੱਚ ਆਏ, ਕਲਯੁਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਵਾ, ਜਿੱਥੈ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੁਆ। ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮਤੇ ਜੈ ਕੋਆ, ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਬਸੋਆ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਇਹ ਅਵਤਾਰਾਂ ਦੀਆਂ ਕੁਝ ਮਹਾਂਪੁਰਖਾਂ ਨੇ ਭੂਮਿਕਾ ਲਿਖੀਆਂ। ਇੱਕ ਅੰਸਾ ਅਵਤਾਰ ਆ, ਜਿਸ ਤਰ੍ਹਾਂ ਧਰਮੀ ਰਾਜੇ ਅਬੇਸਾ ਅਵਤਾਰ ਆ, ਜਿਵੇਂ ਭਗਤ ਨਾਮਦੇਵ ਜੀ ਨੂੰ ਹੋਰ ਰੂਪ ਵਿੱਚ ਦਰਸ਼ਨ ਦਿੱਤੇ ਸੀ। ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ। ਇੱਕ ਨਿਤ ਅਵਤਾਰ ਆ, ਜਿਹੜੇ ਪੂਰਨ ਮਹਾਂਪੁਰਖ ਆ। ਇੱਕ ਨਿਮਿਤਿਆ, ਜਿਸ ਤਰ੍ਹਾਂ ਪ੍ਰਹਲਾਦ ਦੀ ਰੱਖਿਆ ਲਈ ਨਰਸਿੰਘ ਰੂਪ ਧਾਰਿਆ ਔਰ ਰਾਵਣ ਨੂੰ ਮਾਰਨ ਵਾਸਤੇ ਰਾਮਚੰਦਰ ਜੀ ਨੇ ਅਵਤਾਰ ਧਾਰਿਆ। ਇੱਕ ਪੂਰਨ ਅਵਤਾਰ ਆ, ਜਿਵੇਂ 16 ਕਲਾਂ ਕ੍ਰਿਸ਼ਨ ਜੀ ਨੂੰ ਮੰਨਦੇ ਆ। ਅਤੇ ਧੰਨ ਗੁਰੂ ਨਾਨਕ ਸਾਹਿਬ ਇਹ ਪੂਰਨ ਤਮ ਅਵਤਾਰ ਆ। ਇਸ ਭੂਮਿਕਾ ਦਾ ਨਾ ਪਿੱਛੇ ਹੋਇਆ, ਨਾ ਹੈ, ਨਾ ਗਾਂਹ ਹੋਏਗਾ। ਸੋ ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ, ਕਿਉਂਕਿ 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਲੈ ਠਾਕਰ ਚੜ੍ਹਿਆ। ਇੱਥੇ ਕਲਾ ਕੁਲਾ ਦੀ ਗਿਣਤੀ ਨਹੀਂ, ਇੱਥੇ ਤਾਂ ਅਨੰਤ ਕਲਾ ਦੀ ਗੱਲ ਹੈ। ਬਾਕੀ ਜਿੰਨੇ ਹੋਏ ਉਹ ਆਪੋ ਆਪਣੀ ਸੰਪਰਦਾ ਤੱਕ ਮਹਿਦੂਦ ਰਹੇ। ਧੰਨ ਗੁਰੂ ਨਾਨਕ ਪਾਤਸ਼ਾਹ ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ, ਨਾਨਕ ਸ਼ਾਹ ਫਕੀਰ, ਸਭ ਦਾ ਸਾਂਝਾ। ਸੋ ਇਸ ਕਰਕੇ ਸਾਧ ਸੰਗਤ ਜੀ,
उधर देखो बाबर ने हथियार फड़िया, इधर महाराज ने रबाब। तो जिले रबाब ना शब्द पढ़िया, उस वेले किहड़े किहड़े शब्द पढ़े सी? एक तो यह जैसी में आवे, दूजा खुरासान खसमाना किया, हिंदुस्तान डराया, आपे दोष न देई करता जमकर मुगल चढ़ाया, फिर जिन सिर सोहन पट्टियाँ मांगी पाए संधूर, से सिर काती मुनियन गल विच आवे धूड़। ये शब्द पढ़े ना, तो देख लो हिल गया बाबर। चक्कियां दी मशक्कत, मरदाना जी चक्की कहते नहीं तेरा काम है रवाब ना सुर छेड़। शब्द पढ़िया, जिले वो बरकत देखी तो वो एहलकारां ने दसिया चरना डिगया कि नहीं, ये पूर्णतम अवतार। सो इस वास्ते पंचम पातशाह कहते जे उन्होंने प्राप्त करना उसकी खुशी लैनी है, क्योंकि महाराज ये बार की धरती, ये साडे लीडरां दीयां गलतियां ना बंटवारा हो गया। इन्होंने भुख बहुत लग गई कि छेती छेती कुर्सी मिल जाए, तो जे सोचते भी जिथे अगे इन्ने चिर दे बैठे होल 10-20 साल रह लणगे कि असीं देश की वंड नहीं होण देनी, ये तो सोचा नहीं इन्होंने। और कहते शांति नाल राज ले लिया और देश का बंटवारा होया, इन्नी खून की नदी वगी है, इन्ना मेरा ख्याल महाभारत के युद्ध विच भी खून नहीं डुलिया होना जिन्ना इन्हां दी शांति ने डुलाया। घरों बकार खाना बदोश करते, धियां भैणां की इज्जत किवें मिट्टी च मिलाती। 550 तो उपर साढ़े इतिहासक स्थान उधर रह गए, जड़े लोकल है उन्होंने तो गिणती मिणती कोई नहीं। कई लोग उजड़े हुए हाले ती पैरों ते नहीं आए। इन्हों ने जरूर आज़ादी का आनंद लिया हो जिन्होंने चौधर मिल गई, पर गरीब जनता तो हाले ती धक्के खांदी फिरदी है। सो इस वास्ते बर्बादी इन्नी कराई, बनाया इन्होंने बंगाल का तो पंजाब का, कि वो पढ़े लिखे ज़्यादा ही सूरमे हैं, सारे हिंदुस्तान का तो बनाया ही नहीं। इन्हों के खंभ कुतरो ये उठन जोगे ना रहन। सो इस वास्ते इन्हों की ऐसी भैड़ी नीत सी जिहदे द्वारा इन्होंने साड़ी कौम नूं खत्म करने वास्ते कई इस तरह के मनसूबे रचते रहे, हुण भी रची जाते हैं। पर नहीं, ये जिहड़ा खालसा पंथ है इनू महाराज के हुक्म विच पैदा किया, क्योंकि ठाठ भव मैं जोर कर बचन कहा सिर न्याय, पंथ चले तब जगत में जब तुम करहो सहाय। क्योंकि खालसा प्रगट्यो परमात्म की मौज, खालसा अकाल पुरख की फौज है। इनू खत्म करने के मनसूबे यतन बहुतियां ने किए, पर कई दुनिया ते संपरदा चलियां, आकाश के टुटते तारे में पता ही नहीं लगा किधर गईयां। पर इन्हां दा ख्याल ऐसा होएगा, पर यह नहीं, ये खंडे की धार चो पैदा होया है। इस वास्ते इनू पैदा करने वास्ते धन गुरु अर्जन साहब, धन 9वें पातशाह, धन 10वें खालसे कितनियां शहीदियां हुईयां। ये तो जिन्ना बूटे नूं छांगो उन्ना प्रफुल्लित होंदा ना, ये खालसा उन्ना ही चढ़दी कला दे विच। सो इस वास्ते आ देख लो, किसान कहते हैं हुण कि बंदा बहादुर साडा नेता है, हुण सानू जमीनां दित्तियां, तो हुण दिल्ली वालियां दा नासां 'च दम कर दिता इन्हां ने, अन्नदाता उन्हां ते जुल्म करना शुरू कर दिता। अपना पेट भी दुए का भी भरते हैं, और फौजां 'च भी जाके तकरीबन यही भर्ती होंदे, पुलिस विच यही राष्ट्र वास्ते भी शहीदियां दिंदे हैं। पर सत्ता एक ऐसी चीज़ है, इंसान की मत मार दिंदी है। पर जिले फिर जनता जनार्दन हिल पैंदा तो खड़ना औखा भी बहुत, इस हड़ नूं रोकना भी बहुत औखा हुंदा ना। ये खालसा पंथ जिहड़ा इहदे विच ऐसी कला, ये तुहाडे पंजाब दियां ने सारा हिंदुस्तान जगा दिता। हुण तां जिहड़ा मसला पंजाब दा नहीं, ये सारे भारत दा बन गया। मजदूर की दुए ते जाग पै भी साडे नाल वाकई अत्याचार हो रहा, ये सानू बिल्कुल घसियारा बनाउणा चाहुंदे। सो इस करके महाराज सच्चे पातशाह ने जो सानू ये बरकत दिती है, ये पातशाह आप कृपा करके, ये बरकत कित्थों मिलती है,
ਇਹ ਨਾਮ ਜਪਣ 'ਚੋਂ ਮਿਲਦੀ ਹੈ, ਇਹ ਸਿਮਰਨ 'ਚੋਂ ਮਿਲਦੀ ਹੈ, ਇਹ ਖੰਡੇ ਬਾਟੇ ਦੇ ਅੰਮ੍ਰਿਤ ਵਿੱਚੋਂ ਮਿਲਦੀ ਹੈ, ਇਹ ਬਾਣੀ ਬਾਣੇ ਵਿੱਚੋਂ ਮਿਲਦੀ ਹੈ। ਇਹ ਸਾਡੇ 'ਚ ਕਮਜ਼ੋਰੀ ਆਈ ਅਤੇ ਹਰੇਕ ਬੰਦਾ ਇਸ ਪਾਸੇ ਤੁਰ ਪਿਆ। ਅਤੇ ਜੇ ਹੁਣ ਅਸੀਂ ਮਹਾਰਾਜ ਦੇ ਅਸੂਲਾਂ 'ਤੇ ਚੱਲੀਏ ਫਿਰ ਤਾਂ ਮਹਾਰਾਜ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਜੇ ਗਏ ਵਿਪਰਨ ਕੀ ਰੀਤ ਤਬ ਮੈਂ ਨਾ ਕਰੋ ਇਨ ਕੀ ਪ੍ਰਤੀਤ। ਇਸ ਕਰਕੇ ਗੁਰਮੁਖ ਪਿਆਰਿਓ, ਆਓ ਆਪਾਂ ਆਪਣੇ ਘਰ ਵੱਲ ਆਈਏ। ਆਪਾਂ ਗੁਆਂਢੀਆਂ ਦੀ ਨਕਲ ਕਰ ਕਰਕੇ ਆਪਣਾ ਅਸੂਲ ਛੱਡਤਾ, ਬਾਣੀ ਛੱਡਤੀ, ਬਾਣਾ ਛੱਡਤਾ, ਸਿੱਖੀ ਸਿਧਾਂਤ ਛੱਡ ਦਿੱਤੇ। ਜੇ ਆਪਾਂ ਇਹਨਾਂ 'ਤੇ ਪੂਰਾ ਪਹਿਰਾ ਦੇਵਾਂਗੇ, ਸੱਚੇ ਪਾਤਸ਼ਾਹ ਸਾਨੂੰ ਪੂਰੀ ਸ਼ਕਤੀ ਦੇਣਗੇ। ਸ਼ਕਤੀ ਮਿਲਣੀ ਆ ਭਗਤੀ ਵਿੱਚੋਂ, ਕਮਾਈ ਕਰਨੇ ਨਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਅਵਤਾਰ ਧਾਰਿਆ ਜਿਸ ਵੇਲੇ ਦੇ ਹਾਲਾਤ ਕੀ ਬਣੇ ਹੋਏ ਸੀ, ਔਰ ਜਿਹੜੀ ਧਰਤੀ ਕਿਵੇਂ ਫਰਿਆਦ ਕਰਦੀ ਸੀ। ਕਲਮਲ ਹੋਈ ਮੇਦਨੀ ਅਰਦਾਸ ਕਰੈ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਉਸ ਵੇਲੇ ਫਿਰ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਉਦੋਂ ਭੇਜਿਆ ਮਹਾਰਾਜ ਨੂੰ, ਅਤੇ ਆਏ ਕਾਹਦੇ ਲਈ? ਕਲ ਤਾਰਨ ਗੁਰੂ ਨਾਨਕ, ਕਲਯੁਗ ਵਿੱਚ। ਨਹੀਂ ਤਾਂ ਜਿਹੜੇ ਸਨਾਤਨੀਆਂ ਦੇ ਗ੍ਰੰਥ ਉਹ ਕਹਿੰਦੇ ਆ ਧੰਨਿਆ ਸਤੇ ਨਰਾ ਜੋ ਕਲੂ ਪਾਏ ਮ੍ਰਿਤਾ। ਕਹਿੰਦੇ ਉਹ ਪੁਰਸ਼ ਧੰਨ ਆ ਜਿਹੜੇ ਕਲਯੁਗ ਆਉਣ ਤੋਂ ਪਹਿਲੇ ਹੀ ਮਰ ਜਾਂਦੇ ਆ, ਵੀ ਕਲੰਕ ਨਾ ਲੱਗ ਜਾਏ। ਪਰ ਧੰਨ ਗੁਰੂ ਨਾਨਕ ਸਾਹਿਬ ਹਾਂਜੀ ਇਸ ਕਲਯੁਗ ਵਿੱਚ, ਇਸ ਕਾਲਖ ਦੇ ਯੁੱਗ ਵਿੱਚ ਆਪ ਤੇ ਇੰਨੇ ਪਵਿੱਤਰ, ਅਤੇ ਜਿਨ੍ਹਾਂ ਨੂੰ ਉਹਨਾਂ ਦੀ ਸ਼ਰਨ ਗ੍ਰਹਿਣ ਕੀਤੀ ਉਹਨਾਂ ਨੂੰ ਬਾਬੇ ਬੁੱਢੇ ਵਰਗੇ ਪਵਿੱਤਰ ਬਣਾ ਤਾ ਕਿ ਨਹੀਂ। ਅੱਜ ਤਾਈਂ ਕਿਸੇ ਪੈਗੰਬਰ ਦੀ ਗੱਦੀ ਨਹੀਂ ਚੱਲੀ, ਧੰਨ ਗੁਰੂ ਨਾਨਕ ਦੀ ਗੱਦੀ ਅਟੱਲ ਆ। ਗੁਰੂ ਗ੍ਰੰਥ ਖਾਲਸੇ ਵਿੱਚ ਬਰਕਤ ਰੱਖ ਗਿਆ। ਗੁਰੂ ਗ੍ਰੰਥ ਸਾਹਿਬ ਲਿਖਿਆ ਹੁੰਦਾ ਜੁਗੋ ਜੋਗਾ ਅਟੱਲ, ਗੱਜ ਕੇ ਬੋਲੋ। ਇਹ ਮਹਾਰਾਜ ਦੀ ਪੁਸ਼ਤ ਐਡੀ ਵੱਡੀ ਹੈ। ਸੋ ਇਸ ਕਰਕੇ 1469 ਈਸਵੀ 1526 ਬਿਕਰਮੀ ਸੰਮਤ ਕੱਤਕ ਦੀ ਪੁੰਨਿਆ ਸ਼੍ਰੀ ਮਹਿਤਾ ਕਲਿਆਣ ਚੰਦਰ ਜੀ ਧੰਨ ਧੰਨ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਰਾਏ ਭੋਜ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰਾ, ਅੱਜ ਹੁਣ ਨਨਕਾਣਾ ਸਾਹਿਬ ਜ਼ਿਲ੍ਹਾ ਬਣ ਗਿਆ, ਉੱਥੇ ਮਹਾਰਾਜ ਦਾ ਅਵਤਰਨ ਹੋਇਆ। ਅੱਜ ਹੁਣ ਜਿਹੜਾ ਆਪਾਂ ਗੁਰਪੁਰਬ ਮਨਾ ਰਹੇ ਹਾਂ 551 ਸਾਲ ਹੋ ਗਏ ਸਰਗੁਣ ਸਰੂਪ ਧਾਰਿਆ। ਵੈਸੇ ਤਾਂ ਮਹਾਰਾਜ ਸਦਾ ਹੀ ਹੈ, ਇਹ ਥੋੜ੍ਹੀ ਵੀ ਅਵਤਾਰ ਧਾਰਨ ਤੋਂ ਪਹਿਲਾਂ ਮਹਾਰਾਜ ਨਹੀਂ ਸੀ। ਮਹਾਰਾਜ ਤਾਂ ਹਮੇਸ਼ਾ ਹੀ ਆ। ਅਜਲ ਸੇ ਮੌਜੂਦ ਸੀ ਹਸਤੀ ਤੇਰੀ, ਅਜਲ ਸੇ ਮੌਜੂਦ ਸੀ ਹਸਤੀ ਮੇਰੀ। ਉਹ ਤਾਂ ਸਦਾ ਹੀ ਹੈ। ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਉਹ ਤਾਂ ਦੁਨੀਆ ਦੇ ਭਲੇ ਵਾਸਤੇ ਜਦੋਂ ਮਰਜ਼ੀ ਅਵਤਾਰ ਧਾਰ ਲੈਂਦੇ। ਕਈ ਕਹਿਣਗੇ ਵੀ ਬਾਬਾ ਨਾਨਕ ਕਦੋਂ ਆਉਣਗੇ? ਕਹਿੰਦੇ ਮੈਂ ਕਿਹਾ ਵੀ ਉਹਨੀ ਕਿਹੜੀ ਕਿਸੇ ਦੀ ਮਨਜ਼ੂਰੀ ਲੈਣੀ, ਭਾਵੇਂ ਹੁਣੇ ਆ ਜਾਣ। ਗੱਜ ਕੇ ਬੋਲੋ। ਜੇ ਤੁਹਾਡੇ ਅੰਦਰ ਸ਼ਰਧਾ ਹੋਵੇ, ਜਦੋਂ ਚੇਤੇ ਕਰੋ ਉਦੋਂ ਦਰਸ਼ਨ ਦੇ ਸਕਦੇ ਆ। ਐਟ ਏ ਟਾਈਮ ਜਿੰਨੇ ਵੀ ਚਾਹੁਣ ਉਨਿਆਂ ਨੂੰ ਵਿਆਪਕ ਸਰੂਪ ਹਨ। ਪਰ ਛਿੰਨ ਚੀਜ਼ ਤਾਂ ਇੱਕ ਦੇਸੀ ਹੁੰਦੀ ਹੈ, ਇੱਕ ਜਗ੍ਹਾ ਹੁੰਦੀ ਹੈ, ਵਜਨ ਤੋਲ ਗਿਣਤੀ ਮਿਣਤੀ 'ਚ ਹੁੰਦੀ ਹੈ। ਦੂਜੀ ਜਿਹੜੀ ਵਿਆਪਕ ਆ ਉਹ ਤਾਂ ਹਰ ਜਗ੍ਹਾ ਹੀ ਹੈ। ਹੁਣ ਕਹੀਏ ਵੀ ਆਕਾਸ਼ ਕਿੱਥੇ ਨਹੀਂ, ਹਰ ਜਗ੍ਹਾ ਹੀ ਹੈ। ਸੂਰਜ ਦਾ ਪ੍ਰਕਾਸ਼ ਵਿਆਪਕ ਸਰੂਪ ਹੈ। ਬਿਜਲੀ ਇੱਕ ਦੇਸ਼ ਵਿੱਚ ਹੈ, ਦੀਵੇ ਦੀ ਲਾਈਟ ਇੱਕ ਦੇਸ਼ ਵਿੱਚ ਹੈ, ਟਾਰਚ ਦੀ ਲਾਈਟ ਇੱਕ ਦੇਸ਼ ਵਿੱਚ ਹੈ। ਜਿਹੜਾ ਸੂਰਜ ਦੀ ਲਾਈਟ ਉਹ ਵਿਆਪਕ ਹੈ, ਅਤੇ ਜਿਹੜਾ ਪਰਮਾਤਮਾ ਇਹੋ ਜਿਹੇ ਗ੍ਰਹਿਾਂ ਨੂੰ ਪੈਦਾ ਕਰਨ ਵਾਲਾ ਉਹ ਕਿੰਨਾ ਕੁ ਵਿਆਪਕ ਹੋਏਗਾ। ਉਹਦੇ ਪ੍ਰਕਾਸ਼ ਕਰਕੇ ਤੇ ਸਾਰੇ ਪ੍ਰਕਾਸ਼ਮਾਨ ਹੋ ਰਹੇ हैं। तस्य भाषा सर्वमिदं भवति, उसी के प्रकाश में सारिਆਂ को प्रकाश मिल रहा है। उसी के प्रकाश से सारिਆਂ ਵਿੱਚ प्रकाश हो रहा है। सब में ज्योत ज्योत है सोए, तिसका चानन सब में चानन हो। ਉਹਦੇ ਪ੍ਰਕਾਸ਼ ਦੁਆਰਾ ਸਾਰੇ ਪ੍ਰਕਾਸ਼ ਹੋ ਰਿਹਾ। ਇਸ ਕਰਕੇ ਇਹ ਥੋੜ੍ਹੀ ਕਿ ਮਹਾਰਾਜ ਦਾ ਜਨਮ ਹੋਇਆ, ਜਾਂ ਤਾਂ ਮਹਾਰਾਜ ਦਾ ਪ੍ਰਕਾਸ਼ ਹੋਇਆ, ਜਾਂ ਮਹਾਰਾਜ ਪ੍ਰਗਟ ਹੋਏ। ਜੰਮਣਾ ਮਰਨਾ ਤਾਂ ਅਗਿਆਨੀ ਜੀਵਾਂ ਦਾ ਹੈ। ਸਤਿਗੁਰ ਜਿਹੜੇ ਹਨ ਜਨਮ ਮਰਨ ਤੇ ਰਹਿਤ ਨਾਰਾਇਣ, ਭੂਲੇ ਨਰ ਕਰਤ ਕਚਰਾਇਣ। ਇਹ ਭੁੱਲੇ ਲੋਕ ਕੱਚੀਆਂ ਗੱਲਾਂ ਕਰਦੇ ਆ, ਉਹ ਤਾਂ ਜਨਮ ਮਰਨ ਤੋਂ ਰਹਿਤ ਆ।
ਉਹ ਆਪਣੀ ਇੱਛਾ ਦੁਆਰਾ ਪ੍ਰਗਟ ਹੁੰਦੇ ਹਨ ਸੰਸਾਰ ਦੇ ਭਲੇ ਵਾਸਤੇ। ਇਸ ਵਾਸਤੇ ਸਾਧ ਸੰਗਤ ਜੀ, ਇਹ ਮਹਾਰਾਜ ਦਾ ਅਵਤਾਰ ਉਸ ਧਰਤੀ 'ਚ ਹੋਇਆ। ਹੁਣ ਉਹਦਾ ਨਾਂ ਅੱਜ ਹੈ ਨਨਕਾਣਾ ਸਾਹਿਬ। ਨਾ ਤਾਂ ਅਸੀਂ ਰਾਏ ਭੋਜ ਦੀ ਤਲਵੰਡੀ ਭੱਟੀ ਗੋਦਾ ਰਾਜਪੂਤ ਜਿਹੜਾ ਰਾਜਾ ਸੀ ਉਹਨੂੰ ਇਸਲਾਮ ਮਤ ਕਬੂਲ ਕਰ ਲਿਆ। ਉਸ ਵੇਲੇ ਸ਼੍ਰੀ ਰਾਏ ਬੁਲਾਰ ਜੀ ਸੀਗੇ ਮਹਾਰਾਜ ਦੇ ਸਮੇਂ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਪਟਵਾਰੀ ਸੀ। ਭਾਈਆ ਜੈ ਰਾਮ ਇੱਥੇ ਦੌਲਤ ਖਾਨ ਲੋਧੀ ਦੇ ਅਤੇ ਮਹਾਰਾਜ ਦੇ ਸੰਬੰਧੀ ਹਿੱਤੇ ਰੰਧਾਵੇ ਦੇ। ਇਸ ਤਰ੍ਹਾਂ ਸਾਧ ਸੰਗਤ ਜੀ ਕਹਿਣ ਤੋਂ ਭਾਵ ਮਹਾਰਾਜ ਉੱਥੇ ਆਏ। ਮਹਾਰਾਜ ਦੇ ਆਉਣ ਕਰਕੇ ਉਸ ਨਗਰ ਦਾ ਨਾਂ ਕੀ ਪੈ ਗਿਆ? ਨਾਨਕ ਆਣਾ। ਸਿੱਧਾ ਹੋ ਗਿਆ ਨਨਕਾਣਾ, ਨਾਨਕ ਆਇਆ। ਮਹਾਰਾਜ ਦੇ ਨਾਂ 'ਤੇ ਨਨਕਾਣਾ ਹੁਣ ਤਾਂ ਯੂਨੀਵਰਸਿਟੀ ਬਣਾਤੀ, ਜ਼ਿਲ੍ਹਾ ਵੀ ਬਣ ਗਿਆ ਨਾਨਕ ਆਣਾ। ਉੱਥੇ ਨਾਨਕ ਆਇਆ। ਨਾਨਕ ਦੇ ਆਉਣ ਨਾਲ ਰਾਏ ਭੋਜ ਦੀ ਤਲਵੰਡੀ ਦਾ ਨਾਂ ਤਾਂ ਉੱਡ ਗਿਆ। ਨਾਨਕ ਆਣਾ ਉਹਦੇ ਆਉਣ ਨਾਲ ਉਹਦਾ ਨਾਂ ਹੀ ਨਨਕਾਣਾ ਸਾਹਿਬ ਪੈ ਗਿਆ। ਧੰਨ ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਨੇ ਕੈਸੀ ਕਿਰਪਾ ਕੀਤੀ। ਪਹਿਲਾਂ ਤਾਂ ਦੌਲਤਾਂ ਦਾਈ 'ਤੇ ਕਿਰਪਾ ਹੋਈ। ਜਦੋਂ ਪੁੱਛਿਆ ਕਹਿੰਦੇ ਮੇਰੇ ਹੱਥੀਂ ਬਹੁਤ ਸਾਰੇ ਬਾਲਕ ਆਏ ਹੈ। 8 ਦੀਵਾ ਬਾਲਦੇ ਸੀ। ਕਹਿੰਦੇ ਸਾਰਾ ਹੀ ਪ੍ਰਕਾਸ਼ ਨਾਲ ਭਰ ਗਿਆ। ਆਮ ਹਿੰਦੂ ਮਤ ਸੀ ਵੀ ਸਾਡਾ ਬੱਚਾ ਜਿਹੜਾ 8 ਦੇਸ਼ਾਂ ਵਿੱਚ ਪ੍ਰਕਾਸ਼ ਕਰੂਗਾ। ਕਹਿੰਦੇ ਇਹਨਾਂ ਤਾਂ ਸਾਰੇ ਹੀ ਕਰਦਾ। ਕਹਿੰਦੇ ਐਵੇਂ ਹੋ ਜਿਵੇਂ ਬਹੁਤ ਦੇਵਤੇ ਸੁਗੰਧੀ ਬੜੀ ਲਪਟਾਂ ਹੀ ਆਈ ਜਾਣ, ਮਾਤਾ ਨੂੰ ਕੋਈ ਤਕਲੀਫ ਨਹੀਂ, ਬਾਕੀ ਰੋਂਦੇ ਆ, ਇਹ ਤਾਂ ਮੁਸਕਰਾਉਂਦੇ ਸੀ। ਫਿਰ ਜਿਹੜੇ ਪੰਡਤ ਹਰਦਿਆਲ ਨੂੰ ਬੁਲਾਇਆ, ਦਰਸ਼ਨ ਕੀਤੇ, ਜਨਮ ਟੇਵਾ ਬਣਾਇਆ। ਉਹਨੂੰ ਤਾਂ ਫਿਰ ਦੱਸਿਆ ਪਏ ਤਾਂ ਭਾਈ ਅਵਤਾਰ ਆਏ ਆ। ਫਿਰ ਸਮੇਂ ਨਾਲ ਬਾਲ ਲੀਲਾ ਪੜ੍ਹਨ ਦੀ ਕਿਰਿਆ ਕੁਤਬਦੀਨ ਫਾਰਸੀ ਅਰਬੀ ਲਈ ਨਿਯੁਕਤ ਕੀਤਾ ਗਿਆ। ਪੰਡਤ ਗੋਪਾਲ ਸੰਸਕ੍ਰਿਤ ਹਿੰਦੀ ਬ੍ਰਿਜ ਭਾਸ਼ਾ ਵਾਸਤੇ ਉਹ ਤਾਂ ਮਹਾਰਾਜ ਉਹਨਾਂ ਨੂੰ ਪੜ੍ਹਾਉਂਦੇ। ਔਰ ਉਸ ਤੋਂ ਬਾਅਦ ਫਿਰ ਉਹ ਸ਼ਬਦ ਵੀ ਬਾਣੀ 'ਚ ਹੈਗੇ ਸਾਰੇ, ਫਾਰਸੀ ਦੇ ਵੀ ਹੈਗੇ ਆ, ਦੂਜੇ ਵੀ ਹੈਗੇ ਆ। ਪੱਟੀ ਲਿਖੀ ਉਹਦੇ 'ਚੋਂ ਸਾਰਾ ਪੰਡਤ ਨੂੰ ਉਪਦੇਸ਼ ਦਿੱਤਾ ਗਿਆ, ਮੌਲਵੀਆਂ ਨੂੰ ਉਪਦੇਸ਼ ਦਿੱਤਾ। ਇਸ ਤਰ੍ਹਾਂ ਵੈਦ ਹਰਦਾਸ ਉਸ 'ਤੇ ਵੀ ਕਿਰਪਾ ਕੀਤੀ। ਬੇਬੇ ਨਾਨਕੀ ਦਾ ਧੁਰਮ ਬਖਸ਼ੇ ਹੋਏ। ਫਿਰ ਸ਼੍ਰੀ ਰਾਏ ਬੁਲਾਰ ਸਾਹਿਬ ਇਹਨਾਂ ਦੇ ਇੱਕ ਵਾਰੀ ਮੁਕੱਦਮਾ ਕਰਤਾ ਸੀ ਕਿ ਸਾਡਾ ਬੁੜਾ ਜਿਹੜਾ ਸੀ, ਮੈਂ ਤਾਂ ਕਹਿ ਨਹੀਂ ਸਕਦਾ, ਉਹਨੇ ਸ਼ਬਦ ਉਲਟਾ ਜਿਹਾ ਲਿਖ ਕੇ ਭੇਜਿਆ ਅਦਾਲਤ ਨੂੰ। ਅਤੇ ਜਿਹੜੇ ਜਿਊਰੀ ਬੈਠੀ ਜੱਜਾਂ ਦੀ, ਉਹ ਕਹਿੰਦੇ ਮੁਕੱਦਮਾ ਵਾਪਸ ਲੈ ਲਓ, ਨਹੀਂ ਅੰਦਰ ਦੇ ਦੂੰਗਾ। ਕਹਿੰਦੇ ਜੇ ਗੁਰੂ ਨਾਨਕ ਸਰਨਾਮ ਹੁੰਦੇ ਤੁਹਾਡਾ ਨਿਸ਼ਾਨ ਮਨਾ ਹੁੰਦਾ, ਕਿਉਂਕਿ ਰਾਏ ਬੁਲਾਰ ਨੂੰ ਪੁੱਤਰ ਦੀ ਦਾਤ ਦੀ ਬਖਸ਼ ਵੀ ਗੁਰੂ ਨਾਨਕ ਸਾਹਿਬ ਦੁਆਰਾ ਹੋਈ। ਗੱਜ ਕੇ ਬੋਲੋ ਉਸ ਦੁਨਿਆਵੀ ਤੌਰ 'ਤੇ ਔਰ ਪਰਮਾਰਥੀ ਤੌਰ 'ਤੇ ਉਹ ਵੀ ਕਿਰਪਾ ਮਹਾਰਾਜ ਨੇ ਕੀਤੀ। ਅਤੇ ਉਹਨਾਂ ਨੇ ਵੀ ਦੇਖ ਲਓ 700 ਮੁਰੱਬਾ ਮਹਾਰਾਜ ਦੇ ਚਰਨਾਂ 'ਚ ਅਰਪਣ ਕਰਤਾ, ਸਰੋਵਰ ਬਣਾਇਆ ਮਹਾਰਾਜ ਦੇ ਨਾਂ 'ਤੇ। ਐਡਾ ਸ਼ਰਧਾਲੂ, ਕਮਾਲ ਦੀ ਗੱਲ ਹੈ। ਔਰ ਰਾਏ ਬੁਲਾਰ ਦੁਆਰਾ ਹੀ ਮਹਾਰਾਜ ਦੌਲਤ ਖਾਨ ਲੋਧੀ ਨਾਲ ਵਿਚਾਰ ਕਰਕੇ ਆਏ। ਇਹਨਾਂ ਦੀ ਆਪਸੀ ਰਿਸ਼ਤੇਦਾਰੀ ਸੀ। ਭਾਈਆ ਜੀ ਇੱਥੇ ਪਟਵਾਰੀ ਸੀ, ਮਹਿਤਾ ਸਾਹਿਬ ਉੱਥੇ ਸੀ। ਇਹ ਉਹਨਾਂ ਦੀ ਸਲਾਹ ਨੇ ਰਿਸ਼ਤੇ ਬੇਬੇ ਜੀ ਦਾ ਹੋਇਆ। ਉੱਧਰ ਮੂਲ ਚੰਦ ਉਹ ਪਟਵਾਰੀ, ਉੱਧਰ ਹਿੱਤੇ ਰੰਧਾਵੇ ਦਾ ਸੀ। ਇਹ ਸਾਰੇ ਰਿਸ਼ਤੇ ਇਵੇਂ ਹੋਏ ਆ। ਫਿਰ ਦੇਖ ਲਓ ਵੀ 15 ਸਾਲ ਤੱਕ ਮਹਾਰਾਜ ਨੇ ਉੱਥੇ ਚੋਜ ਕੀਤੇ। ਉਹ ਜੋਦੇ ਜੋਦੇ ਸਥਾਨ ਸੁਭਾਏ ਮਾਨਿਆ, ਪਰ ਜਿਹੜੇ ਦਰਸ਼ਨ ਨੂੰ ਜਾਈਏ ਰੋਣ ਨਿਕਲਦਾ। ਸਾਰੇ ਸਥਾਨਾਂ ਦੀ ਸੇਵਾ ਸੰਭਾਲ ਸਹੀ ਨਹੀਂ ਹੈਗੀ, ਕਿਉਂ ਸੰਗਤ ਨਹੀਂ ਕਰਨੀ ਸੀ। ਸੋ ਇਸ ਵਾਸਤੇ 15 ਸਾਲ ਦੀ ਉਮਰ 'ਚ ਇੱਥੇ ਆਏ। ਤਕਰੀਬਨ 32 ਸਾਲ ਤੱਕ ਇੱਥੇ ਰਹੇ। ਇੱਥੇ ਇਤਿਹਾਸਕ ਸਥਾਨ ਤੁਸੀਂ ਦਰਸ਼ਨ ਕਰਦੇ ਆ, ਇਤਿਹਾਸ ਬਾਰੇ ਵੀ ਜਾਣਕਾਰੀ ਹੈ। ਇੱਥੋਂ ਹੀ ਸੱਚਖੰਡ ਗਏ, ਇੱਥੇ ਮੁੜ ਕੇ ਆਏ, ਇੱਥੇ ਮੂਲ ਮੰਤਰ ਗੁਰੂ ਗ੍ਰੰਥ ਆਰੰਭ ਕੀਤਾ। ਇੱਥੋਂ ਕਖਾਏ ਬਸਤਰ ਕਰਕੇ ਚੜ੍ਹਿਆ ਸੋਧਣ ਧਰਤ ਲੁਕਾਈ। ਇਹ ਪਵਿੱਤਰ ਨਗਰੀ
क्योंकि हुण अपने को ननकाना साहिब तां गिणती दे जाते ना जिन्हों नूं बीजे मिलते हैं। हुण अपने को स्थान मेन ये है तां बेअंत, पर इत्थे आपां ये गुरपुरब हर साल मनाउंदे हाँ। तो किन्ना संगतां दा भावें करोना महामारी है, पर फिर भी संगतां दे मन च किन्ना उत्साह प्यार है। कल नगर कीर्तन देखिया ही है, हुण शाम नूं दे लिओ, अठ फिर उन्ना ही हो जाना। क्योंकि है तो बीमारी वाकई ही खतरनाक, पर गुरु नानक साहब के घर में आके जो बाणी सुनी है ना, दुख रोग संताप उतरे, सुनी सच्ची बाणी, सर्ब रोग को औखद नाम। जेड़े अगे कहते सी ना एवं बुल हिलाई जाने बकरी वांग मूँह मारना, इसका फायदा की है। हुण वो भी कहते हैं भी बाणी पढ़ के अरदास करया करो करोना चले जाए। गज के बोलो आओ महाराज बख्शिश करते हैं। रसना गुण गोपाल निध गायन। रसना द्वारा की करना, गो जो पृथ्वी का पाल पालक रखक है, ਉਹਦੇ पवित्र गुणों ਨੂੰ ਗਾਉਣਾ है। ਸਾਧ ਸਹਿਜ ਰਹੱਸ ਮਨ ਉਪਜਿਓ। क्योंकि बंदा तर्कवादी बड़ा ना, वो कहता भी ਉਹਦੇ गुण गाना भजन करना की लाभ होगा। कहते शांत शांति आ जाएगी, सहज पैदा हो जाएगा, ज्ञान विचार और रहस आत्मक आनंद पैदा हो जाएगा। क्योंकि आनंद लैन वास्ते बंदा दिन रात जफर जालदा ना, देसां प्रदेसां धक्के खांदा, किन्नी मेहनत मजूरी करदा, माया पदार्थ होणगे आनंद लवांगा, पर यह आनंद तो खिणक मात्र है। ते जिहड़ा आत्मा का आनंद वो मुकम्मल आनंद है, वो तुच्छ है। अल्प सुख छाड़ परम सुख पावा, तब वो तिरियो कंध कहावा। जो वह भूमा तत्सुख न सुखिंग अल्पंग अवस्थी। जो तुम्हारी आत्मा में आनंद है, दुनिया के किसी भी पदार्थ में नहीं है। इस वास्ते गोपाल दे गुण गाने, तेरे अंदर ऐसे पवित्र गुण, रहस आत्मा का आनंद, जिहदा सदा रहने वाला ब्रह्मानंद है, वो पैदा हो जाएगा, वो आनंद पैदा हो जाएगा। आपां इंद्रियां दे भोगां तो सुख मंनते हैं। हुण रसना ने पदार्थ बनाए, पहला माया कमाई, किन्ने माइयां तुड़के छुमके लाउंदियां, जिन्ना चਿਰ रसना ने टच आ उन्ना चਿਰ स्वाद है ना। गल की मोरी तो थले हो गया तो की स्वाद है। जे ढिड पीड़ हो गई, पेचिस लग गई, हैजा हो गया, डाकी हो गई, कोई होर हो गया, कहते काहनूं खाना सी, ये दुखमई बन गया। पर जड़ा आत्मा का आनंद, वो तो परमात्मा के सिमरन तो ही मिलना। तो जिन्होंने वो आनंद आ गया, धन गुरु अर्जन साहब तत्ती तवी ते बह के भी आनंदत आ। आपां डनलोप के गद्दे ते बैठे भी भुड़की जाने हैं, AC लाई हुंदी गर्मियां नूं, पर मन सड़ रहा हुंदा, मन सड़ रहा, रिझ रहा, भुज रहा। पर ਜਿਹੜੇ ਉਹ ਤੱਤੀ ਤਵੀ ਦੇ बैठे ਆ, ਭਾਈ ਦਿਆਲਾ ਦੇਗ ਚੋਂ ਵਾਲਿਆ ਜਾ ਰਿਹਾ, ਉਹਨੇ ਕਿਹਾ ਸਾਨੂੰ ਦੁੱਖ ਆ। ਪੰਜਵੇਂ ਪਾਤਸ਼ਾਹ ਸਭ ਕੇ ਇਹੋ ਜਿਹਾ ਪੜ੍ਹਾ ਗਿਆ, ਦੁੱਖ ਨਹੀਂ ਸਭ ਸੁਖ ਹੀ ਰਹਿ ਰੇ, ਹਾਰ ਨਹੀਂ ਰੇ ਜੇਤੇ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੈ ਕਰਤਬ ਕੁਸ਼ਲ ਸਮਾਨਾ। ਇਸ ਵਾਸਤੇ ਇਹ ਹੈ ਸਿਮਰਨ ਤੋਂ ਸ਼ੁਰੂ ਹੁੰਦਾ ਹੈ। रसना गुण गोपाल निध गायन। रसना द्वारा की करना, गो जो पृथ्वी का पाल पालक रखक, उहदे गुणों नूं गाउणा है। और फिर पैदा की होएगा, शांत सहज रहस मन उपजो। वो सारिया निधियां का खजाना रूप है। शांति, शांति भी सारे चाहुंदे ना, शांति। हुण ये लीडर भी कहते ना शांति रखो, भी शांति तुसीं रहण दिओ तो आपे शांति है। जदों अगले का गल घुटी जाऊगा, उठोगे, किन्ना कुछ बेचारा बैठा रहूगा, फिर तो उठूगा ही ना। शांति तो तुसीं रहण नहीं दिंदे। जे परजा नूं सही न्याय देवो, परजा नूं पुत्रां दी न्याय पालो, तो किहदा दिमाग फिरिया एवें घर छड्ड के अज दिल्ली धक्के खांदा फिरे। दुख दे मारे गए, सुख नूं थोड़ी गए।
ਜਦੋਂ ਹੁਣ ਗਲ ਘੁੱਟਣਾ ਸ਼ੁਰੂ ਕਰਤਾ ਫਿਰ ਇਹ ਨਿਕਲੇ ਵਿਚਾਰੇ। ਸ਼ਾਂਤੀ ਅਸੀਂ ਰਹਿਣ ਨਹੀਂ ਦਿੰਦੇ, ਅਗਲੇ ਨੂੰ ਮਜਬੂਰ ਇੰਨਾ ਕਰਦੇ ਹਾਂ ਵੀ ਤੂੰ ਇਸ ਪਾਸੇ ਤੁਰ, ਧੱਕਾ ਕਰਦੇ ਹਾਂ। ਵੀ ਜੇ ਤੁਸੀਂ ਧੱਕਾ ਨਾ ਕਰੋ, ਨਿਆਂ ਇਨਸਾਫ ਦਿਓ, ਹੈਂ ਬੀਬੀਆਂ ਵਿਚਾਰੀਆਂ ਬੈਠੀਆਂ, ਬੱਚੇ ਬੈਠੇ ਆ, ਹੈਂ ਕਿਵੇਂ ਜਾ ਕੇ ਸੜਕਾਂ 'ਤੇ ਬੈਠੇ ਆ। ਵੀ ਜੇ ਤੁਸੀਂ ਪਰਜਾ ਨੂੰ ਸੁੱਖ ਦਿਓ, ਅਤੇ ਗੁਰੂ ਨਾਨਕ ਸਾਹਿਬ ਦਾ ਗੁਰਪ ਸੀ, ਉਹਨਾਂ ਨੇ ਕਿੱਥੇ ਆ ਕੇ ਸੰਗ 'ਚ ਬਹਿਣਾ ਸੀ। ਅੱਜ ਵਿਚਾਰੇ ਉੱਥੇ ਮੋਰਚੇ ਲਾ ਲਾ ਬੈਠੇ ਹੈ। ਗੱਜ ਕੇ ਬੋਲੋ। ਮਹਾਰਾਜ ਦਾ ਗੁਰਪੁਰਬ ਹੋਵੇ, ਕਿਹਦਾ ਚਿੱਤ ਕਰਦਾ ਗੁਰੂ ਦਾ ਦਿਨ ਛੱਡ ਕੇ ਜਾਣ ਨੂੰ? ਪਰ ਜਦੋਂ ਦੁਖੀ ਕਰਦੇ ਆ ਇਹ ਕੀ ਕਰਨਗੇ ਕੀ ਵਿਚਾਰੇ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਨਾਮ 'ਚੋਂ ਬਰਕਤਾਂ ਮਿਲਦੀਆਂ। ਗੋਪਾਲ ਜਿਹੜਾ ਪ੍ਰਿਥਵੀ ਦਾ ਪਾਲ ਪਾਲਕ ਰੱਖਿਆ, ਉਹਦੇ ਗੁਣਾਂ ਨੂੰ ਗਾਓ, ਸ਼ਾਂਤੀ ਮਿਲੇਗੀ। ਅਸੀਂ ਕਹਿੰਦੇ ਲੀਡਰ ਵੀ ਜੇ ਇੱਧਰ ਤੁਰ ਪਣ, ਇਹਨਾਂ ਨੂੰ ਵੀ ਮਹਾਰਾਜ ਕਿਤੇ ਸਮੱਤ ਦੇ ਦੇ ਕਿ ਪਰਜਾ ਦੇ ਉੱਤੇ ਕੁਹਾੜਾ ਨਾ ਚੁੱਕੋ, ਜ਼ੁਲਮ ਨਾ ਕਰੋ, ਇਨਸਾਫ ਦਿਓ। ਜਦੋਂ ਇਨਸਾਫ ਦਿਓਗੇ ਤਾਂ ਠੀਕ ਆ। ਹੁਣ ਮਹਾਰਾਜ ਰਣਜੀਤ ਸਿੰਘ ਦੇਖ ਲਓ, 40 ਸਾਲ ਰਾਜ ਕੀਤਾ, ਕਿਸੇ ਨੂੰ ਫਾਂਸੀ ਨਹੀਂ, ਕਿਸੇ ਨੂੰ ਕੋਠੀ ਨਹੀਂ ਲਾਈ। ਗਰੀਬਾਂ ਦੇ ਘਰ ਪਾਂਡੀ ਬਣ ਬਣ ਕੇ ਅੰਨ ਸੁੱਟਦਾ ਰਿਹਾ। ਜੇ ਬੇਰੀ ਨੂੰ ਕੋਈ ਬੱਚਾ ਢੀਮ ਮਾਰਦਾ, ਬੇਰ ਲਾਉਂਦਾ, ਉਹਦੇ ਵੱਜੀ ਹੈ। ਸਿਪਾਹੀ ਫੜਦੇ, ਕਹਿੰਦੇ ਵੀ ਢੀਮ ਮਾਰੀ, ਕਹਿੰਦੇ ਬੇਰੀ ਬੇਰ, ਕਹਿੰਦੇ ਕੰਡਿਆਂ ਵਾਲੀ ਬੇਰ ਦਿੰਦੀ ਹੈ ਅਤੇ ਮੈਂ ਰਾਜਾ, ਮੈਨੂੰ ਨਹੀਂ। ਇੱਕ ਮਾਈ ਆਈ ਕੂੜਾ ਸਿੱਟਣ, ਉਹ ਤਵਾ ਸੁਹਾਵੇ। ਮਹਾਰਾਜ ਕਹਿੰਦੇ ਇਹ ਕੀ ਕਰਦੀ ਆ? ਕਹਿੰਦੇ ਸੁਣਿਆ ਪਾਰਸ ਨਾਲ ਰੱਖ ਕੇ ਸੋਨਾ ਹੋ ਜਾਂਦਾ, ਤੂੰ ਰਾਜਾ। ਉਹ ਤਵੇ ਬਰਾਬਰ ਸੋਨਾ ਹੀ ਦੇ ਦਿੱਤਾ। ਕਮਾਲ ਹੈ। ਅੱਜ ਉਹਨੂੰ ਚੇਤੇ ਕਿਉਂ ਕਰਦੇ ਆ? ਪਰਜਾ ਦਾ ਰਖਵਾਲਾ ਬਣਿਆ ਸੀ, ਧਰਮ ਸੀ ਕੋਲ, ਬਾਣੀ ਸੀ ਕੋਲ, ਸਿਮਰਨ ਸੀ, ਸਤਸੰਗ ਸੀ, ਔਰ ਮਹਾਰਾਜ ਦਾ ਸ਼ਰਧਾ ਬਾਣ। ਦਰਬਾਰ ਸਾਹਿਬ ਰੋਜ਼ਾਨਾ ਦੇਗਾਂ ਹੁੰਦੀਆਂ ਸੀ ਉਹਦੀਆਂ, ਔਰ ਜਗੀਰਾਂ ਲਾਈਆਂ ਲੰਗਰਾਂ ਵਾਸਤੇ। ਅੱਜ ਹੁਣ ਜਿਹੜੀਆਂ ਲੋਕਾਂ ਨੂੰ ਜ਼ਮੀਨਾਂ ਮਿਲੀਆਂ, ਉਹ ਵੀ ਕਹਿੰਦੇ ਅਸੀਂ ਘਸੋਟ ਲਈਏ। ਆ ਦੁਆਬੇ ਤਾਂ ਅੱਗੇ ਵਿਚਾਰਿਆਂ ਕੋਈ ਕਿੱਲਾ 1.5 ਕਿੱਲਾ ਰਹਿ ਗਿਆ, ਇਹ ਵੀ ਖੋਲੋਗੇ ਤੇ ਜਾਣਗੇ ਕਿੱਧਰ ਨੂੰ ਵਿਚਾਰੇ। ਇੱਧਰ ਤਾਂ ਇਹ ਵੀ ਬੜੀ ਔਖਿਆਈ ਹੈ। ਸੋ ਇਸ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਨੇ ਜ਼ੋਰ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ ਸੀ। ਅੱਜ ਉਹਨਾਂ ਦਾ ਗੁਰਪੁਰਬ ਮਨਾ ਰਹੇ ਹਾਂ, ਉਹਨਾਂ ਦਾ 10 ਪਾਤਸ਼ਾਹ ਨੇ। ਇਸ ਕਰਕੇ ਕਹਿੰਦੇ ਜੇ ਸ਼ਾਂਤੀ ਲੈਣੀ ਹੈ, ਉਹ ਰਸਨਾ ਨਾ, ਉਹਦੇ ਗੁਣ ਗਾਓ, ਸ਼ਾਂਤ ਸਹਿਜ ਵੀ ਆ ਜਾਏਗਾ, ਰਹਸ ਆਨੰਦ ਵੀ ਪੈਦਾ ਹੋ ਜਾਏਗਾ। ਸ਼ਾਂਤ ਸਹਿ ਰਹਿਸ ਮਨ ਉਪਜੋ। ਫਿਰ ਅੱਗੇ ਬੋਲੋ। ਸਗਲੇ ਦੁਖ ਪਲਾਇਣ। ਫਿਰ ਕਹਿੰਦੇ ਸਾਰੇ ਦੁੱਖ ਜਿਹੜੇ ਪਲਾਇਣ ਕਰ ਜਾਣਗੇ, ਭੱਜ ਜਾਣਗੇ, ਦੌੜ ਜਾਣਗੇ, ਕੋਈ ਦੁੱਖ ਹੀ ਨਹੀਂ ਰਹੂਗਾ। ਰਾਜਾ ਆਪਣੇ ਧਰਮ 'ਤੇ ਰਹੇ। ਰਾਜ ਦਾ ਧਰਮ ਕੀ ਹੈ? ਰਾਜੇ ਚੁਲੇ ਨਿਆਬ ਕੀ। ਪਰਜਾ ਦਾ ਧਰਮ ਕੀ? ਆਪਣਾ ਵਿਹਾਰ ਸ਼ੁੱਧ ਰੱਖਣਾ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਇਸ ਵਾਸਤੇ ਇਸਤਰੀ ਦਾ ਧਰਮ ਵੀ ਹੈ, ਪੁਰਸ਼ ਦਾ ਧਰਮ ਵੀ ਹੈ, ਪੁੱਤਰ ਦਾ ਧਰਮ ਵੀ ਹੈ, ਮਿੱਤਰ ਦਾ ਧਰਮ ਵੀ ਹੈ। ਧਰਮ ਤੇ ਸਾਰਿਆਂ ਦਾ ਹੀ ਹੈਗਾ। ਸ਼੍ਰੇਆ ਅਨੁਸਾਰ ਧਰਮ ਬਗੁਣਾ, ਪਰ ਧਰਮ ਸਵੈ ਅਨੁਸ਼ਠੀਤਾ, ਸਵੈ ਧਰਮ ਨਨੰ ਸ਼੍ਰੇਆ, ਪਰ ਧਰਮ ਭਿਆਵਹ। ਆਪੋ ਆਪਣੇ ਆਸ਼ਰਮ ਦਾ ਧਰਮ ਕਲਿਆਣਕਾਰੀ ਹੁੰਦਾ ਹੈ। ਦੂਸਰੇ ਦਾ ਧਰਮ ਭਾਵੇਂ ਗੁਣਾਂ 'ਚ ਬਹੁਤ ਕਰਕੇ ਵੀ ਵਰਣਨ ਕੀਤਾ ਜਾਏ, ਪਰ ਆਪਣਾ ਧਰਮ ਤਿਆਗਣ ਵਾਲਾ ਨਰਕਗਾਮੀ ਹੁੰਦਾ ਹੈ। ਇਸਤਰੀ ਦਾ ਧਰਮ ਹੈ ਪਤੀ ਵਰਤਾ ਰਹਿਣਾ, ਪੁਰਸ਼ ਦਾ ਧਰਮ ਹੈ ਸਤੀ ਵਰਤਾ ਧਰਮ। ਇਹ ਨਹੀਂ ਵੀ ਇਸਤਰੀ ਪਤੀ ਵਰਤਾ ਹੋਵੇ ਅਤੇ ਪੁਰਸ਼ ਵਿਭਚਾਰੀ ਹੋਵੇ, ਸ਼ਰਾਬਾਂ ਕਬਾਬਾਂ ਨਸ਼ਿਆਂ ਦੇ ਚਿੱਟਿਆਂ ਵਿੱਚ ਧੁੱਤ ਹੋ ਕੇ ਤੁਰਿਆ ਫਿਰੇ। ਇਹ ਤਾਂ ਬਰਾਬਰ ਹੀ ਹੈ। ਇਸਤਰੀ ਦਾ ਵਾਸਤੇ ਵੀ ਉਨਾ ਹੀ ਹੈ, ਪੁਰਸ਼ ਵਾਸਤੇ ਵੀ ਉਨਾ ਹੀ ਹੈ, ਗੁਰੂ ਵਾਸਤੇ ਵੀ, ਚੇਲੇ ਵਾਸਤੇ ਵੀ ਹੈ, ਰਾਜੇ ਵਾਸਤੇ ਵੀ ਹੈ, ਪਰਜਾ ਵਾਸਤੇ। ਜੇ ਸਾਰੇ ਆਪੋ ਆਪਣੇ ਧਰਮ 'ਤੇ ਟਿਕੇ ਦੇਣ, ਫਿਰ ਤਾਂ ਸਾਰਾ ਸੰਸਾਰ ਸਤਯੁਗ ਬਣ ਜਾਏਗਾ। ਕਲਯੁਗ ਤਾਂ ਪੁੱਛਾਂ ਚਾ ਕੇ ਭੱਜ ਜਾਊਗਾ, ਨਾ ਘਰਾਂ 'ਚ ਰਹੂਗਾ, ਨਾ ਦੇਸ਼, ਨਾ ਦੁਨੀਆ 'ਚ ਰਹੂਗਾ। ਇਹ ਕਲਯੁਗ ਉਦੋਂ ਹੀ ਵਰਤਦਾ ਜਦੋਂ ਅਸੀਂ ਕਲਾ ਵਾਲੇ ਕੰਮ ਕਰਦੇ ਹਾਂ, ਕਲੇਸ਼ ਵਾਲੇ ਕਰਦੇ ਹਾਂ, ਧਰਮ ਨੂੰ ਪਿੱਠ ਦੇ ਦਿੰਦੇ ਹਾਂ। ਅਤੇ ਜਦੋਂ ਧਰਮ ਨੂੰ ਲੋਕ ਪਿੱਠ ਦੇ ਕੇ ਅਨਿਆਈ ਬਣਦੇ ਆ, ਇਹ ਪਰਜਾ ਦੀ ਪੁਕਾਰ ਸੁਣ ਕੇ ਫਿਰ ਧੰਨ ਗੁਰੂ ਨਾਨਕ ਸਾਹਿਬ ਕਲਗੀਆਂ ਵਾਲੇ ਆਉਂਦੇ ਆ। ਗੱਜ ਕੇ ਬੋਲੋ।
ਸਤਿਨਾਮ ਸ੍ਰੀ ਵਾਹਿਗੁਰੂ। ਹਾਂਜੀ, ਸਗਲੇ ਦੁਖ ਪਲਾਇਣ। ਫਿਰ ਸਾਰੀ ਤਰ੍ਹਾਂ ਦੇ ਦੁੱਖ, ਹੁਣ ਜਿਲੇ ਗਏ ਆ ਉੱਥੇ ਤੇ ਬਾਬਰ ਨੇ ਕਿੰਨੇ ਕੈਦੀ ਫੜੇ, ਮਸ਼ੱਕਤਾਂ ਦਿੱਤੀਆਂ ਸੀ, ਤੇ ਜਿਲੇ ਮਹਾਰਾਜ ਦੀ ਕਿਰਪਾ ਹੋਈ ਕਹਿੰਦੇ ਛੱਡ ਦੇ, ਲੁੱਟ ਦਾ ਮਾਲ ਵਾਪਸ ਕਰ ਦੇ। ਅਬਰਾਹਿਮ ਲੋਧੀ ਲੈ ਲਓ, ਸਿਕੰਦਰ ਲੋਧੀ ਲੈ ਲਓ, ਹਾਰੂ ਪਾਤਸ਼ਾਹ ਲੈ ਲਓ, ਕਾਰੂ ਲੈ ਲਓ, ਲਾਜਵਰਦ ਲੈ ਲਓ, ਮਲਕ ਭਾਗੋ ਲੈ ਲਓ। ਇੱਕ ਦੀ ਗੱਲ ਕਿੰਨਿਆਂ ਕੁ ਦੀ। ਮਹਾਰਾਜ ਦਾ ਤਾਂ ਇਤਿਹਾਸ ਹੀ ਬਹੁਤ ਵੱਡਾ ਹੈ। ਕਿੱਥੇ ਕਿੱਥੇ ਜ਼ਾਲਮਾਂ ਨੂੰ ਜਾ ਜਾ ਕੇ ਮਾਰੇ ਨੇ ਸ਼ਬਦ ਦੁਆਰਾ। ਸਿੱਧ ਲੈ ਲਓ, ਪੀਰ ਫਕੀਰ ਲੈ ਲਓ, ਕਾਜੀ ਮੌਲਵੀ ਲੈ ਲਓ, ਮੱਕਾ ਮਦੀਨਾ ਲੈ ਲਓ। ਇਸ ਕਰਕੇ ਮਹਾਰਾਜ ਕਹਿੰਦੇ ਸਗਲੇ ਦੁੱਖ ਪਲਾਇਣ। ਉਹਨਾਂ ਦੇ ਗਿਆਨ ਦੁਆਰਾ ਜਿਹੜੇ ਲੋਕਾਂ ਨੂੰ ਸੋਝੀ ਮਿਲੀ, ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ। ਜੋ ਮੰਗਹਿ ਸੋਈ ਸੋਈ ਪਾਵਹਿ। ਗੁਰੂ ਘਰ 'ਚ ਆ ਕੇ ਸ਼ਰਧਾ ਭਗਤੀ ਨਾਲ ਸੇਵਾ ਕਰਕੇ ਜੋ ਜੋ ਗੁਰਮਤਿ ਅਨੁਸਾਰ ਕੋਈ ਪਦਾਰਥ ਮੰਗਦਾ ਹੈ, ਉਸੇ ਨੂੰ ਪਾ ਲੈਂਦਾ। ਕਿਉਂਕਿ ਜਿਹੜਾ ਮਾਲਕ ਹੁੰਦਾ ਉਹਨੂੰ ਦੇਖਣਾ ਇਹ ਚੀਜ਼ ਦੇ ਕੇ ਇਹਦਾ ਫਾਇਦਾ ਹੋਊ ਕਿ ਨੁਕਸਾਨ ਹੋਊ। ਹੁਣ ਬਾਲਕ ਮੇਲੇ ਜਾਂਦਾ ਨਾ, ਬੱਚਾ ਮੰਗਦਾ ਤਾਂ ਬਹੁਤ ਕੁਝ ਹੈ, ਪਰ ਪਿਓ ਨੇ ਉਹ ਚੀਜ਼ ਦੇਣੀ ਹੈ ਜਿਹੜੀ ਬਾਲਕ ਨੂੰ ਤੰਦਰੁਸਤ ਵੀ ਰੱਖੇ, ਉਹਦਾ ਜੀਵਨ ਨਾ ਵਿਗਾੜੇ। ਅਤੇ ਜੇ ਐਵੇਂ ਲੱਲੜ ਪੱਲੜ ਦੇਊਗਾ ਅਤੇ ਬੱਚਾ ਬਿਮਾਰ ਹੋਊਗਾ ਤਾਂ ਪੇ ਨੂੰ ਵੀ ਫਿਕਰ ਹੋਊਗਾ ਨਾ। ਅਤੇ ਗੁਰੂ ਮਹਾਰਾਜ ਨੇ ਵੀ ਸਾਨੂੰ ਉਹ ਵਸਤੂ ਦੇਣੀ ਹੈ ਜਿਹਨਾਂ ਸਿੱਖ ਦਾ ਜੀਵਨ ਬਰਬਾਦ ਨਾ ਹੋਵੇ। ਅਤੇ ਗਲਤ ਚੀਜ਼ਾਂ ਮੰਗਾਂਗੇ ਫੇਰ ਨਹੀਂ ਮਿਲਣਗੀਆਂ। ਮਿਲਣਗੀਆਂ ਉਹੀ ਜਿਹਦੇ ਨਾਲ ਸਾਡਾ ਜੀਵਨ ਬਣੇ, ਸਾਡਾ ਆਚਾਰ ਵਿਚਾਰ ਵਿਹਾਰ ਖਰਾਬ ਨਾ ਹੋਵੇ। ਇਸ ਵਾਸਤੇ ਮਹਾਰਾਜ ਕਹਿੰਦੇ ਸਗਲੇ ਦੁੱਖ ਪਲਾਇਣ। ਜੋ ਮੰਗ ਹੈ, ਜੋ ਜੋ ਆ ਕੇ ਮੰਗਾਂਗੇ ਗੁਰਮਤਿ ਅਨੁਸਾਰ ਉਹ ਦਾਤਾਂ ਦੇਣਗੇ। ਉਹ ਕਹਿੰਦੇ ਨੇ ਇੱਕ ਬਜ਼ੁਰਗ ਸੀ, ਉਹਦੇ ਬੱਚਾ ਨਾ ਸੁਣਦਾ। ਉਹ ਮਹਾਂਪੁਰਖਾਂ ਨੂੰ ਕਹਿੰਦਾ ਮਹਾਂਪੁਰਖੋ ਅਰਦਾਸ ਕਰੋ ਬੱਚਾ ਹੋ ਜਾਏ। ਕਹਿੰਦੇ ਜਿਹੜਾ ਦੇਣ ਵਾਲਾ ਤੈਨੂੰ ਉਹ ਨਿਆਣਾ ਥੋੜ੍ਹੀ ਆ ਰੱਬ। ਹੁਣ ਜਿਹੜਾ ਨਹੀਂ ਦਿੱਤਾ ਕੋਈ ਨਾ ਕੋਈ ਕਾਰਨ ਹੋਣਾ। ਕਹਿੰਦਾ ਨਹੀਂ ਜੀ ਤੁਸੀਂ ਅਰਦਾਸ ਕਰੋ। ਅਰਦਾਸ ਹੋ ਗਈ, ਬੱਚਾ ਹੋ ਗਿਆ। ਉਹ ਬੱਚਾ ਜਿਲੇ ਹੋਇਆ ਉਹ ਵੱਡਾ ਹੋ ਕੇ ਜੀ ਡਾਕੂ ਬਣ ਗਿਆ, ਬਦਮਾਸ਼ ਬਣ ਗਿਆ। ਉਹ ਤਾਂ ਭਗੌੜਾ ਹੋ ਗਿਆ ਅਤੇ ਪੁਲਿਸ ਵਾਲਿਆਂ ਨੇ ਬੁੜਾ ਫੜ ਕੇ ਜੇਲ੍ਹ 'ਚ ਬਹਾਲ ਦਿੱਤਾ। ਉਹ ਸੰਤ ਮਹਾਂਪੁਰਖ ਆਏ ਵੀ ਬਾਬੇ ਨੂੰ ਮਿਲਿਆ ਹੀ ਹੈ। ਜਿਲਿਆ ਵੀ ਬਾਬਾ, ਕਹਿੰਦੇ ਬਾਬਾ ਜੇਲ੍ਹ 'ਚ ਆ। ਉਹ ਜੇਲ੍ਹ ਚਲੇ ਗਏ। ਜਿਲੇ ਜੇਲ੍ਹ ਗਏ ਕਹਿੰਦੇ ਬਾਬਾ ਜੇਲ੍ਹ 'ਚ ਬੈਠਾ। ਕਹਿੰਦੇ ਜੀ ਪੁੱਤ ਬਦਮਾਸ਼ ਹੋ ਗਿਆ, ਉਹ ਭਗੌੜਾ ਹੋ ਗਿਆ, ਉਹਨੇ ਫੜ ਕੇ ਮੈਨੂੰ ਦੇਦਾ ਜਾਂ ਪੁੱਤ ਹਾਜ਼ਰ ਕਰ, ਨਹੀਂ ਤਾਂ ਤੂੰ ਹਵਾ ਫੱਕ 4 ਦਿਨ। ਹੁਣ ਰੋਵੇ। ਕਹਿੰਦੇ ਵੀ ਮਹਾਰਾਜ ਨੇ ਤੈਨੂੰ ਨਹੀਂ ਸੀ ਦਿੱਤਾ ਤਾਂ ਹੀ ਨਾ ਦਿੱਤਾ, ਤੂੰ ਹਟਦਾ ਨਾ ਫਿਰ ਅਰਦਾਸ ਕਰ। ਹੁਣ ਆ ਦੇਖ ਲੈ ਲਾ ਪੁੱਤ। ਕਿਉਂਕਿ ਦੇਣ ਵਾਲਾ ਬਹੁਤ ਸਿਆਣਾ। ਅਸੀਂ ਰੱਬ ਤੋਂ ਸਿਆਣੇ ਬਣਨਾ ਚਾਹੁੰਦੇ ਹਾਂ। ਧੰਨ ਬੇਬੇ ਨਾਨਕੀ, ਹੁਣ ਤਾਂ ਮੰਗਿਆ ਹੀ ਨਹੀਂ ਵੀ ਮੇਰੇ ਪੁੱਤ ਹੋ ਜਾਏ। ਬੇਬੇ ਨਾਨਕੀ ਕਹਿੰਦੀ ਮੈਨੂੰ ਧੰਨ ਬਾਬਾ ਨਾਨਕ ਮਿਲ ਗਿਆ, ਹੋਰ ਕੀ ਚਾਹੀਦਾ। ਗੱਜ ਕੇ ਬੋਲੋ ਬਾਬਾ ਨਾਨਕ ਚਾਹੀਦਾ। ਨਾਨਕ ਨਿਰੰਕਾਰੀ। ਅਤੇ ਨਾਨਕ ਨਿਰੰਕਾਰੀ ਦੀ ਮੈਂ ਭੈਰ ਬਣ ਗਈ। ਭਾਈਆ ਜੈ ਰਾਮ ਜੀ ਕਹਿੰਦੇ ਬੇਬੇ ਨਾਨਕੀ ਤੂੰ ਧੰਨ ਆ, ਤੇਰੇ ਨਾਲ ਮੇਰਾ ਸੰਯੋਗ ਹੋ ਗਿਆ। ਤੇਰੇ ਸੰਬੰਧ ਕਰਕੇ ਗੁਰੂ ਨਾਨਕ ਪਾਤਸ਼ਾਹ ਇੱਥੇ ਆਏ, ਮੇਰਾ ਭਲਾ ਹੋਇਆ। ਦੇਖੋ ਉਹਨਾਂ ਨੂੰ ਵੀ ਸਮੱਤ ਮਹਾਰਾਜ ਨੇ ਦਿੱਤੀ। ਸੋ ਇਸ ਕਰਕੇ ਅੱਜ 12 ਵਜੇ ਪੰਜਾਂ ਪਿਆਰਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ 'ਚ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਣਾ। ਇੱਧਰੋਂ ਤਾਂ ਹੁਣ ਆਪਾਂ ਭਗੌੜੇ ਬਹੁਤ ਹੋਈ ਜਾਂਦੇ ਨਾ, ਕਿਸੇ ਦਾੜੀ ਰੱਖਣ ਨੂੰ ਤਿਆਰ ਨਹੀਂ। ਮਹਾਰਾਜ ਨੇ ਸਾਨੂੰ ਦਸਤਾਰ, ਗੁਫਤਾਰ, ਰਫਤਾਰ ਅਤੇ ਆਚਾਰ ਇਹ ਚੀਜ਼ਾਂ ਬਖਸ਼ੀਆਂ ਸੀ। ਸਾਬਤ ਸੂਰਤ ਦਸਤਾਰ ਸਿਰਾ, ਸਾਬਤ ਸੂਰਣਾ ਦਸਤਾਰ ਧਾਰਨ, ਅਤੇ ਸਾਡਾ ਵਿਹਾਰ ਸ਼ੁੱਧ ਹੋਵੇ, ਸਾਡਾ ਆਹਾਰ ਸ਼ੁੱਧ ਹੋਵੇ, ਸਾਡਾ ਆਚਾਰ ਚਾਲ ਚੱਲਣ ਸ਼ੁੱਧ ਹੋਵੇ, ਸਾਡਾ ਗੁਫਤਾਰ ਬੋਲਣਾ ਸਹੀ ਹੋਵੇ, ਸਾਡਾ ਰਫਤਾਰ ਚੱਲਣਾ ਸਹੀ ਹੋਵੇ। ਇਹ ਸਾਰੀ ਚੀਜ਼ ਅਸੀਂ ਵਿਗਾੜ ਲਈ ਹੈ, ਜਿਹਦੇ ਕਰਕੇ ਪਰਿਵਾਰਾਂ ਦਾ, ਦੇਸ਼ ਦਾ, ਸਮਾਜ ਦਾ ਸਾਰਾ ਢਾਂਚਾ ਅਗੜਾ ਦੋਗੜਾ ਜਿਹਾ ਬਣੀ ਜਾਂਦਾ ਨਾ। ਜੇ ਆਪੋ ਆਪਣੇ ਅਸੀਂ ਟਿਕ ਜਾਈਏ ਅਸੂਲ ਦੇ ਉੱਤੇ, ਮੈਂ ਆਪਣਾ ਫਰਜ਼ ਸਮਝਾਂ, ਤੁਸੀਂ ਆਪਣਾ ਸਮਝੋ, ਅਸੀਂ ਇੱਕ ਦੂਜੇ ਦੀ ਛੱਜ 'ਚ ਪਾ ਕੇ ਇੱਜ਼ਤ ਛੱਟੀ ਜਾਂਦੇ। ਫਲਾਨਾ ਆ ਕਰਦਾ,
ਤੂੰ ਆਪਣੇ ਵੱਲ ਦੇਖ, ਤੂੰ ਆਪਣਾ ਸੁਧਾਰ ਕਰ, ਉਹ ਆਪਣਾ ਕਰੇ, ਫਿਰ ਤਾਂ ਸਾਰਾ ਹੀ ਵਧੀਆ ਬਣ ਜਾਏਗਾ। ਇਸ ਕਰਕੇ ਖੰਡੇ ਵੜ ਦਾ ਅੰਮ੍ਰਿਤ ਜਿਹੜੇ ਮਾਈ ਭਾਈ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਚਾਹੁੰਦੇ ਹਨ, ਉਹ ਗੁਰਮੁਖ ਨੂੰ ਆਪਣੇ ਨਾਂ ਦੱਸੋ। 12 ਵਜੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ। ਪਿਛਲਾ ਮੌਕਾ ਤਾਂ ਆਪਾਂ ਬਹੁਤ ਗਵਾ ਲਿਆ, ਸੰਗਤ ਦਾ ਤਾਂ ਕੋਈ ਪਤਾ ਹੀ ਨਹੀਂ ਕਿੰਨੀ ਕੁ ਆਈ ਸੀ, 550 ਸਾਲੇ, ਅਤੇ ਆਪਾਂ ਉਦੋਂ ਫਿਰ ਪੀਜੇ ਪੂਜੇ ਬੜੇ ਮਿਲਦੇ ਸੀ, ਉੱਧਰ ਹੀ ਫਿਰਦੇ ਫੁਰਦੇ ਰਹੇ, ਅਤੇ ਅੰਮ੍ਰਿਤ ਛਕਣ ਨਾਲ ਆਪਣਾ ਧਿਆਨ ਹੀ ਨਹੀਂ ਗਿਆ, 100 ਨਹੀਂ ਛਕਿਆ, ਉੱਧਰ ਹੀ ਧਿਆਨ ਲੱਗ ਗਿਆ ਵੀ ਮਸੀਂ ਪੀਜੇ ਮਿਲੇ ਆ। ਅਤੇ ਲੰਗਰ ਵਾਲਿਆਂ ਨੇ ਵੀ ਅਟਰੈਕਸ਼ਨ ਵਾਲਾ ਕੰਮ ਕਰੀਏ, ਜਿੱਧਰ ਲੋਕ ਜ਼ਿਆਦਾ ਹੋਣ, ਇੱਧਰ ਨਹੀਂ ਧਿਆਨ ਦਿੱਤਾ ਵੀ ਅੰਮ੍ਰਿਤ ਛਕਾਉਣ ਨਾਲ ਧਿਆਨ ਦੇਈਏ। ਹੁਣ ਫੇਰ ਆਇਆ 1 ਸਾਲ ਹੋ ਗਿਆ, ਹੁਣ 1 ਸਾਲ ਦੀ ਡਿਵੈਲਪਮੈਂਟ, ਵੱਧ ਤੋਂ ਵੱਧ ਅੰਮ੍ਰਿਤ ਛਕੋ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ। ਕਿ ਉਹ ਪੌਲ ਖੰਡ ਧਾਰ ਹੋਵੇ ਜਨਮ ਸਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹਾਂਜੀ, ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਜੋ ਮਗ ਹੈ ਸੋਈ ਸੋਈ ਪਾਵਹਿ। ਗੁਰੂ ਘਰ 'ਚੋਂ 2 ਦਾਤ ਮੰਗਦਾ, ਉਹ ਗੁਰਮਤਿ ਅਨੁਸਾਰ ਉਸੇ ਦਾਤ ਨੂੰ ਪਾ ਲੈਂਦਾ। ਕਈ ਹੁਣ ਪ੍ਰਸ਼ਨ ਕਰਦੇ ਆ ਵੀ ਅਸੀਂ ਗੁਰੂ ਨਾਨਕ ਸਾਹਿਬ 9 ਗੁਰੂਆਂ ਨੂੰ ਮੰਨੀ ਜਾਂਦੇ ਹਾਂ, ਖੰਡੇ ਬਾਟੇ ਦਾ ਤਾਂ 10ਵੇਂ ਪਾਤਸ਼ਾਹ ਨੇ ਛਕਾਇਆ ਸੀ, ਉਹਨਾਂ ਸਿੱਖਾਂ ਦਾ ਵੀ ਭਲਾ ਹੁੰਦਾ ਹੀ ਰਿਹਾ। ਕਿ ਖੰਡੇ ਬਾਟੇ ਦਾ ਕਿਹੜੀ ਗੱਲ ਆ, ਮਹਾਰਾਜ ਵੀ ਅੰਮ੍ਰਿਤ ਛਕਾਉਂਦੇ ਰਹੇ ਆ। ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪੀ ਲਾਇਆ। ਇਹਦਾ ਮਤਲਬ ਇਹ ਨਹੀਂ ਸਮਝ ਲਓ ਕਿ ਮਹਾਰਾਜ ਆਪਣੇ ਚਰਨ ਧੋ ਕੇ ਪਿਲਾਉਂਦੇ ਸੀ। ਮਹਾਰਾਜ ਤਾਂ ਦੇਹ ਤੋਂ ਉੱਪਰ ਹੋਣ ਦਾ ਉਪਦੇਸ਼ ਦਿੰਦੇ ਸੀ। ਜਲ ਦੇ ਉੱਤੇ 5 ਪਤਾਸੇ ਪਾ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਉਹ ਛਕਾਉਂਦੇ ਹੁੰਦੇ ਸੀ। ਗੱਜ ਕੇ ਬੋਲੋ। ਫਿਰ 5ਵੇਂ ਪਾਤਸ਼ਾਹ ਉਹਨਾਂ ਨੇ ਨਾਲ ਆਨੰਦ ਸਾਹਿਬ ਸ਼ੁਰੂ ਕਰਤਾ। ਫਿਰ 6ਵੇਂ ਪਾਤਸ਼ਾਹ ਤੀਰ ਦੀ ਨੋਕ ਵਿੱਚ ਫੇਰ ਕੇ, ਫਿਰ 10ਵੇਂ ਪਾਤਸ਼ਾਹ ਨੇ ਸਿੱਖੀ ਦੀ ਪਰਖ ਕਰਕੇ ਸੀਸ ਭੇਟ ਕਰਕੇ ਖੰਡੇ ਬਾਟੇ ਦਾ ਕਿਰਪਾ ਕੀਤੀ। ਕਈਆਂ ਦਾ ਇਹ ਪ੍ਰਸ਼ਨ ਹੁੰਦਾ, ਲਓ ਜੀ ਮਹਾਰਾਜ ਪਹਿਲੇ ਪਾਤਸ਼ਾਹ ਉਹਨਾਂ ਦੇ ਸਿੱਖ ਵੀ ਤਾਂ ਬਾਬੇ ਬੁੱਢੇ ਵਰਗੇ ਐਰੜੇ ਬਣ ਗਏ, ਉਹਨਾਂ ਨੂੰ ਕਿਹੜਾ ਅੰਮ੍ਰਿਤ ਛਕਾਇਆ ਸੀ। ਕਈ ਕਹਿੰਦੇ ਅਸੀਂ ਜੀ ਬਾਣੀ ਪੜ੍ਹਦੇ ਹਾਂ, ਅੰਮ੍ਰਿਤ ਇੱਕੋ ਸ਼ਬਦ ਹੈ, ਦੂਸਰਾ ਅੰਮ੍ਰਿਤ ਨਾ ਹੈ। ਇਹਨਾਂ ਨੂੰ ਪੁੱਛਿਆ ਵੀ ਜਿਹੜਾ 5 ਪਿਆਰੇ ਤਿਆਰ ਕਰਦੇ, 5 ਬਾਣੀਆਂ ਪੜ੍ਹ ਕੇ ਤਿਆਰ ਕਰਦੇ। ਹੁਣ ਇਕੱਲੇ ਪਾਣੀ 'ਚ ਪਤਾਸੇ ਪਾ ਖੰਡਾ ਫੇਰੀ ਚਲੋ, 5 ਬਾਣੀਆਂ ਨਾ ਪੜ੍ਹੋ ਤਾਂ ਅੰਮ੍ਰਿਤ ਥੋੜ੍ਹੀ ਬਣੇਗਾ। ਉਹ ਬਾਣੀ ਦਾ ਹੀ ਪ੍ਰਤਾਪ ਆ, ਪਰ ਇਹ ਹੈਗੀਆਂ ਢੁਚਰਾਂ, ਬਹਾਨੇਬਾਜ਼ੀਆਂ ਵੀ ਕਿਸ ਤਰ੍ਹਾਂ ਕੋਈ ਚੋਰ ਮੋਰੀ ਮਿਲੇ ਤਾਂ ਉੱਧਰੋਂ ਨਿਕਲੀਏ। ਪਰ ਨਹੀਂ, ਡੱਲੇ ਦਾ ਲੈ ਲਓ, ਦਿਆਲਦਾਸ ਦਾ ਲੈ ਲਓ, ਉਹਨਾਂ ਨੂੰ ਵੀ ਅੰਮ੍ਰਿਤ ਛਕਣੇ ਹੀ ਪਏ। ਅਤੇ ਫਿਰ 5 ਪਿਆਰਿਆਂ ਤੋਂ ਆਪ ਵੀ ਤੇ ਮੈਨੂੰ ਵੀ ਦਾਤ ਦਿਓ, ਗੋਬਿੰਦ ਰਾਜ ਤੋਂ ਗੋਬਿੰਦ ਸਿੰਘ ਬਣਾ। ਉਦੋਂ ਕਿਹਾ ਨਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵੀ ਕਿਸੇ ਨੂੰ ਬਹਾਨਾ ਨਾ ਮਿਲੇ ਵੀ ਮਹਾਰਾਜ ਗੋਬਿੰਦ ਰਾਏ ਸੀ, ਉਹ ਨਹੀਂ ਕਿਹੜਾ ਉਦੋਂ ਛਕਿਆ ਸੀ। ਬਹਾਨੇ ਦੀ ਕੋਈ ਗੱਲ ਰਹਿਣੀ ਨਹੀਂ ਦਿੱਤੀ ਮਹਾਰਾਜ ਨੇ। ਸੋ ਇਸ ਕਰਕੇ ਵੱਧ ਤੋਂ ਵੱਧ ਖੰਡੇ ਬਾਟ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਖਾਲਸਾ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਹਨ। ਸੇਵੇ ਹਰਿ ਕੇ ਚਰਨ ਰਸਾਇਣ। ਹਰੀ ਦੇ ਚਰਨ ਰਸ ਆਇਣ, ਰਸਾਂ ਦਾ ਆਇਣ ਜਿਹੜੇ ਘਰ ਹਨ, ਉਹਨਾਂ ਚਰਨਾਂ ਦੀ ਸੇਵਾ ਕਰਨਾ ਕਰੋ। ਦੇਖੋ ਭਾਈ ਭਗੀਰਥ ਦਾਤਣ ਲੈ ਕੇ ਆਉਂਦੇ ਸੀ ਨਾ ਮਲਸੀਆਂ ਤੋਂ, ਮੀਂਹ ਜਾਏ ਹਨੇਰੀ ਜਾਏ ਝੱਖੜ ਝੁੱਲੇ, ਦਾਤਣੇ ਹੀ ਸੀ। ਕੋਈ ਤਾਂ ਮਾਇਆ ਦੀ ਸੇਵਾ ਕਰੂ, ਸੋਨੇ ਦੀ ਕਰੂ, ਚਾਂਦੀ ਦੀ ਕਰੂਗਾ, ਪਦਾਰਥਾਂ ਦੀ ਕਰੂਗਾ, ਅੰਨ ਧਨ ਦੀ ਕਰੂਗਾ, ਸੇਵਾ ਬਹੁਤ ਤਰ੍ਹਾਂ ਦੀਆਂ ਹੈਗੀਆਂ, ਪਰ ਉਹ ਦਾਤਣ ਲਿਆਉਂਦਾ ਸੀ। ਅਤੇ ਉਸ ਦਿਨ ਕਦੇ ਫਲਾਹੀ ਦੀ ਹੋਣੀ, ਕਦੀ ਕਿੱਕਰ ਦੀ ਹੋਣੀ, ਕਦੀ ਕੋਈ ਨਿੰਮ ਦੀ ਹੋਣੀ। ਉਸ ਦਿਨ ਉਹ ਬੇਰੀ ਦੀ ਲੈ ਆਇਆ। ਮਹਾਰਾਜ ਕਹਿੰਦੇ ਦਾਤਣ ਵੇ, ਕਹਿੰਦੇ ਮਹਾਰਾਜ ਬੇਰੀ ਦੀ ਲਿਆਇਆ। ਮਹਾਰਾਜ ਨੇ ਦਾਤਣ ਕਰਕੇ ਗੱਡ ਦਿੱਤੀ, ਕਹਿੰਦੇ ਲੈ ਅੱਜ ਆਖਰੀ ਬੇਰੀ ਦੀ, ਤੇਰੀ ਸੇਵਾ ਪ੍ਰਵਾਨ ਹੋ ਗਈ। ਉਹ ਬੇਰੀ ਸਾਹਿਬ ਦੇ ਨਾਂ ਦੇ ਉੱਤੇ ਗੁਰਦੁਆਰਾ ਸਾਹਿਬ ਦਾ ਨਾਮ ਆ ਬੇਰੀ ਸਾਹਿਬ, ਗੁਰਦੁਆਰਾ ਬੇਰ ਸਾਹਿਬ।
ਇਹ ਗੁਰੂ ਨਾਨਕ ਸਾਹਿਬ ਔਰ ਭਾਈ ਭਗੀਰਥ ਦੇ ਮਿਲਾਪ ਦੀ ਨਿਸ਼ਾਨੀ ਆ ਬੇਰ ਸਾਹਿਬ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬੇਰੀਆਂ ਤਾਂ ਪਿੰਡਾਂ 'ਚ ਬਹੁਤ ਹੈ, ਉਹਨੂੰ ਸਾਹਿਬ ਕੋਈ ਨਹੀਂ ਕਹਿੰਦਾ, ਕਿਉਂਕਿ ਇਹ ਸਾਹਿਬ ਦਾ ਮੁੱਖ ਨਾ ਲੱਗ ਗਈ ਨਾ। ਸਾਹਿਬ ਨੇ ਦਾਤਣ ਜੂ ਕੀਤੀ ਜੀ, ਜਿਹੜੀ ਚੀਜ਼ ਸਾਹਿਬ ਨਾਲ ਲੱਗ ਗਈ ਉਹਦੇ ਨਾਲ ਵੀ ਸਾਹਿਬ ਲੱਗ ਗਿਆ। ਪਰ ਜੇ ਅਸੀਂ ਸਾਹਿਬ ਨਾਲ ਜੁੜ ਜਾਵਾਂਗੇ ਤੇ ਸਾਨੂੰ ਕਹਿਣਗੇ ਆਓ ਸਿੰਘ ਸਾਹਿਬ ਜੀ, ਆਓ ਭਾਈ ਸਾਹਿਬ ਜੀ, ਤੇ ਜੇ ਸਾਹਿਬ ਨੂੰ ਟੁੱਟ ਗਿਆ ਫੇਰ ਤਾਂ ਕੋਈ ਸਾਹਿਬ ਨਹੀਂ ਸਾਡੇ ਨਾਲ ਆਏਗਾ। ਮਹਾਰਾਜ ਨੇ ਤਾਂ ਸਾਹਿਬੀਆਂ ਦਿੱਤੀਆਂ, ਸਾਨੂੰ ਚੰਗੀਆਂ ਨਹੀਂ ਲੱਗਦੀਆਂ। ਤੇ ਜੇ ਹੁਣ ਆਪਾਂ ਮੂੰਹ ਸਿਰ ਮਨਾਇਆ ਹੋਊਗਾ, ਕੋਈ ਇਹ ਤਾਂ ਨਹੀਂ ਕਹੂ ਆਓ ਸਾਹਿਬ ਜੀ, ਜਾਂ ਬੋਤਲ ਪੀ ਕੇ ਆਇਆ ਉਹ ਚਿੱਟਾ ਖਾ ਕੇ ਉਹ ਸਾਹਿਬ ਕਹੂ ਉਹਨੂੰ, ਜਾਂ ਸਿਲਮੇ 'ਚ ਆਇਆ ਉਹਨੂੰ ਕੋਈ ਸਾਹਿਬ ਕਹਿ ਦੂਗਾ। ਸਿਲਮੇ ਤੁਹਾਡੇ ਜੋੜੇ ਕੌਣ ਝਾੜਦਾ? ਤੇ ਗੁਰੂ ਨਾਨਕ ਸਾਹਿਬ ਦੇ ਘਰ ਆਉਣੇ ਆ, ਤੁਹਾਡੀ ਤਾਂ ਪੂਜਾ ਸੰਗਤ ਕਰਦੀ ਹੈ, ਜਵਾਈਆਂ ਦੀ ਨਹੀਂ ਉਨੀ ਕਰਦਾ ਜਿੰਨੀ ਸੰਗਤ ਦੀ ਸੇਵਾਦਾਰ ਕਰਦੇ ਆ। ਤੁਹਾਡੇ ਜੋੜੇ ਮੂੰਹ ਪੂੰਝਣ ਵਾਲੇ ਰੁਮਾਲ ਨਾਲ ਸਾਫ਼ ਕਰਦੇ ਆ, ਕਈ ਪੋਲਿਸ਼ ਕਰਕੇ ਰੱਖਦੇ ਆ। ਉੱਥੇ ਜੁੱਤੀ ਹੁੰਦੀ, ਛੂ ਹੁੰਦੀ ਹੈ, ਇੱਥੇ ਜੋੜਾ ਬਣ ਜਾਂਦਾ। ਗੱਜ ਕੇ ਬੋਲੋ। ਉਹ ਜਿਹੜੇ ਘਰ 'ਚ ਆ ਕੇ ਤੁਹਾਡੇ ਜੋੜੇ ਵੀ ਪੂਜੇ ਜਾਂਦੇ ਆ, ਜੇ ਉਸ ਘਰ ਦੇ ਬਣ ਜਾਓ, ਸੰਤ ਬਾਬਾ ਮੱਘਰ ਸਿੰਘ ਹੁੰਦੇ ਹੀ ਰਾਮਗੜ੍ਹ, ਕਹਿੰਦੇ ਕਿਸੇ ਦੇ ਬਣ ਜਾਓ, ਕਹਿੰਦੇ ਮੁਸਲਮਾਨ ਬਣੋਗੇ ਸੁੰਨਤ ਕਰੂ, ਕਿੰਨੇ ਦਿਨ ਮਲਮ ਪੱਟੀ ਕਰਨੀ ਪਊ। ਇੱਧਰ ਸਨਾਤਨੀ ਬਣੋਗੇ, ਉਹ ਭੱਦਣ ਛੱਦਣ ਕਰੂਗਾ, ਕਿੰਨਾ ਸਿਆਪਾ। ਕਹਿੰਦੇ ਸਿੱਖ ਤਾਂ ਜਿਹੋ ਜਿਹਾ ਜੰਮਿਆ ਉਹੋ ਜਿਹਾ ਰਹਿਣਾ, ਉਹੋ ਜਿਹਾ ਬਣਦੇ ਕਿਉਂ ਨਹੀਂ। ਬਾਬਾ ਅਤਰ ਸਿੰਘ ਮਹਾਰਾਜ ਨੂੰ ਕਹਿੰਦੇ ਧਰਮ ਵੱਡਾ ਕਿਹੜਾ? ਕਹਿੰਦੇ ਫੈਸਲਾ ਰੱਬ 'ਤੇ ਰੱਖ ਦਿਓ, 40 ਦਿਨ ਸਾਰਿਆਂ ਨੂੰ ਭੋਰੇ 'ਚ ਰੱਖੋ, ਉੱਥੇ ਖਾਣ ਪੀਣ ਸਾਰੇ ਕਿਰਿਆ ਦਾ ਇੰਤਜ਼ਾਮ ਕਰ ਦਿਓ। ਜਿਹੜੇ 40 ਦਿਨ ਬਾਹਰ ਆਉਣਗੇ ਪਤਾ ਲੱਗ ਜੂ, ਜਿਹੜੇ ਐਰੜੇ ਕੇਸ ਦਾੜਾ ਹੋਇਆ ਤੁਹਾਨੂੰ ਪਤਾ ਲੱਗ ਜੂ ਕਿ ਧਰਮ ਕਿਹੜਾ ਵੱਡਾ। ਗੱਜ ਕੇ ਬੋਲੋ ਸਤਿਨਾਮ। ਉਹ ਤਾਂ ਕਹਿੰਦੇ ਹੁੰਦੇ ਸੀ ਆਦ ਬ੍ਰਹਮਾ ਜੁਗਾਦ ਨਾਈ, ਲੰਡੀ ਬੁੱਚੀ ਕਿੱਥੋਂ ਆਈ। ਬਾਬਾ ਅਤਰ ਸਿੰਘ ਜੀ ਮਹਾਰਾਜ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਇਹ ਮਹਾਰਾਜ ਦਾ ਬਚਨ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵਿੱਚ ਆਉਣ ਨਾਲ ਪੂਜਾ ਮਿਲਦੀ ਹੈ, ਸਤਿਕਾਰ ਮਿਲਦਾ, ਕਿੰਨਾ ਪਿਆਰ ਮਿਲਦਾ। ਫਿਰ ਅਸੀਂ ਸਿੱਖੀ ਤੋਂ ਕਿਉਂ ਬੇਮੁਖ ਹੋ ਰਹੇ ਹਾਂ? ਸਿੱਖ ਉਹ ਹੈ ਜਿਹਦੇ ਕੋਲ ਸਿੱਖੀ ਹੈ, ਜਿਹਦੇ ਕੋਲ ਸਿੱਖੀ ਨਹੀਂ ਉਹ ਸਿੱਖ ਨਹੀਂ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਮਰਦਾਨੇ ਇਹ ਸਿੱਖਿਆ ਦਿੱਤੀ ਉਹਦੇ ਬੱਚਿਆਂ ਨੂੰ, ਇੱਕ ਤਾਂ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਇੱਕ ਬਾਣੀ ਦਾ ਕੀਰਤਨ ਕਰਨਾ, ਇੱਕ ਗੁਰੂ ਘਰ ਦੀ ਸੇਵਾ ਨਹੀਂ ਤਿਆਗਣੀ। ਬਰਕਤਾਂ ਬਰਕਤਾਂ ਰਹਿਣਗੀਆਂ, ਬਰਕਤਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਜਨਮ ਮਰਨ ਦੋਹੋਂ ਤੇ ਛੂਟਾ ਹੈ। ਜਿਹੜੇ ਗੁਰੂ ਘਰ ਦੀ ਸੇਵਾ ਕਰਦੇ ਆ ਉਹਨਾਂ ਨੂੰ ਜੰਮਣ ਤੋਂ ਮਰਨ ਤੋਂ ਛੁਟਕਾਰਾ ਮਿਲ ਜਾਂਦਾ। 84 ਲੱਖ ਜੂਨਾਂ ਆਵਾਗਮਨ ਉਹਨਾਂ ਦਾ ਖਤਮ ਹੋ ਜਾਂਦਾ ਹੈ। ਭਵ ਜਲ ਜਗਤ ਤਰਾਇਣ। ਇਹ ਜਿਹੜਾ ਸੰਸਾਰ ਸਾਗਰ ਆ ਨਾ, ਇਹ ਤੋਂ ਆਪ ਵੀ ਤਰ ਜਾਂਦੇ ਆ, ਦੂਆਂ ਨੂੰ ਵੀ ਤਾਰ ਲੈਂਦੇ ਆ। ਭਾਈ ਗੁਰਦਾਸ ਸਾਹਿਬ ਆਏ ਸੀ ਨਾ ਆਗਰੇ ਤੋਂ, ਬੋਰੇ ਬਿਆਸ, ਬੀਬੀਆਂ ਵੀ, ਬੱਚੇ ਵੀ, ਸੰਗਤ ਵੀ, ਬਿਰਧ ਵੀ, ਕਹਿੰਦੇ ਰੋਜ਼ ਪੜ੍ਹਦੇ ਨਾਨਕ ਨਾਮ ਜਹਾਜ਼ ਹੈ। ਬੇੜੀਆਂ ਵਾਲੇ ਚਲੇ ਗਏ, ਕਹਿੰਦੇ ਸਤਿਨਾਮ ਵਾਹਿਗੁਰੂ ਕਰਦੇ ਮੇਰੇ ਮਗਰ ਤੁਰੇ ਆਓ। ਸਾਰੀ ਸੰਗਤ ਲੈ ਗਏ। ਤੇ ਭਾਈ ਸਾਹਿਬ ਦੇ ਮਨ 'ਚ ਥੋੜ੍ਹਾ ਜਿਹਾ ਆ ਗਿਆ ਵੀ ਮਾਰੇ ਬੜੇ ਖੁਸ਼ ਹੋਣਗੇ ਵੀ ਠੰਡ ਦਾ ਮਹੀਨਾ ਸੀ, ਤੂੰ ਸੰਗਤ ਨੂੰ ਕਿਵੇਂ ਲੈ ਆਇਆ। ਮੋਰੇ ਦਰਿਆ ਸੀ ਤੇ ਉੱਥੇ ਬੱਚੇ ਗੁੱਲੀ ਡੰਡਾ ਖੇਲਣ ਡਏ। ਉਹ ਪੜ੍ਹਨ ਕਰੇ ਕਰਾਵੇ ਆਪਿਆ ਮਾਨਸ ਕੈ ਕਿਛ ਨਾਹੀ ਹਾਥ, ਕਰੇ ਕਰਾਵੇ ਆਪਿਆ ਮਾਨਸ ਕੈ ਕਿਛ ਨਾਹੀ ਹਾਥ। ਭਾਈ ਗੁਰਦਾਸ ਕਹਿੰਦੇ ਵੀ ਗੋਇੰਦਵਾਲ ਦੇ ਤਾਂ ਬੱਚੇ ਵੀ ਬ੍ਰਹਮ ਗਿਆਨੀ ਆ, ਵੀ ਤੂੰ ਕਿੱਧਰ ਇਹੋ ਜਿਹੀ ਗੱਲ ਕਰੀ ਜਾਂਦਾ। ਕਿੰਨੀ ਸਮੱਤਾ ਹੈ ਨਾ ਬੱਚਿਆਂ ਨੂੰ। ਇਹ ਸਾਰਾ ਕੁਝ ਗੁਰੂ ਅਮਰਦਾਸ ਉਹਨਾਂ ਦੇ ਹੁਕਮ 'ਚ ਹੀ ਹੈ। ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾਂਤ। ਜਿੰਨੇ ਦੇਵਤੇ ਆ ਸਾਰੇ ਉਹਨਾਂ ਦੇ ਹੁਕਮ 'ਚ ਤਾਤਿਆ ਜਿੰਨੇ। ਤੇ ਜਦੋਂ ਉਹਨਾਂ ਦਾ ਧਿਆਨ ਕਰ ਲਈਏ ਤੇ ਮਹਾਰਾਜ ਫਿਰ ਭਾਈ ਸਾਰੀ ਤਰ੍ਹਾਂ ਦੀ ਬਖਸ਼ਿਸ਼ ਕਰ ਦਿੰਦੇ ਹਨ। ਉਹ ਸੰਸਾਰ ਸਾਗਰ ਜਿਹੜਾ ਭੈਦਾਇਕ ਹੈ, ਇਸ ਤੋਂ ਤਰ ਜਾਂਦੇ ਹਨ। ਖੋਜਤ ਖੋਜਤ ਤਤ ਵਿਚਾਰਿਓ। ਜਦੋਂ ਖੋਜਦਿਆਂ ਤਤ ਵਸਤੂ ਆਤਮਾ ਪਾਦੀ ਵਿਚਾਰ ਕੀਤੀ ਕਿ ਆਤਮਾ ਨਾਲ ਜੁੜਨੇ ਨਾਲ ਮਨ ਸ਼ਾਂਤੀ, ਵਿਵੇਕ, ਬੁੱਧੀ,
ਜੰਮਣ ਮਰਨ ਦਾ ਚੱਕਰ ਮੁੱਕਦਾ ਹੈ। ਦਾਸ ਗੋਵਿੰਦ ਪਰਾਇਣ। ਹੁਣ ਇਹ ਬਾਣੀ ਦੀ ਕਥਾ ਸੁਣ ਸੁਣ ਸਾਨੂੰ ਸੋਝੀ ਆ ਗਈ। ਅਸੀਂ ਕਹਿੰਦੇ ਫਿਰ ਤੁਰ ਕੇ 84 ਲੱਖ ਜੂਨਾਂ 'ਚ ਬੜੇ ਧੱਕੇ ਖਾ ਲਏ। ਹੁਣ ਪਤਾ ਲੱਗਾ ਕਿ ਗੁਰੂ ਮਹਾਰਾਜ ਪ੍ਰਭੂ ਕੀ ਸਰਣ ਸਗਲ ਪੈ ਲਾਥੇ, ਦੁਖ ਬਿਨ ਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਹੁਣ ਕਈ ਪ੍ਰੇਮੀ ਮਿਲਦੇ ਆ, ਅਸੀਂ ਤਾਂ ਤੁਹਾਡੇ ਦਾਸ ਹਾਂ। ਉਹ ਕਹਿਣਗੇ ਬਾਬਾ ਜੀ ਤੁਸੀਂ 15 ਕੁ ਸਾਲ ਪਹਿਲਾਂ ਮਿਲ ਜਾਂਦੇ, ਸਾਡਾ ਜੀਵਨ ਤਾਂ ਨਾ ਬਰਬਾਦ ਹੁੰਦਾ। ਗੱਜ ਕੇ ਬੋਲੋ। ਅਸੀਂ ਪੁੱਠੀਆਂ ਆਦਤਾਂ 'ਚ ਆਪਣਾ ਜੀਵਨ ਤਬਾਹ ਕਰ ਲਿਆ। ਜਦੋਂ ਬੰਦਾ ਗਲਤੀ ਕਰਦਾ, ਪਵਿੱਤਰ ਪਾਸੇ ਤੁਰਦਾ, ਫਿਰ ਉਹਨੂੰ ਹੁੰਦਾ ਵੀ ਮੇਰੇ ਇੰਨੇ ਸਾਲ ਐਵੇਂ ਹੀ ਚਲੇ ਗਏ। ਕਿਉਂਕਿ ਮਨੁੱਖ ਜਨਮ ਮਿਲਿਆ ਹੈ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪਾ ਕੇ ਭੋਏ ਗਿਰੇ, ਬੌਰ ਨਾ ਲਾਗੇ ਡਾਰ। ਰੋਜ਼ ਪੜ੍ਹਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਨੁੱਖ ਜਨਮ ਮਿਲਿਆ, ਮਾਨਸ ਜਨ ਬੜ ਪੁੰਨੇ ਪਾਇਆ, ਹਰ ਰਾਵਣ ਬੇਰਾ ਰਾਮ। ਧੰਨ ਗੁਰੂ ਨਾਨਕ ਸਾਹਿਬ ਨੇ ਦੇਖੋ ਸਤਜੋਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ, तीनों जोग तीनों दिड़ा, कल केवल नाम आधार। किड्डी महाराज गुरु नानक साहब किरपा कर गए। कोई कहता ही 5 वेले, कोई कहता 3 वेले। महाराज कहते सबो वक्त सबो कर बेला, खालक जाद दिले में मौला, साथ साथ सिमरो गोबिंद मन अंतर की, उतरै चिंद फिरदे तुरदे, कारोबार करदे, सतनाम श्री वाहिगुरू का जाप करो। किड्डी बड़ी बख्शिश महाराज कर गए अपने सिखां दे उत्ते, खालसियां दे उत्ते। हाँ जी, भवजल जगत तराण, वो संसार सागर तो तर जाते हैं। खोजत खोजत तत विचारियो, खोजद्यां तत्त वस्तु आत्म पद परमात्मा दे मिलन की विचार प्राप्त कर लई है। दास गोविंद परायण। हुण जदों दे दास बने आ, सोझी आ गई, असीं महाराज दे परायण आसरे हो गए। जिमें भाई मरदाना, भाई बाला, बाबा बुढ़ा साहब, सधारण सिख, ढिंगो नाई, बूढ़ा कलाल, ये महाराज दे गुरसिख है ना। हजूरी किन्नियां संगतां उन्होंने आपा ही समर्पित कर दिता। महाराज 5 प्यारे लै लो, 40 मुक्ते साहिबजादे ते 10वें पातशाह चाहुंदे ते अपना एक पुत्र बचा लवां, मेरी पीढ़ी चलती रहे। नहीं सानू ते साडे बच्चों नूं बचाउण नूं अपने बच्चे कुर्बान कर गया। गज के बोलो। हर बंदा चाहुंदा मेरी पीढ़ी चले। महाराज दे 4 साहिबजादे सी, बाबा अजीत सिंह, जुझार सिंह ब्याहण दे योग सगे उस वेले, पर नहीं साड़ियाँ पीढ़ियाँ बचाउण वास्ते अपनी नादी वंश खालसे नूं बख्शिश कीती है। खालसे नूं अपना कुर्बान कर गया सानू बचाउण वास्ते। अज असीं भुलते जा रहे हैं, किरतकण बनते जा रहे हैं। किरतकण सी ना, कोई महापुरख उत्ते पिपल का दरख्त तो सुकी जाए, कहते भी थड़ा भी बनाया, पानी भी पाने हैं। जिले उत्ते चढ़ के देखा तो उत्थे ये लधाल ना उच हड्डी सी, वो कहते अकिरतकण की हड्डी है, तां ही सुक गया। उन्हें पी के रख ली, फिर जदों गया उत्थे सुटिया मंग जां किते दब दुब देंगे। वो राजा आउंदा हुंदा सी, बच्चे नाल उन्हें प्रसाद, वो संत बाहर गए सी ते देखिया वो कुड़ी जे उन्हें क्या चूरन आ, वो कन्या ने मूँह च पा लिया। फिर वो साध संग कोई इस तरह की क्रिया बनी तो राजे ने देखा भी ऐसा किमें। वो फिर कहते हैं कि अकिरतकण की अस्त स्यों सूक्यो पीपल ऐन, राज नष्ट कन्या कलंक, जति कुलखण बैन। कहते एक तो किरतकण की हड्डी ने पिपल सुकाया, कन्या नूं कलंक लगा, तो जदों संतां ते जुल्म किया उन्हें शराप दिता, उसका राज नष्ट हो गया। एक अकिरतकण की हड्डी ना, तो जेड़े देश विच अकिरतकण दीयां लोथां घुमदियां होण, वो देश किवें बचूगा। अज असीं गुरु महाराज दीयां कुर्बानियां नूं भुल के अकिरतकण बन गए, महाराज दे परोपकार भुल गए। जे महाराज दे परोपकार चेते रखिए, 550 साल हो गए, 1 साल उपर हो गया, हाले तो असीं जटा जूट नहीं हो सके।
ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਤਾਂ ਗੱਲ ਬਹੁਤ ਦੂਰ ਚਲੇ ਗਈ ਹੈ। ਬੱਚੇ ਬੱਚਿਆਂ ਨੂੰ ਕਹੋ ਸੋਚਾਂਗੇ ਜੀ, ਕੀ ਸੋਚੋਗੇ? ਹੁਣ ਜੇ ਦਾੜੀ ਕੇਸ ਰੱਖ ਲਓ, 8 ਦਿਨ ਇਸ਼ਨਾਨ ਕਰ ਲਓ, ਗੱਲ ਨਿਬੜੀ। ਤੇ ਜਿਹੜਾ ਰੋਜ਼ ਸਾਧ ਸੰਗਤ ਜੀ ਸੇਫਟੀ ਫੇਰਦੇ ਆ, ਰੋਜ਼ ਦਾ ਸਿਆਪਾ। ਸਵੇਰੇ ਫੇਰੀ ਸੀ, ਸ਼ਾਮ ਨੂੰ ਫੇਰ ਛੋਲਿਆਂ ਦੇ ਬਾਰਡਰ ਵਰਗਾ ਮੂੰਹ ਹੋ ਜਾਂਦਾ, ਉਹ ਚੁੱਭਦੇ ਆ, ਫੇਰ ਲਾਪੰਦੇ ਆ। ਇਹ ਰੋਜ਼ ਦਾ ਸਿਆਪਾ ਕਿ ਨਹੀਂ? ਕਰਦੇ ਸੁੱਖ ਵਾਸਤੇ ਇਹਦਾ ਬੜਾ ਸੁੱਖ ਝੰਜਟ ਛੜਾ ਕਰ ਲਿਆ। ਤੇ ਦਾੜੀ ਕੇਸ ਰੱਖ ਲਓ, 8 ਦਿਨ ਨਹਾ ਲਓ, ਕੰਮ ਨਿਬੜਿਆ। ਬਾਲ ਵੀ ਬੜੇ ਮੁਲਾਇਮ ਰਹਿੰਦੇ, ਪਰ ਉਹ ਹਵਾ ਐਸੀ ਫਿਰ ਗਈ ਹੈ। ਬੱਚਿਆਂ ਵੱਲ ਦੇਖ ਲਓ, ਬੱਚਿਆਂ ਵੱਲ ਦੇਖ ਲਓ। ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਹੁਕਮ ਆ ਨਾ, ਉਹਨੂੰ ਮੰਨੀਏ। ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਾਹ ਢੋਈ ਨਾ ਮਿਲੇ ਕਾਫਰ ਕੁੱਤਾ ਸ਼ੈਤਾਨ। ਇਸ ਕਰਕੇ ਹਰ ਸਾਲ ਆਪਾਂ ਗੁਰਪੁਰਬ ਮਨਾਉਂਦੇ ਹਾਂ। ਗੁਰਪੁਰਬ ਮਨਾਉਣ ਦਾ ਮਤਲਬ ਕੀ ਹੈ? ਜਿਵੇਂ ਬੱਚਾ ਸਾਲ ਪੜ੍ਹਦਾ, 3 ਮਹੀਨਾ ਹਿੰਮਤ ਹੁੰਦਾ, 6 ਮਹੀਨੇ ਹੁੰਦਾ, 9 ਵੀ ਕਿੱਥੇ ਕਿੰਨੇ ਕੁ ਪਾਣੀ 'ਚ ਹੈ। ਫਿਰ ਆਖਰੀ ਹੁੰਦਾ ਨਾ ਸਾਲ ਪਿੱਛੋਂ। ਅਤੇ ਜਿਹੜਾ ਸਹੀ ਪੜ੍ਹਾਈ ਕੀਤੀ ਆ ਨਾ, ਟੀਚਰਾਂ ਦੇ ਹੁਕਮ 'ਚ ਰਹਿ ਕੇ, ਉਹ ਤਾਂ ਫਿਰ ਡਿਗਰੀਆਂ ਡਿਪਲੋਮੇ ਲੈ ਜਾਂਦਾ। ਅਤੇ ਜਿਹੜੇ ਫੇਲ ਹੋ ਜਾਂਦੇ ਆ, ਉਹ ਫਿਰ ਚੋਰੀ ਨਿਕਲ ਜਾਣਗੇ। ਉਹ ਪੁੱਛਣਗੇ ਤੁਹਾਡਾ ਲੜਕਾ? ਕਹਿੰਦੇ ਨਾਨਕੀ ਗਿਆ। ਨਾਨਕੀ ਨਹੀਂ ਗਿਆ, ਮੂੰਹ ਛੁਪਾਉਣ ਗਿਆ। ਅਤੇ ਹੁਣ ਕੀ ਗਾ, ਫੇਲ ਹੋ ਗਿਆ। ਇਸ ਤਰ੍ਹਾਂ ਇਹ ਸਾਡਾ ਇਮਤਿਹਾਨ ਆ। ਜਦੋਂ ਮਹਾਰਾਜ ਦਾ ਗੁਰਪੁਰਬ ਆ, ਵੀ ਅਸੀਂ ਸਾਲ ਦਾ ਲੇਖਾ ਜੋਖਾ ਉੱਥੇ ਹੀ ਖੜ੍ਹੇ ਹਾਂ, ਜਾਂ ਕੋਈ ਪੈਰਗਾਂ ਪੁੱਟਿਆ, ਕੋਈ ਤਰੱਕੀ ਕੀਤੀ, ਨਿਤਨੇਮ ਵਧਾਇਆ, ਸੇਵਾ ਵਾਲਾ ਪੱਖ ਵਧਾਇਆ, ਸਤਸੰਗ ਵਾਲਾ ਪੱਖ ਵਧਾਇਆ, ਖੰਡੇ ਬਾਟ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਅਤੇ ਜਿਹੋ ਜਿਹਾ ਗਏ ਉਹੋ ਜਿਹਾ ਆ ਗਏ, ਫਿਰ ਤਾਂ ਕੁਛ ਨਹੀਂ ਲੱਜਣਾ ਨਾ। ਉਹ ਕਹਾਣੀ ਕਈ ਵਾਰੀ ਸੁਣਾਈ ਹੈ। ਜਲਾਹਾ ਸੀ ਉਹਦੇ ਘਰ ਵਾਲੀ, ਉਹਦਾ ਮੁੰਡਾ। ਉਹ ਸ਼ਿਵ ਜੀ ਖੁਸ਼ ਹੋਇਆ, ਕਹਿੰਦੇ ਮੰਗ, ਵਰ ਮੰਗ। ਉਹ ਕਹਿੰਦੇ ਬੀਬੀਆਂ ਦੀਆਂ ਇੱਛਾ ਜ਼ਿਆਦਾ ਹੁੰਦੀਆਂ, ਪਹਿਲੇ ਇਹਨੂੰ ਪੁੱਛ ਲਓ। ਉਹ ਕਹਿੰਦੀ ਮੈਂ 16 ਸਾਲ ਦੀ ਬਣ ਜਾ, ਗਹਿਣੇ ਗੱਟੇ ਹੀਰੇ ਜਵਾਹਰਤ। ਕਹਿੰਦੇ ਤਥਾਸਤੂ। ਉਵੇਂ ਹੋ ਗਿਆ, ਤੂੰ ਉੱਧਰ ਆ ਗਿਆ ਰਾਜਕੁਮਾਰ। ਉਹ ਕਹਿੰਦੇ ਆ ਬੰਦੇ ਟੁੱਟੇ ਜਾਏ ਆ, ਇਹੋ ਜਿਹੀ ਬੀਬੀ ਲਈ ਬੈਠੇ ਆ। ਉਹ ਘੋੜੇ ਦੇ ਵਾਲ ਹੀ ਲੈ ਕੇ ਤੁਰਦਾ ਹੋਇਆ। ਹੁਣ ਫਿਰ ਨੰਬਰ ਆ ਗਿਆ ਅਤੇ ਆਪਣੇ ਜਲਾਹੇ ਦਾ। ਉਹ ਕਹਿੰਦੇ ਮਹਾਰਾਜ ਮੇਰੀ ਤਾਂ ਰੋਟੀਆਂ ਪਕਾਉਣ ਵਾਲੀ ਵੀ ਗਈ ਆਈ, ਵੀ ਉਹ ਸੂਰੀ ਬਣ ਜਾਏ। ਉਹ ਜਿਹੜੇ ਸੂਰੀ ਬਣੀ, ਉਹਨੇ ਕਿਹਾ ਵੀ ਮੈਂ ਇਹ ਕੀ ਚੜੇਲ 'ਚ ਚੱਕ ਲਿਆ, ਪਹਿਲਾਂ ਔਰ ਸੀ, ਹੁਣ ਸੂਰੀ ਬਣ ਗਈ। ਉਹ ਠੁੱਡ ਮਾਰ ਕੇ ਸੁੱਟ ਕੇ ਜਿਉਂ ਘੋੜਾ ਭਜਾਇਆ, ਪਿੱਛੇ ਮੁੜ ਕੇ ਨਹੀਂ ਦੇਖਿਆ ਰਾਜਕੁਮਾਰ ਨੇ। ਫਿਰ ਆ ਗਿਆ ਪੁੱਤ ਦਾ। ਸ਼ਿਵ ਜੀ ਕਹਿੰਦਾ ਤੂੰ? ਕਹਿੰਦੇ ਮੇਰੀ ਮਾਂ ਜਿਹੋ ਜਿਹੀ ਸੀ ਉਹੋ ਜਿਹੀ ਬਣ ਜਾਏ। ਕਹਾਣੀ ਦਾ ਪ੍ਰਯੋਜਨ ਨਹੀਂ, ਕਹਾਣੀ ਦਾ ਭਾਵ ਸਮਝਣ ਦੀ ਲੋੜ ਆ। ਜਿਹੋ ਜਿਹਾ ਆਏ ਸੀ ਉਹੋ ਜਿਹਾ ਚਲੇ ਗਏ, ਫਿਰ ਆਪਾਂ ਕੀ ਲਿਆ? ਕਿਆ ਤਾਂ ਖੱਟਿਆ ਕਹਾਂ ਗਵਾਇਆ, ਚਲੋ ਦੀਵਾਨ ਸ਼ਤਾਬ ਬੁਲਾਇਆ। ਇੱਥੇ ਆਏ ਆ, ਇਹ ਔਗਣ ਛੱਡਣੇ ਆ, ਗੁਣ ਗ੍ਰਹਿਣ ਕਰਨੇ ਆ, ਔਰ ਗੁਰਸਿੱਖੀ ਗ੍ਰਹਿਣ ਕਰਨੀ। ਗੁਰ ਸਤਿਗੁਰ ਕਾ ਜੋ ਸਿੱਖਾ ਖਾਏ, ਸੋ ਭਲਕੇ ਉਠਾਰ ਨਾਮ ਧਿਆਵੈ। ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਾਰ ਨਾਵੈ। ਆ ਕਈ ਪ੍ਰੇਮੀ ਆਉਣਗੇ, 12 ਵਜੇ ਹੋਣਗੇ। ਮੈਂ ਕਿਹਾ ਇਸ਼ਨਾਨ ਕੀਤਾ? ਕਹਿੰਦੇ ਨਹੀਂ। ਅਤੇ ਮੈਂ ਕਿਹਾ ਜਿਹੜਾ ਪਿਆਲੀ ਪਾਣੀ ਦੀ ਲੈ ਕੇ ਗਿੱਧ ਧੋਣ ਜੋਗਾ ਨਹੀਂ, ਐਡਾ ਦਲਿੱਦਰੀ ਹੈ, ਉਹ ਖਾਲਸਾ ਰਾਜ ਕਿੱਥੋਂ ਬਣਾ ਲੂਗਾ? ਅਤੇ ਜਿਨ ਖਾਲਸਾ ਰਾਜ ਬਣਾਇਆ ਨਾ ਮਹਾਰਾਜਾ ਰਣਜੀਤ ਸਿੰਘ ਨੇ, ਸਾਧੂ ਕਮਰ ਕਸੀ ਤੇਰੀ ਦੇਖੀ, ਕਬੂ ਨਾ ਮੁਖ ਸੁਸਤੀ ਮੁਖ ਪਰ ਪੇਖੀ। ਸੁਸਤੀ ਦੇ ਨੇੜੇ ਨਹੀਂ ਗਿਆ। ਸ਼ਾਹੀ ਅਨਪੜ੍ਹ ਚੀਜ਼ ਕਰਨਾ, ਇੱਕ ਅੱਖ ਮਾਤਾ ਨਾਲ ਚਲੇ ਗਈ। 1,25,000 ਵਰਗ ਮੀਲ ਲੰਬਾ ਰਾਜ ਬਣਾਇਆ, ਪਰ ਅਸੀਂ ਉਹਦਾ ਸਿਰ ਵੱਢ ਉਹਦਾ ਵੱਢ ਬਣਿਆ ਨਹੀਂ ਸੰਭਾਲ ਸਕੇ। ਕੋਈ ਚੰਗੀ ਔਲਾਦ ਤਾਂ ਪੇ ਦੀ ਜਾਇਦ ਵਧਾਉਂਦੀ ਹੁੰਦੀ ਨਾ, ਮਾੜੀ ਜੰਪ ਹੈ ਅਤੇ ਪੇ ਦਾਦੇ ਦਾ ਵੀ ਸਭ ਕੁਝ ਝੋਗਾ ਚੌੜ ਕਰ ਜਾਂਦੇ। ਯੋਗ ਪੁੱਤਰ ਬਣੋ। ਫਸਟ ਡਿਜ਼ਾਇਰ ਨੀਡ ਨੋਟ ਡਿਜ਼ਾਇਰ, ਪਹਿਲਾਂ ਯੋਗ ਬਣੋ, ਇੱਛਾ ਦੀ ਕੋਈ ਜ਼ਰੂਰਤ ਨਹੀਂ। ਜਿਹੜਾ ਯੋਗ ਬਣ ਜਾ ਉਹਨੂੰ ਮੰਗਣ ਦੀ ਲੋੜ ਹੀ ਨਹੀਂ, ਮਹਾਰਾਜ ਆਪੇ ਹੀ ਦਾਤਾਂ ਦਿੰਦੇ ਆ। ਇਹ ਤਾਂ ਮੇਰਾ ਯੋਗ ਪੁੱਤ ਆ। ਭਾਈ ਜੈਤੇ ਨੇ ਕੁਰਬਾਨੀ ਕੀਤੀ, ਬਾਹਾਂ ਫੈਲਾ ਕੇ ਲਿਆ ਕਿ ਨਹੀਂ ਜੱਫੀ 'ਚ, ਰਗਰੇਟੇ
गुरु के बेटे ਪੰਜਾਂ ਪਿਆਰਿਆਂ ਨੂੰ ਅੱਜ ਅਰਦਾਸ 4 ਸਾਹਿਬਜ਼ਾਦੇ ਭਾਈ ਮਨੀ ਸਿੰਘ ਨੇ ਮਹਾਰਾਜ ਦੇ ਹੁਕਮ ਨਾਲ ਐਸੀ ਅਰਦਾਸ ਬਣਾਈ ਹੈ, ਜਦੋਂ ਪੜ੍ਹਦੇ ਸਾਰੇ ਇਤਿਹਾਸ 'ਤੇ ਝਾਤ ਪੈ ਜਾਂਦੀ ਹੈ। ਐਸੀ ਸੁੰਦਰ ਅਰਦਾਸ ਬਣਾ ਕੇ ਵਰਲਡ ਵਿੱਚ ਹੈ ਕਿਸੇ ਕੋਲ ਇਹੋ ਜਿਹੀ ਅਰਦਾਸ, ਇਹੋ ਜਿਹਾ ਨਿਤਨੇਮ, ਇਹੋ ਜਿਹਾ ਅਸਥਾਨ, ਇਹੋ ਜਿਹਾ ਨਿਸ਼ਾਨ, ਇਹੋ ਜਿਹਾ ਲੰਗਰ ਚੱਲਣੇ, ਇਹੋ ਜਿਹਾ ਦੀਵਾਨ ਸਜਣੇ, ਗੁਰੂ ਗ੍ਰੰਥ ਸਾਹਿਬ ਵਰਗੀ ਬਾਣੀ, ਇੰਨਾ ਸਾਡੇ ਕੋਲ ਭੰਡਾਰ ਹੋਵੇ, ਫਿਰ ਵੀ ਅਸੀਂ ਧੱਕੇ ਖਾਂਦੇ ਫਿਰੀਏ। ਇਹ ਬਦਕਿਸਮਤੀ ਹੈ। ਅੱਜ ਅਸੀਂ ਆਏ ਹਾਂ 551ਵਾਂ ਮਹਾਰਾਜ ਦਾ ਗੁਰਪੁਰਬ ਮਨਾਉਣ ਲਈ। ਪਰਨ ਕਰਕੇ ਜਾਓ, ਰੋਮਾਂ ਦੀ ਬੇਅਦਬੀ ਨਹੀਂ ਕਰਾਂਗੇ, ਨਸ਼ੇ ਨਹੀਂ ਵਰਤਾਂਗੇ, ਧੀਆਂ ਭੈਣਾਂ 'ਤੇ ਅਤਿਆਚਾਰ ਨਹੀਂ ਕਰਾਂਗੇ, ਅੰਮ੍ਰਿਤ ਛਕ ਕੇ ਖੰਡੇ ਵਰਤਾਂ ਗੁਰੂ ਵਾਲੇ ਬਣਾਂਗੇ, ਪਰਿਵਾਰ ਨੂੰ ਬਣਾਵਾਂਗੇ। ਅੱਗੇ ਸਾਡੇ ਬੁੜੇ ਅਨਪੜ੍ਹ ਸੀ, ਉਹਨੇ ਹੁਣ ਤੱਕ ਸਿੱਖੀ ਸੰਭਾਲ ਕੇ ਰੱਖੀ। ਹੁਣ ਅਸੀਂ ਪੜ੍ਹ ਲਿਖ ਬਹੁਤ ਗਏ ਹਾਂ, ਸਾਡੇ ਕੋਲ ਸਿੱਖੀ ਨਹੀਂ ਰਹੀ। ਕਾਰਾਂ ਮੋਟਰਾਂ ਗੱਡੀਆਂ ਕੋਠੀਆਂ ਡਿਗਰੀਆਂ ਕਰੋ, ਜ਼ਰੂਰ ਕਰਨਾ ਚਾਹੀਦਾ, ਪਰ ਨਾਲ ਨਾਲ ਸਿੱਖੀ ਚਾਹੀਦਾ ਹੈ। ਅਤੇ ਅਸੀਂ ਪੜ੍ਹਿਓ ਜਿਹੜੇ ਅਸੀਂ ਦੂਏ ਨੂੰ ਪ੍ਰੇਰ ਕੇ ਸਿੱਖ ਬਣਾਉਂਦੇ, ਪਰ ਅਸੀਂ ਤਾਂ ਆਪ ਹੀ ਛੱਡ ਦਿੱਤਾ। ਅਤੇ ਮਰਨਗਾ ਪੜ੍ਹਿਆ ਮੂਰਖ ਆਖਿਆ ਜਿਸ ਲੱਭ ਲੋਭ ਅਹੰਕਾਰਾ। ਪੜ੍ਹਨ ਦਾ ਸੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਚਾਰ ਪੈਦਾ ਕਰਦੇ, ਦੂਆਂ ਨੂੰ ਵਿਚਾਰ ਦੇ ਕੇ। ਭਾਈ ਗੁਰਦਾਸ ਕਾਸ਼ੀ ਗਏ, ਰਾਜਾ ਵੀ ਸਿੱਖ ਬਣਾਤਾ ਸੀ। ਭਾਈ ਮਾਧੋ ਜੀ ਕਸ਼ਮੀਰ 'ਚ ਗਏ, ਭਾਈ ਕਲਿਆਣਾ ਜੀ ਲੈ ਲਓ, ਬਾਬਾ ਸੰਗ ਲੈ ਲਓ, ਬਾਬਾ ਮੰਝ ਲੈ ਲਓ, ਕਿੱਥੇ ਕਿੱਥੇ ਜਾ ਕੇ ਸਿੱਖੀਆਂ ਫੈਲਾਈਆਂ ਉਹਨਾਂ ਨੇ। ਅੱਜ ਅਸੀਂ ਆਪ ਵੀ ਸਿੱਖ ਬਣਨਾ ਪਸੰਦ ਨਹੀਂ ਕਰਦੇ। ਲੰਗਰ ਵੀ ਬਹੁਤ ਲਾਉਂਦੇ ਹਾਂ, ਸੇਵਾ ਵੀ ਬਹੁਤ ਕਰਦੇ ਨਜ਼ਰ ਆਉਂਦੇ, ਪੁੰਨਦਾਨ ਵੀ ਬਹੁਤ ਕਰਦੇ ਹਾਂ, ਸਾਰਾ ਕੁਛ ਬਹੁਤ ਆ, ਪਰ ਸਿੱਖੀ ਦਾ ਖਾਨਾ ਜਿਹੜਾ ਉਹ ਖਾਲੀ ਹੈ। ਇਹ ਸਾਡੀ ਘਾਲ ਤਾਂ ਥਾਂ ਪਏਗੀ ਜੇ ਅਸੀਂ ਗੁਰੂ ਵਾਲੇ ਬਣਾਂਗੇ। ਇਸ ਕਰਕੇ ਨਗੁਰੇ ਕਾ ਹੈ ਨਾਮ ਬੁਰਾ। ਅੱਜ 12 ਵਜੇ ਖੰਡੇ ਬਾਟ ਅੰਮ੍ਰਿਤ ਪੰਜਾਂ ਪਿਆਰਿਆਂ ਦੁਆਰਾ ਇਹ ਦਾਤ ਗੁਰੂ ਗ੍ਰੰਥ ਚਰਨਾਂ 'ਚ ਮਿਲਣੀ ਹੈ। ਬਾਣੀ ਬਾਣਾ ਸਿਮਰਨ, ਵੱਧ ਤੋਂ ਵੱਧ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਔਰ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਪ੍ਰਬੰਧਕਾਂ ਨੂੰ, ਸੰਗਤਾਂ ਨੂੰ, ਸਾਰਿਆਂ ਦੇ ਉੱਤੇ ਬਖਸ਼ਿਸ਼ ਕਰਨ। ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੋਏ ਸਮਾਗਮਾਂ 'ਚ ਹੁਣ ਤੱਕ ਪ੍ਰਬੰਧ ਵਿੱਚ ਤਰੁੱਟੀਆਂ ਰਹਿ ਜਾਂਦੀਆਂ, ਉਹਦੀ ਖਿਮਾ ਕਰਿਓ। ਅਤੇ ਬਾਕੀ ਆਪਣੇ ਕੋ ਆ ਦੇਣੇ ਆ ਅਤੇ ਰਾਤ ਹੈ। ਕੱਲ੍ਹ ਫਿਰ ਵਿਦਾਇਗੀ ਹੋਣੀ ਹੈ। ਇੰਨੇ ਸਮੇਂ 'ਚ ਵੱਧ ਤੋਂ ਵੱਧ ਸਮਾਂ ਸੇਵਾ ਸਿਮਰਨ ਚਲਾਈਏ, ਸਤਸੰਗ ਚਲਾਈਏ। ਐਵੇਂ ਟੋਲੀਆਂ ਬਣਾ ਘੁੰਮੇ ਜਾਂ ਮੋਬਾਈਲਾਂ ਨਾਲ ਥਾਂ ਦਾ ਫੋਟੋਆਂ ਖਿੱਚੀ ਜਾਂਦੇ ਆ। ਬਹਿ ਕੇ ਬਾਣੀ ਪੜ੍ਹਿਆ ਕਰੋ, ਸਤਸੰਗ ਕਰਿਆ ਕਰੋ, ਸੇਵਾ ਕਰੋ, ਜਿਹੜੀ ਵੀ ਸੇਵਾ ਤੁਸੀਂ ਕਰ ਸਕਦੇ ਆ। ਸੋ ਇਸ ਵਾਸਤੇ ਇਹਦੇ ਵਿੱਚ ਹੀ ਭਲਾ ਹੈ, ਕਿਉਂਕਿ ਮਹਾਰਾਜ ਦਾ ਹੁਕਮ ਹੀ ਸੇਵਾ ਦਾ ਹੈ। ਹਸਤੀ ਸਿਰ ਜੋ ਅੰਕਸ ਹੈ, ਅਹਰਣ ਜੋ ਸਿਰ ਦੇ, ਮੰਤਾਂ ਨੇ ਆਗਿਆ ਰਾਖ ਕੇ ਉਭੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਸੋ ਬੇਬੇ ਨਾਨਕੀ ਨੇ ਦੇਖ ਲਓ ਮਹਾਰਾਜ ਦੀ ਕਿਵੇਂ ਸੇਵਾ ਕੀਤੀ। ਜਿਹੜੇ ਅਦਾਸੀਆਂ ਨੂੰ ਗਏ, ਮਾਤਾ ਜੀ ਨੂੰ, ਸਾਹਿਬਜ਼ਾਦਿਆਂ ਨੂੰ, ਕਿਸ ਤਰ੍ਹਾਂ ਉਹਨੇ ਮਹਾਰਾਜ ਦਾ ਪਿਆਰ ਦਿਖਾਇਆ। ਅਤੇ ਅੱਜ ਅਸੀਂ ਉਹਨਾਂ ਨੂੰ ਵੀ ਚੇਤੇ ਕਰਦੇ ਹਾਂ। ਬਾਬਾ ਮੰਝ ਸਾਹਿਬ ਚੇਤੇ ਕਰਦੇ ਹਾਂ, ਬਾਬਾ ਬੁੱਢਾ ਸਾਹਿਬ ਨੂੰ ਚੇਤੇ ਕਰਦੇ ਹਾਂ, ਉਹਨਾਂ ਦੀ ਸੇਵਾ ਨੂੰ ਚੇਤੇ ਕਰਦੇ ਹਾਂ। ਜਾਂ ਕੁਰਬਾਨੀ ਵਾਲੇ ਸਿੱਖਾਂ ਨੂੰ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਚੇਤੇ ਕਰਦੇ ਹਾਂ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਮਹਾਰਾਜ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ ਕਰਨ। ਸਾਰੀ ਸੰਗਤ ਨੂੰ ਜੀ ਆਇਆਂ। ਫਿਰ ਬਹੁਤ ਬਹੁਤ ਧੰਨਵਾਦ ਹੈ। ਪੜ੍ਹ ਦਿਓ ਪੰਗਤ। ਅਬਿਨਾਸੀ ਏਮ ਚਾਹੈ ਜੇ ਨਾਨਕ। ਅਬਿਨਾਸੀ ਜਿਹੜਾ ਨਾਸ ਤੋਂ ਰਹਿਤ ਪਰਮੇਸ਼ਰ ਆ, ਉਹਦੇ ਘਰੋਂ ਜੇ ਖੇਮ ਸੁਖ ਮੁਕਤੀ ਚਾਹੁੰਦੇ ਹੋ, ਸਦਾ ਸਿਮਰੈ ਨਾਰਾਇਣ। ਸਦਾ ਵਾਸਤੇ ਨਾਰਾਇਣ ਜਿਹੜਾ ਪਰਮੇਸ਼ਰ ਨਿਰੰਕਾਰ ਹੈ, ਨਰਾਂ ਦਾ ਆਇਣ, ਸਾਰਿਆਂ ਦੇ ਹਿਰਦਿਆਂ 'ਚ ਬੈਠਾ ਹੋਇਆ, ਉਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੋ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਣ। ਅਬਿਨਾਸੀ
ਪਰਮ ਪਵਿੱਤਰ ਸਾਧ ਸੰਗਤ ਜੀਓ, ਸ਼ਾਮ ਨੂੰ ਅਸ਼ਤਵਾਜੀ ਵੀ ਹੁੰਦੀ ਹੈ, ਗੁੱਸਾ ਨਾ ਕਰਿਓ। ਕਈਆਂ ਨੇ ਨਸ਼ਾ ਪਤਾ ਕੀਤਾ ਹੁੰਦਾ, ਫਿਰ ਮਹਾਰਾਜ ਦੇ ਗੁਰਦੁਆਰੇ ਚਲੇ ਜਾਂਦੇ ਆ। ਇਹੋ ਜਿਹੀ ਗਲਤੀ ਨਾ ਕਰਿਓ, ਕਿਉਂ ਜੇ ਘਰ ਗਲਤੀ ਕਰਾਂਗੇ ਕਿਸੇ ਸੰਤ ਦੇ ਡੇਰੇ ਬਖਸ਼ਾ ਲਾਂਗੇ, ਉੱਥੇ ਕਰਾਂਗੇ ਤੇ ਬੇਰ ਸਾਹਿਬ ਬਖਸ਼ਾ ਲਾਂਗੇ। ਜੇ ਇੱਥੇ ਆ ਕੇ ਕਰਾਂਗੇ ਫਿਰ ਬਖਸ਼ਣ ਲਈ ਕੋਈ ਥਾਂ ਨਹੀਂ ਰਹਿੰਦੀ ਹੈ। ਇਸ ਵਾਸਤੇ ਇਹਨਾਂ ਨੂੰ ਵੀ ਬੇਨਤੀ ਹੈ ਕਿ ਜਦੋਂ ਅਸ਼ਤਵਾਜੀ ਜਾਂ ਸੰਗਤ ਨਮਸਕਾਰ ਕਰਨ ਆਉਂਦੀ ਹੈ ਭੋਰਾ ਸਾਹਿਬ, ਭੀੜ ਹੁੰਦੀ ਹੈ, ਕਈ ਵਾਰੀ ਸ਼ਿਕਾਇਤ ਮੇਰਾ ਮੋਬਾਈਲ ਕੱਢ ਲਿਆ, ਮੇਰਾ ਆਹ ਕੱਢ ਲਿਆ, ਇਹ ਗੱਲਾਂ ਠੀਕ ਨਹੀਂ ਹੈਗੀਆਂ। ਚੋਰ ਕੀ ਹਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ? ਕਿਉਂਕਿ ਫਿਰ ਇਸ ਤਰ੍ਹਾਂ ਨਿਸਰਗਤਾ ਪੈਦਾ ਹੁੰਦੀ। ਲਓ ਜੀ ਗੁਰਦੁਆਰੇ ਕੀ ਜਾਈਏ, ਉੱਥੇ ਇਉਂ ਹੋਇਆ ਸੀ। ਇੱਥੇ ਆਪਾਂ ਆਪਣੇ ਪਾਪ ਬਖਸ਼ਾਉਣੇ ਆ, ਪੁੰਨ ਬਣਾਉਣੇ ਆ, ਗੁਰੂ ਮਹਾਰਾਜ ਦੀਆਂ ਬਰਕਤਾਂ ਖੁਸ਼ੀਆਂ ਪ੍ਰਾਪਤ ਕਰਨੀਆਂ। ਉਹ ਸਾਨੂੰ ਤਾਂ ਹੀ ਪ੍ਰਾਪਤ ਹੋਣਗੀਆਂ ਅਤੇ ਜੇ ਅਸੀਂ ਗੁਰਮਤਿ ਦੇ ਅਸੂਲਾਂ ਵਿੱਚ ਆ ਕੇ ਮਹਾਰਾਜ ਦੀ ਆਸ਼ੀਰਵਾਦ ਲਵਾਂਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਫਿਰ ਪ੍ਰਬੰਧਕਾਂ ਵੱਲੋਂ ਸਾਰੀ ਸੰਗਤ ਦਾ, ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਹੁਣ ਅਰਦਾਸ ਆਨੰਦ ਸਾਹਿਬ ਦਾ ਪਾਠ ਹੋਏਗਾ, ਅਰਦਾਸ ਹੋਏਗੀ ਅਤੇ ਸ਼੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ। ਉਸ ਤੋਂ ਬਾਅਦ ਫਿਰ ਦੀਵਾਨ ਆਰੰਭ ਹੋ ਜਾਣੇ ਹਨ। ਉਹ ਗੁਰੂ ਜਿੰਨੇ ਮਹਾਰਾਜ ਦੇ ਇਤਿਹਾਸੀ ਸਨ, ਯਾਤਰਾ ਵੀ ਕਰੋ ਅਤੇ ਨਾਲ ਨਾਲ ਨਿਯਮਾਂ ਦਾ ਪਾਲਣ ਕਰੋ। ਪ੍ਰਬੰਧਕਾਂ ਨੂੰ ਪੂਰਾ ਸਹਿਯੋਗ ਦਿਓ। ਚੜ੍ਹਦੀ ਕਲਾ 'ਚ ਆਪਾਂ ਮਹਾਰਾਜ ਦਾ ਬਾਕੀ ਰਹਿੰਦਾ ਸਮਾਗਮ ਵੀ ਸੰਪੂਰਨ ਕਰ ਸਕੀਏ। ਆਪ ਜੀ ਦਾ ਫੇਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।